ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਔਰ ਅਸੀਂ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅਸੀਂ ਸਾਡਾ ਇਹ ਸਫ਼ਰ ਜਾਰੀ ਹੈ ਔਰ ਅੱਜ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਸਾਥ ਦੇਣ ਲਈ ਭਾਜੀ ਅਮੋਲਕ ਸਿੰਘ ਹੁਰੀ ਜਿਨ੍ਹਾਂ ਦਾ ਕਿ ਲੰਬਾ ਚੌੜਾ ਇਤਿਹਾਸ ਹੈ ਪੂਰੇ ਪੰਜਾਬ ਦੀਆਂ ਰੰਗਮੰਚ ਸਰਗਰਮੀਆਂ ਦੇ ਨਾਲ ਸਾਹਿਤਕ ਸਰਗਰਮੀਆਂ ਦੇ ਨਾਲ ਔਰ ਜਿਹੜੀਆਂ ਪ੍ਰੋਗਰੈਸਿਵ ਧਿਰਾਂ ਨੇ ਉਹਨਾਂ ਦੇ ਨਾਲ ਜਿਹੜਾ ਸਾਹਿਤਕ ਸਫ਼ਰ ਹੈ ਇਹਨਾਂ ਦਾ ਉਹ ਬਹੁਤ ਖੂਬਸੂਰਤ ਹੈ ਔਰ ਅਸੀਂ ਉਹ ਸਾਰੇ ਖੂਬਸੂਰਤ ਸਫ਼ਰ ਦੀਆਂ ਜਿਹੜੀਆਂ ਲਗਭਗ ਇਹਨਾਂ ਦਾ 50 ਸਾਲ ਦਾ ਸਫ਼ਰ ਹੈ ਇਹ ਸਾਰੇ ਸੰਗੀਤ ਦੇ ਨਾਲ ਜੁੜਿਆ ਹੋਇਆ ਰੰਗਮੰਚ ਨਾਲ ਜੁੜਿਆ ਹੋਇਆ ਸਾਹਿਤ ਨਾਲ ਜੁੜਿਆ ਹੋਇਆ ਨ੍ਰਿਤ ਦੀ ਵਿਧਾ ਨਾਲ ਜੁੜਿਆ ਹੋਇਆ ਔਰ ਇਹਨਾਂ ਨੇ ਜਿੰਨਾ ਪੰਜਾਬ ਦੇ ਵਿੱਚ ਕੰਮ ਕੀਤਾ ਔਰ ਯਾਨੀ ਕਿ ਇਹ ਟਾਵੇਂ ਟਾਵੇਂ ਬੰਦੇ ਦੇ ਵਾਸੀ ਦਾ ਹੀ ਉਹ ਕੰਮ ਹੁੰਦਾ ਹੈ ਔਰ ਅਮੋਲਕ ਸਿੰਘ ਹੋਰਾਂ ਨੂੰ ਮੈਂ ਤੇ ਸਮਝ ਲਓ ਕਿ ਮੈਂ ਉਦੋਂ ਦਾ ਹੀ ਜਾਣਦਾ ਆ ਜਦੋਂ ਤੋਂ ਮੈਂ ਰੰਗਮੰਚ ਦੇ ਲੇਖੇ ਲੱਗਾ ਗੁਰਸ਼ਰਨ ਭਾਜੀ ਦੇ ਲੇਖੇ ਲੱਗਾ ਔਰ 1978 ਤੋਂ ਜਦੋਂ ਮੈਂ ਗੁਰਸ਼ਰਨ ਭਾਜੀ ਨਾਲ ਜੁੜਿਆ ਤੇ ਮੈਂ ਉਦੋਂ ਤੋਂ ਹੀ ਮੈਂ ਨਿੱਕੇ ਹੁੰਦਿਆਂ ਤੋਂ ਹੀ ਇਹਨਾਂ ਨੂੰ ਮੈਂ ਹਰ ਸਟੇਜ ਤੇ ਜਿੱਥੇ ਵੀ ਅਸੀਂ ਜਾਣਾ ਹਰ ਸਟੇਜ ਤੇ ਅਮੋਲਕ ਸਿੰਘ ਹੋਰੀ ਸਪੀਚ ਦੇਣ ਵਾਸਤੇ ਪਹੁੰਚੇ ਹੁੰਦੇ ਸੀ ਔਰ ਉਹ ਇੱਕ ਅਜਿਹਾ ਦੌਰ ਵੀ ਸੀ ਕਿਉਂਕਿ ਗਾਉਂਦੇ ਵੀ ਬਹੁਤ ਵਧੀਆ ਰਹੇ ਨੇ ਔਰ ਇਹਨਾਂ ਦਾ ਬੜਾ ਪ੍ਰਸਿੱਧ ਗੀਤ ਹੁੰਦਾ ਸੀ ਦਿੱਲੀ ਦੀ ਹਕੂਮਤ ਨਹੀਂ ਲੋਕਾਂ ਦੀ ਇਹ ਵੈਰ ਨੇ ਲੋਕ ਹੜ ਲੈ ਜੂਗਾ ਹੜਾ ਜਾਗ ਪੈਣੀ ਲੋਕ ਹੁਣ ਝੱਲਣੀ ਨਹੀਂ ਧੌਂਸ ਤੇਰੀ ਕਾਨੂੰਨ ਲੈ ਬਣਾ ਯਾਨੀ ਅਜਿਹੇ ਗੀਤ ਨੇ ਡਰ ਹੋ ਕੇ ਗਾਉਣਾ ਸਟੇਜ ਦੇ ਉੱਤੋਂ ਤੇ ਇਹ ਅਮੋਲਕ ਸਿੰਘ ਹੋਰਾਂ ਦੇ ਹਿੱਸੇ ਆਇਆ ਅਮੋਲਕ ਸਿੰਘ ਹੋਰਾਂ ਨੇ ਜਿੱਥੇ ਸਿਰਫ ਗੁਰਸ਼ਰਨ ਭਾਜੀ ਨਹੀਂ ਹਾਲਾਂਕਿ ਉਹਨਾਂ ਸਮਿਆਂ 'ਚ ਜ਼ਿਆਦਾ ਗੁਰਸ਼ਰਨ ਭਾਜੀ ਹੁੰਦੇ ਸੀਗੇ ਜਦੋਂ ਅਸੀਂ ਭਾਜੀ ਨਾਲ ਜੁੜੇ ਕਿਉਂਕਿ ਉਦੋਂ ਅਜੇ ਅਜਮੇਰ ਔਲਖ ਹੋਰੀ ਉਦੋਂ ਹੀ ਆਏ ਸੀਗੇ ਇਸ ਫੀਲਡ ਵਿੱਚ 78 'ਚ ਉਹਨਾਂ ਦਾ ਗਰੁੱਪ ਬਣਿਆ ਤੇ 78 'ਚ ਜਦੋਂ ਮੈਂ ਭਾਜੀ ਨੂੰ ਜੁਆਇਨ ਕੀਤਾ ਤੇ ਭਾਜੀ ਕਿਉਂਕਿ ਉਸ ਤੋਂ ਪਹਿਲਾਂ ਹੀ ਇਸ ਫੀਲਡ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਸੀ ਤੇ ਅਮੋਲਕ ਹੋਰੀ ਉਸ ਤੋਂ ਵੀ ਪਹਿਲਾਂ ਸਾਰੇ ਹੀ ਉਹਨਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਨੇ ਉਹਨਾਂ ਦੇ ਨਾਟਕ ਪਿੰਡਾਂ ਤੱਕ ਪਹੁੰਚਾਉਣੇ ਪਿੰਡਾਂ ਦੀਆਂ ਸਟੇਜਾਂ ਲਵਾਉਣੀਆਂ ਉੱਥੇ ਹਰ ਤਰ੍ਹਾਂ ਦਾ ਇੰਤਜ਼ਾਮ ਕਰਨਾ ਇਹ ਅਮੋਲਕ ਸਿੰਘ ਹੋਰਾਂ ਦੇ ਪ੍ਰਬੰਧਕੀ ਕੰਮ ਵੀ ਸੀ ਇਹਨਾਂ ਗੀਤ ਲਿਖਣੇ ਵੀ ਗੀਤ ਬੋਲਣੇ ਵੀ ਔਰ ਸਟੇਜਾਂ ਦੇ ਉੱਤੇ ਲੋਕਾਂ ਨੂੰ ਇਕੱਠਿਆਂ ਕਰਨ ਲਈ ਇਕਜੁੱਟ ਕਰਨ ਲਈ ਔਰ ਜਿਹੜੇ ਅੱਤਵਾਦ ਦੇ ਦੌਰ ਵਿੱਚ ਵੀ ਇਹਨਾਂ ਨੇ ਕੰਮ ਕੀਤੇ ਔਰ ਹਰ ਸਟੇਜ ਤੇ ਪਹੁੰਚਣਾ ਔਰ ਕਈ ਵਾਰੀ ਭੇਸ ਵਟਾ ਕੇ ਵੀ ਪਹੁੰਚਣਾ ਕਿਉਂਕਿ ਇਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਸੀ ਕਿ ਅਮੋਲਕ ਸਿੰਘ ਜਿੱਥੇ ਵੀ ਕਿਤੇ ਨਜ਼ਰ ਆਵੇ ਉਹਨੂੰ ਨੱਪ ਲਓ ਤੇ ਅਮੋਲਕ ਸਿੰਘ ਨੇ ਕਿਤੇ ਡਰਨਾ ਨਾ ਪਰ ਫਿਰ ਵੀ ਸਾਨੂੰ ਅਚਾਨਕ ਪਤਾ ਲੱਗਣਾ ਕਿ ਸਟੇਜ ਤੇ ਹੁਣ ਅਮੋਲਕ ਸਿੰਘ ਹੋਰੀ ਬੋਲ ਰਹੇ ਆ ਔਰ ਇੱਕ ਵੇਲਾ ਇਹੋ ਜਿਹਾ ਵੀ ਆਇਆ ਕਿ ਸਾਹਮਣੇ ਉਹ ਗੋਲੀਆਂ ਵੀ ਚੱਲੀਆਂ ਨਾਟਕ ਤੋਂ ਬਾਅਦ ਉਹ ਸਾਰੇ ਸਮੇਂ ਅਮੋਲਕ ਸਿੰਘ ਹੋਰਾਂ ਨੇ ਹੰਡਾਏ ਇਹਨਾਂ ਗੀਤ ਵੀ ਲਿਖੇ ਨਾਟਕ ਵੀ ਲਿਖੇ ਨਾਟਕ ਕਰਵਾਏ ਵੀ ਗੀਤ ਵੀ ਕਰਵਾਏ ਗੀਤਾਂ ਦੀਆਂ ਰਿਕਾਰਡਿੰਗ ਕਰਵਾਈਆਂ ਕੈਸਟਾਂ ਕਢਾਈਆਂ ਪਲਸ ਮੰਚ ਦੇ ਬਾਨੀਆਂ ਦੇ ਵਿੱਚੋਂ ਮੋਢੀਆਂ ਦੇ ਵਿੱਚੋਂ ਅਮੋਲਕ ਸਿੰਘ ਹੋਰੀ ਯਾਨੀ ਕਿ ਜਿਹੜੇ ਕਿ ਕਹਿ ਲਓ ਕਿ ਸਭ ਤੋਂ ਮੇਜਰ ਰੋਲ ਜਿਨ੍ਹਾਂ ਨੇ ਨਿਭਾਇਆ ਭਾਜੀ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਹਰ ਸਮੇਂ ਜਿਨ੍ਹਾਂ ਨੇ ਕੰਮ ਕੀਤਾ ਪਲਸ ਮੰਚ ਦੇ ਹੁਣ ਵੀ ਪ੍ਰਧਾਨ ਨੇ ਔਰ ਕਈ ਇਹਨਾਂ ਨੇ ਗਦਰੀ ਬਾਬਿਆਂ ਦੇ ਮੇਲਿਆਂ ਦੀਆਂ ਜਿਹੜੀ ਸੱਭਿਆਚਾਰਕ ਜਿਹੜੇ ਪ੍ਰੋਗਰਾਮਾਂ ਦਾ ਇੱਕ ਤਰਤੀਬ ਦੇਣੀ ਜਿਹੜੀ ਉਹ ਅਮੋਲਕ ਸਿੰਘ ਹੋਰਾਂ ਦੇ ਹਿੱਸੇ ਆਈ ਹਰ ਥਾਂ ਦੇ ਉੱਤੇ ਜਿੱਥੇ ਵੀ ਸਾਨੂੰ ਲੋੜ ਪਵੇ ਵੀ ਕੋਈ ਵੱਡਾ ਇਕੱਠ ਕਰਨਾ ਤਾਂ ਕਿੰਨੇ ਕਰਨਾ ਅਮੋਲਕ ਸਿੰਘ ਨੇ ਕਰਨਾ ਯਾਨੀ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈ ਵੱਡੇ ਤੋਂ ਵੱਡਾ ਜਿਹੜਾ ਅਮੋਲਕ ਸਿੰਘ ਨੂੰ ਹਰ ਸਮੇਂ ਤੁਸੀਂ ਸਫ਼ਰ 'ਚ ਵੇਖੋਗੇ ਬੱਸਾਂ 'ਚ ਵੇਖੋਗੇ ਅੱਜ ਉਹ ਬਠਿੰਡੇ ਆ ਕੱਲ ਉਹ ਸੰਗਰੂਰ ਹੈ ਪਰਸੋਂ ਨਵਾਂ ਸ਼ਹਿਰ ਹੈ ਸ਼ਾਮ ਨੂੰ ਨਵੇਂ ਸ਼ਹਿਰ ਤੋਂ ਉਸ ਨੇ ਫਲੋਰ ਪਹੁੰਚੇ ਹੋਣਾ ਫਲੋਰ ਤੋਂ ਰਾਤੋਂ ਰਾਤ ਲੁਧਿਆਣੇ ਤੋਂ ਜਗਰਾਓਂ ਇਹ ਸਫ਼ਰ ਦੇ ਸਾਰੇ ਕੰਮ ਜਿਹੜੇ ਆ ਪ੍ਰੋਗਰੈਸਿਵ ਧਿਰਾਂ ਨਾਲ ਜੁੜ ਕੇ ਕਰਨ ਦੇ ਅਮੋਲਕ ਸਿੰਘ ਹੋਰਾਂ ਦੇ ਹਿੱਸੇ ਇਹ ਕੰਮ ਆਏ ਇਹਨਾਂ ਨੇ ਪੜ੍ਹਾਈ ਕੀਤੀ ਇੰਜੀਨੀਅਰਿੰਗ ਦੀ ਔਰ ਫਿਰ ਇਹ ਇਸ ਤਰ੍ਹਾਂ ਦੇ ਸੱਭਿਆਚਾਰਕ ਕਾਮੇ ਵਜੋਂ ਮੈਂ ਸੱਭਿਆਚਾਰਕ ਕਾਮਾ ਅਗਰ ਲਫ਼ਜ਼ ਕਵਾਂ ਤੇ ਬਹੁਤ ਵੱਡਾ ਲਫ਼ਜ਼ ਹੈ ਕਿਉਂਕਿ ਸੱਭਿਆਚਾਰਕ ਕਾਮੇ ਜਿਹੜੇ ਆ ਦੁਨੀਆ ਭਰ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਕਿ ਜਿਹੜੇ ਸੱਭਿਆਚਾਰ ਨੂੰ ਪ੍ਰਮੋਟ ਵੀ ਕਰਦੇ ਆ ਔਰ ਲੋਕਾਈ ਦਾ ਸੱਭਿਆਚਾਰ ਜਿਹੜਾ ਹੈ ਉਹਨੂੰ ਨਾਲ ਲੈ ਕੇ ਤੁਰਦੇ ਆ ਔਰ ਲੋਕਾਈ ਦੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਔਰ
ਉਹ ਸਾਰੇ ਸੱਭਿਆਚਾਰ ਦੀ ਗੱਲ ਜਿਹੜੀ ਆ ਉਹ ਸਾਰੀ ਸਾਂਭ ਸੰਭਾਲ ਦੀ ਗੱਲ ਅਮੋਲਕ ਭਾਜੀ ਹੋਰਾਂ ਦੇ ਨਾਲ ਕਰਾਂਗੇ। ਅੱਜ ਮੈਂ ਇਸੇ ਕਰਕੇ ਕਿਸੇ ਹੋਰ ਤੇ ਦੋਸਤ ਦੀ ਕੋਈ ਇੰਟਰਵਿਊ ਨਾਲ ਨਹੀਂ ਰੱਖੀ, ਕਿਉਂਕਿ ਮੈਨੂੰ ਪਤਾ ਅਮੋਲਕ ਭਾਜੀ ਨਾਲ ਗੱਲਾਂ ਕਰਦਿਆਂ ਮੈਨੂੰ ਲੰਮਾ ਸਮਾਂ ਲੱਗ ਜਾਣਾ। ਇਹਨਾਂ ਦਾ ਬਹੁਤ ਲੰਬਾ ਤਜਰਬਾ ਇਸ ਫੀਲਡ ਵਿੱਚ, ਔਰ ਇਹਨਾਂ ਨੇ ਸਿਰਫ ਪੰਜਾਬ ਹੀ ਨਹੀਂ, ਪੂਰੇ ਹਿੰਦੁਸਤਾਨ, ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਵੀ ਜਿਸ ਤਰ੍ਹਾਂ ਦੇ ਸੁਨੇਹੇ ਦਿੱਤੇ ਔਰ ਲੋਕਾਈ ਦੇ ਸੱਭਿਆਚਾਰਾਂ ਨੂੰ ਸੰਭਣ ਲਈ, ਉਹ ਬਹੁਤ ਵੱਡੀ ਗੱਲ ਹੈ। ਅਮੋਲਕ ਭਾਜੀ, ਮੈਂ ਤੁਹਾਡੇ ਬਾਰੇ ਮੈਂ ਇਕੱਲਾ ਹੀ ਇੰਨੀਆਂ ਗੱਲਾਂ ਕਰ ਸਕਦਾ ਕਿ ਮੇਰਾ ਕੰਮ ਬਹੁਤ ਸੌਖਾ ਕਰ ਦਿੱਤਾ ਤੁਸੀਂ। ਨਹੀਂ, ਪਰ ਇਹ ਗੱਲਾਂ ਜਿਹੜੀਆਂ ਨੇ ਮੈਨੂੰ ਇੰਜ ਲੱਗਦਾ ਹੈ ਕਿ ਮੈਨੂੰ ਚਾਹ ਹੈ ਕਿ ਅੱਜ ਮੈਂ ਅਮੋਲਕ ਭਾਜੀ ਨਾਲ ਗੱਲਾਂ ਕਰਦਾ। ਮੇਰੇ ਨਾਲ ਬੜੀ ਦੁਨੀਆ ਗੱਲਾਂ ਕਰਦੀ ਹੈ, ਪਰ ਮੈਨੂੰ ਇਹ ਚੰਗਾ ਲੱਗ ਰਿਹਾ ਮੈਂ ਅੱਜ ਅਮੋਲਕ ਹੋਰਾਂ ਨਾਲ ਮੈਂ ਗੱਲਾਂ ਕਰ ਰਿਹਾ। ਤੇ ਬਹੁਤ ਸ਼ੁਕਰੀਆ ਭਾਜੀ, ਤੁਹਾਨੂੰ ਤੁਸੀਂ ਇਹ ਖੂਬਸੂਰਤ ਮੌਕਾ ਦਿੱਤਾ। ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਦਾ ਸਭਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ। ਤੁਹਾਡਾ ਇੱਕ ਵਾਰ ਫੇਰ ਤਹਿ ਦਿਲੋਂ ਸ਼ੁਕਰੀਆ ਜੀ। ਅਮੋਲਕ ਭਾਜੀ, ਸਾਡੇ ਨਾਲ ਜਗਜੀਤ ਸਰੀਨ ਹੋਰੀ ਵੀ ਚੰਡੀਗੜ੍ਹ ਤੋਂ ਜੁੜੇ ਹੋਏ ਨੇ, ਔਰ ਅਸੀਂ ਹੁਣ ਮੈਂ ਮੁੱਢੋਂ ਸੁੱਢੋਂ ਤੁਹਾਡੇ ਕੋਲ ਅੱਜ ਜਾਣਨਾ ਚਾਹਾਂਗਾ ਕਿ ਤੁਸੀਂ, ਕਿਉਂਕਿ ਜਿਸ ਇਲਾਕੇ ਤੋਂ, ਮਾਲਵੇ ਤੋਂ ਆਏ, ਪਿੰਡ ਤੋਂ ਉੱਠ ਕੇ ਤੁਸੀਂ ਸ਼ਹਿਰ ਦੇ ਵਿੱਚ ਪੜ੍ਹਾਈ ਵੀ ਕੀਤੀ, ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਪਰ ਇਹ ਜਿਹੜੇ ਸੱਭਿਆਚਾਰਕ ਜਿਹੜੇ ਇੱਕ ਕਾਮੇ ਵਜੋਂ ਜਾਂ ਨਾਟਕਾਂ ਦੀ ਦੁਨੀਆ ਨਾਲ, ਸੰਗੀਤ ਦੀ ਦੁਨੀਆ ਨਾਲ ਇੰਨਾ ਪਿਆਰ, ਲੋਕਾਂ ਦੇ ਕਹਿ ਲਓ ਕਿ ਹਰ ਕੰਮ ਦੇ ਲਈ ਤੁਸੀਂ ਲੋਕਾਂ ਦੇ ਹੱਕਾਂ ਦੀ ਰਖਵਾਲੀ ਲਈ ਜਿਹੜੇ ਕੰਮ ਕੀਤੇ, ਇਹ ਸਫ਼ਰ ਤੁਹਾਡਾ ਕਿੱਦਾਂ ਸ਼ੁਰੂ ਹੋਇਆ? ਨਿੱਕੇ ਹੁੰਦਿਆਂ ਕੋਈ ਏਦਾਂ ਦੀ ਜਾਗ ਲੱਗੀ ਸੀ ਜਾਂ ਕਾਲਜ ਜਾ ਕੇ ਇਹ ਕੰਮ ਸ਼ੁਰੂ ਹੋਇਆ? ਕੇਵਲ ਧਾਲੀਵਾਲ ਭਾਜੀ, ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਸੀ, ਮੇਰੇ ਉਹ ਟੀਚਰ ਅਜੈਬ ਸਿੰਘ ਹਾਂਸ ਜਗਰਾਉਂ ਦੇ ਲਾਗੇ। ਇੱਕ ਅਮੋਲਕ ਭਾਜੀ, ਤੁਹਾਡਾ ਪਿੰਡ ਤੇ ਸਕੂਲ ਦੇ ਨਾਮ ਜ਼ਰੂਰ ਦੱਸਦੇ ਜਾਇਓ, ਸਾਲ ਇਹ ਉਹ ਸਾਰੇ, ਇਹ ਕਿਉਂਕਿ ਸਾਡਾ ਇਤਿਹਾਸ ਬਣਨਾ ਹੈ ਸਾਰਾ, ਜਿਹਦੇ ਵਿੱਚ ਸਾਰਾ ਕੁਝ ਸਾਂਭਿਆ ਜਾਏ ਜੀ। ਮੇਰਾ ਪਿੰਡ ਜੀ ਜ਼ਿਲ੍ਹਾ ਲੁਧਿਆਣਾ ਚ ਸਾਹਨੇਵਾਲ ਦੇ ਕੋਲ ਦਰਾਹਾ ਦੇ ਲਾਗੇ ਪਿੰਡ ਦੁਗਰੀ ਹੈ। ਜਿਹੜੀ ਲੁਧਿਆਣਾ ਦੇ ਵਿੱਚ ਦੁਗਰੀ ਆ ਗਈ, ਜਿਵੇਂ ਇੱਕਦਮ ਕਹਿੰਦੇ ਚਮਕੀਲੇ ਵਾਲੀ, ਉਹ ਦੁਗਰੀ ਨਹੀਂ ਹੈ, ਇਹ ਦੁਗਰੀ ਹੋਰ ਹੈ। ਸਾਹਨੇਵਾਲ ਤੇ ਦਰਾਹਾ ਦੇ ਲਾਗੇ ਪਿੰਡ ਦੁਗਰੀ ਹੈ, ਉੱਥੇ ਮੇਰਾ ਜਨਮ ਹੋਇਆ। ਔਰ ਉੱਥੇ ਮੈਂ ਪਿੰਡ ਦੇ ਵਿੱਚ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਿਆ। ਜਿਸ ਮੌਕੇ ਮੈਂ ਪ੍ਰਾਇਮਰੀ ਸਕੂਲ ਚ ਪੜ੍ਹਦਾ ਸੀ, ਮੇਰੇ ਜਿਹੜੇ ਅਧਿਆਪਕ ਸੀ ਉਹਨਾਂ ਦਾ ਨਾਂ ਸੀ ਅਜੈਬ ਸਿੰਘ ਹਾਂਸ। ਜਗਰਾਉਂ ਦੇ ਲਾਗੇ ਪਿੰਡ ਪੈਂਦਾ ਉਹਨਾਂ ਦਾ ਹਾਂਸ, ਉੱਥੋਂ ਦੇ ਸੀ ਉਹ, ਅੱਜ ਵੀ ਜਿੰਦਾ ਨੇ ਜੀ। ਉਸ ਮੌਕੇ ਮੈਂ ਕਲਾਸ ਦੇ ਵਿੱਚ ਖੇਮਾ ਸਾਹਿਬ ਦੱਸੂਗਾ, ਮੈਂ ਮੋਨੀਟਰ ਹੁੰਦਾ ਸੀ, ਰਿਹਰਸਲ ਕਰਾਉਣੀ, ਸਵੇਰੇ ਪ੍ਰੇਅਰ ਕਰਵਾਉਣੀ, ਉਹਦੀ ਮੋਨੀਟਰਿੰਗ ਕਰਨੀ। ਤਾਂ ਉਸ ਮੌਕੇ ਦੇ ਉੱਤੇ ਮੈਨੂੰ ਉਹਨਾਂ ਨੇ ਇੱਕ ਗੀਤ ਦਿੱਤਾ, ਮੈਂ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਨੀ ਚਾਹਾਂਗਾ, ਉਸੇ ਤਰ੍ਹਾਂ ਹੀ ਦੱਸਾਂਗਾ। ਉਹ ਮੈਂ ਗੀਤ ਬਹੁਤ ਉਸ ਮੌਕੇ ਤੀਜੀ ਚੌਥੀ ਜਮਾਤ ਚ ਬੋਲਦਾ ਸੀ, ਕੀ ਕਰੀਏ ਭਗਵਾਨ ਕੇ ਚੀਜ਼ਾਂ ਜਾ ਚੜੀਆਂ, ਅਸਮਾਨ ਗੁਜ਼ਾਰਾ ਮੁਸ਼ਕਲ ਹੈ। ਇਹ ਦੂਜੀ ਤੀਜੀ ਕਲਾਸ ਦੇ ਵਿੱਚ ਮੈਨੂੰ ਇਹ ਗੀਤ ਮਿਲਿਆ। ਮੇਰਾ ਟੀਚਰ ਵੀ ਇਹਦੇ ਜਿਉਂਦਾ ਹੈ। ਜਦੋਂ ਮੈਂ ਹਾਈ ਸਕੂਲ ਚ ਗਿਆ, ਉਹ ਵੀ ਮੇਰਾ ਟੀਚਰ ਹਾਲੇ ਜਿਉਂਦਾ ਹੈ, ਗੁਰਦੇਵ ਸਿੰਘ ਘਵੱਦੀ ਕਲਾਂ। ਉਹ ਉਸ ਮੌਕੇ ਮੈਂ ਇੱਕ ਕਵਿਤਾ ਬੋਲੀ 7ਵੀਂ ਜਮਾਤ ਦੇ ਵਿੱਚ, ਜਦੋਂ ਮੈਂ ਫਸਟ ਆਇਆ ਬਲਾਕ ਦੇ ਵਿੱਚੋਂ। ਉਹ ਕਵਿਤਾ ਮੈਨੂੰ ਅੱਜ ਤੱਕ ਯਾਦ ਹੈ। ਉਹ ਕਵਿਤਾ ਸੀ, ਹੇ ਬਾਬਾ ਨਾਨਕ ਤੇਰੇ ਨਾਂ ਤੇ ਵੱਡੀਆਂ ਵੱਡੀਆਂ ਮਿੱਲਾਂ ਚੱਲਣ, ਰੋਜ਼ ਜਿਨ੍ਹਾਂ ਵਿੱਚ ਭਾਈ ਲਾਲੂਆਂ ਦੇ ਹੱਡ ਪਿਸਦੇ, ਤੇ ਜਿਨ੍ਹਾਂ ਦੇ ਮਾਲਕ ਭਾਗੋ ਪਛਤਾਪ ਨਹੀਂ ਕਰਦੇ ਦਿਸਦੇ। ਕੀ ਬਾਤ ਹੈ। ਮੇਰੇ ਉਸ ਟੀਚਰ ਦੇ ਕੋਲੇ ਮਤਲਬ ਉੱਥੇ ਦੇਵ ਥਰੀਕਿਆਂ ਵਾਲਾ ਵੀ ਆਇਆ ਕਰਦਾ ਸੀ, ਹਰਦੇਵ ਥਰੀਕਿਆਂ ਵਾਲਾ, ਅੱਜ ਵੀ ਜਿੰਦਾ ਨੇ, ਅੱਜ ਵੀ ਮੈਨੂੰ ਮਿਲਦੇ ਨੇ, ਬਹੁਤ ਮੁਹੱਬਤ ਕਰਦੇ ਨੇ। ਤੇ ਉਹਨਾਂ ਨੇ ਮੈਨੂੰ 4 ਸਾਲ ਪਹਿਲਾਂ ਕਿਹਾ ਕਿ 1 ਮਈ ਨੂੰ ਪੰਜਾਬੀ ਭਵਨ ਸਟੇਜ ਤੋਂ ਅਮੋਲਕ ਮੇਰਾ ਨਾਂ ਲੈ ਕੇ ਤੂੰ ਕਹਿ ਦੇਈਂ ਕਿ ਹਰਦੇਵ ਥਰੀਕਿਆਂ ਵਾਲੇ ਦਾ ਇਹ ਕਹਿਣਾ ਹੈ ਕਿ ਅਸੀਂ ਤਾਂ ਐਵੇਂ ਵਪਾਰ ਲਈ ਗੀਤ ਲਿਖੇ ਨੇ, ਅਸਲ 'ਚ ਤਾਂ ਗੀਤਾਂ ਦੀ ਸਿਰਜਣਾ ਤੁਸੀਂ ਕਰਦੇ। ਉਹਨਾਂ ਦੇ ਹਵਾਲੇ ਨਾ ਕਰੇ, ਕਿਉਂਕਿ ਉਹ ਮੈਨੂੰ 6ਵੀਂ 7ਵੀਂ 8ਵੀਂ 9ਵੀਂ 10ਵੀਂ ਤੱਕ ਦੀਆਂ ਕਲਾਸਾਂ 'ਚ ਗੁਰਦੇਵ ਸਿੰਘ ਘਵੱਦੀ ਕਲਾਂ ਦੇ ਜਿਹੜਾ ਮੇਰਾ ਟੀਚਰ ਸੀ ਪੰਜਾਬੀ ਦਾ, ਉਹਦੇ ਉਹ ਦੋਸਤ ਸੀਗੇ। ਗੌਰਮੈਂਟ ਹਾਈ ਸਕੂਲ ਸਾਹਨੇਵਾਲ ਦੇ ਵਿੱਚ ਉੱਥੇ ਆਇਆ ਕਰਦੇ ਸੀਗੇ, ਤੇ ਉੱਥੋਂ ਅਸੀਂ ਇਹ ਜਾਗ ਲੱਗਿਆ। ਤੇ ਖਾਸ ਕਰਕੇ ਮੈਨੂੰ ਝਟਕਾ ਉਦੋਂ ਲੱਗਿਆ ਜਦੋਂ ਜਿਹੜਾ ਮੈਨੂੰ ਇੱਕ ਸਿਲਵਰ ਟਾਈਪ ਦਾ ਚਾਂਦੀ ਜੀ ਦਾ ਕੱਪ ਮਿਲਿਆ, ਜਦੋਂ ਮੈਂ ਆਪਣੀ ਮਾਂ ਨੂੰ ਉਹ ਜਾ ਕੇ ਖੁਸ਼ੀ ਸਾਂਝੀ ਕਰਨ ਲੱਗਿਆ। ਤਾਂ ਉਸ ਮੌਕੇ ਮੇਰੀ ਮਾਂ ਦੇ ਅੱਗੇ ਮਤਲਬ ਗੱਡੇ ਜਿੰਨਾ ਗੋਹੇ ਦਾ ਢੇਰ ਲੱਗਿਆ ਹੋਇਆ ਸੀ, ਉਹ ਪਾਥੀਆਂ ਪੱਥ ਰਹੀ ਸੀ। ਜਦੋਂ ਮੈਂ ਉਹਨੂੰ ਕਿਹਾ ਕਿ ਤੇਰਾ ਪੁੱਤ ਫਸਟ ਵੀ ਆਇਆ ਕਲਾਸ ਦੇ ਵਿੱਚੋਂ ਵੀ, ਤੇ ਬਲਾਕ ਦੇ ਵੱਡੀ ਪੱਧਰ ਤੇ ਮੁਕਾਬਲੇ ਸੀ ਉਹਦੇ ਚ ਕਵਿਤਾ ਦੇ ਵਿੱਚੋਂ ਵੀ, ਮੇਰੀ ਮਾਂ ਕਹਿੰਦੀ ਚਲੋ ਚੰਗਾ ਹੋਇਆ ਪੁੱਤ। ਉਹ ਉੱਠ ਕੇ, ਮੇਰਾ ਦਿਲ ਕਰਦਾ ਸੀ ਕਿ ਮੈਨੂੰ ਬੁੱਕਲ ਚ ਲਊਗੀ, ਪਰ ਉਹਦੇ ਅੱਗੇ ਜਿਹੜਾ ਗੋਹੇ ਦਾ ਏਡਾ ਵੱਡਾ ਢੇਰ ਲੱਗਿਆ ਸੀ, ਉਹਨੂੰ ਤਾਂ ਚਿੰਤਾ ਉਹਦੀ ਸੀ ਨਾ ਕਿ ਮੈਂ ਇਹਦੀਆਂ ਪਾਥੀਆਂ ਜਿਹੜੀਆਂ ਨੇ ਬਣਾਉਣੀਆਂ ਨੇ, ਤੇ ਇਹ ਕੰਮ ਕਰਨਾ, ਉੱਤੋਂ ਧੁੱਪ ਚੜੀ ਆ ਰਹੀ ਆ, ਤੇ ਉਹਨੂੰ ਉਹ ਫਿਕਰ ਸੀ।
ਤੇ ਇਹ ਮੇਰੇ ਬਰਸ਼ੀ ਵਾਂਗ ਗੱਲ ਖੁੱਭ ਗਈ। ਇਹਨੂੰ ਜਦੋਂ ਵੀ ਮੈਂ ਅੱਜ ਜੋੜ ਕੇ ਦੇਖਦਾ ਤਾਂ ਮੈਨੂੰ ਵਧੂਆ ਵੀ ਫਿਰ ਭਾਈ ਗੁਰਸਰਨ ਸਿੰਘ ਜੀ ਹੋਰਾਂ ਵਧੂਆ ਵੀ ਯਾਦ ਆਉਂਦਾ ਹੈ ਕਿ ਵਧੂਆ ਸਿਰਫ ਝਾੜੂ ਵਾਲਾ ਕਿਰਤੀ ਕਾਮਾ ਦਲਿਤ ਪਰਿਵਾਰ ਦਾ ਹੀ ਨਹੀਂ ਹੁੰਦਾ। ਜੇ ਕਿਸਾਨੀ ਗਰੀਬ ਕਿਸਾਨੀ ਦੇ ਪਰਿਵਾਰ 'ਚ ਤੁਸੀਂ ਜਨਮ ਲਿਆ ਤਾਂ ਉੱਥੇ ਵੀ ਤੁਹਾਡੀਆਂ ਮਾਵਾਂ ਦੇ ਅੱਗੇ ਲੱਗੇ ਹੋਏ ਗੋਹੇ ਦੇ ਢੇਰ ਮੈਨੂੰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੱਗਿਆ ਹੈ ਢੇਰ ਦਿਖਾਈ ਦਿੰਦਾ ਅੱਜ ਤੱਕ ਵੀ ਉਹ। ਤੇ ਉਸ ਹਾਈ ਸਕੂਲ ਤੇ ਮੌਕੇ ਤੇ ਵੀ ਅਸੀਂ ਕਾਫੀ ਗੀਤ ਸੰਗੀਤ ਜਿਹੜਾ ਸਨਿਚਰਵਾਰ ਨੂੰ ਬਾਲ ਦਰਬਾਰ ਹੁੰਦਾ ਸੀ ਉਹ ਬੋਲਦੇ ਰਹਿੰਦੇ ਸੀ। ਜਦੋਂ ਮੈਂ ਗੁਰੂ ਨਾਨਕ ਜੀ ਕਾਲਜ ਤੀਜੇ ਸਟੈਪ ਤੇ ਆਇਆ, ਪਹਿਲਾਂ ਪ੍ਰਾਇਮਰੀ 'ਚ ਵੀ ਮੈਨੂੰ ਟੀਚਰ ਵਧੀਆ ਮਿਲੇ, ਗੁਰਦੇਵ ਆਪਣੇ ਸਾਡੇ ਅਜੈਬ ਸਿੰਘ ਹਾਂਸ। ਹਾਈ ਸਕੂਲ 'ਚ ਵੀ ਟੀਚਰ ਵਧੀਆ ਮਿਲੇ, ਗੁਰਦੇਵ ਸਿੰਘ ਜੀ। ਤੇ ਜਦੋਂ ਮੈਂ ਗੁਰੂ ਨਾਨਕ ਜੀ ਕਾਲਜ ਆਇਆ ਤੇ ਮੇਰੇ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ, ਬਹੁਤ ਵੱਡੇ ਹਿਸਟੋਰੀਅਨ ਨੇ, ਉਹ ਮਿਲੇ। ਉਹਨਾਂ ਦਾ ਸਾਨੂੰ ਜਾਗ ਲੱਗਿਆ ਤੇ ਅਸੀਂ ਉੱਥੇ ਕਾਲਜ ਦੇ ਵਿੱਚ ਜੁੜੇ। ਤਾਂ ਕਾਲਜ ਦੇ ਵਿੱਚ ਅਸੀਂ ਫਿਰ ਗੁਰਸ਼ਰਨ ਭਾਜੀ ਉਹਨਾਂ ਨੂੰ ਬੁਲਾਉਣ ਲੱਗੇ। ਮੈਨੂੰ ਅੱਜ ਤੱਕ ਯਾਦ ਹੈ ਕਿ ਗੁਰਸ਼ਰਨ ਭਾਜੀ ਸਾਡੇ ਕਾਲਜ ਗੁਰੂ ਨਾਨਕ ਜੀ ਕਾਲਜ ਦੇ ਸਟੇਡੀਅਮ ਦੇ ਵਿੱਚ ਆਉਣ ਲੱਗੇ। ਇਹ ਕਿਹੜਾ ਸਾਲ ਸੀ? ਇਹ 1971 ਤੇ 1972 ਦਾ ਸਾਲ ਹੈ। ਤੇ 5 ਤੇ 7 ਅਕਤੂਬਰ 1972 ਨੂੰ ਮੋਗੇ ਮਤਲਬ ਵਿਦਿਆਰਥੀਆਂ ਦੇ ਉੱਤੇ ਜਿਹੜੀ ਹੈਗੀ ਆ, ਅਸੀਂ ਹੱਕੀ ਮੰਗਾਂ ਲਈ ਲੜ ਰਹੇ ਸੀ, ਵਿਦਿਆਰਥੀਆਂ ਤੇ ਗੋਲੀ ਚੱਲ ਗਈ। 5-6 ਭੈਣਾਂ ਦਾ ਭਰਾ ਹਰਜੀਤ ਸਿੰਘ ਚੜਿੱਕ ਮੋਗੇ ਦੇ ਲਾਗੇ ਦਾ ਵਿਦਿਆਰਥੀ, ਉਹ ਸ਼ਹੀਦ ਹੋ ਗਿਆ। ਜਦੋਂ ਉਹਨਾਂ ਦੀ ਪਿੰਡ ਡੈਡ ਬੋਡੀ ਲੈ ਕੇ ਗਏ ਤਾਂ ਉਹਦੀਆਂ ਭੈਣਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਰੋਂਦੀਆਂ ਸੀ ਕਿ ਸਾਡੇ ਗੁੱਟ ਤੇ ਰੱਖੜੀ, ਅਸੀਂ ਕਿਹੜੇ ਗੁੱਟ ਤੇ ਰੱਖੜੀ ਬੰਨਾਂਗੇ। ਤੇ ਬਹੁਤ ਸਾਰੇ ਨੌਜਵਾਨ ਸਾਡੇ ਵਰਗੇ ਸੀ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਗੁੱਟਾਂ ਦੀ ਗਿਣਤੀ ਨਹੀਂ ਕਰ ਸਕੋਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿ ਤੁਹਾਡੇ ਵਾਸਤੇ ਗੁੱਟ ਕਿੰਨੇ ਖੜੇ ਹੋਣਗੇ। ਸੋ ਉਹ ਕਾਲਜ ਦੇ ਦੌਰ ਦੇ ਅੰਦਰ ਸਾਡੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਸ ਮੌਕੇ ਪਹਿਲੇ ਦੌਰ 'ਚ ਕਿਹਾ ਜਾਂਦਾ ਸੀ ਕਿ ਸਾਡੇ ਇੰਜੀਨੀਅਰਿੰਗ ਕਾਲਜ ਦੀਆਂ ਕੰਧਾਂ ਤੇ ਕਿਸੇ ਵੇਲੇ ਲਿਖਿਆ ਹੁੰਦਾ ਸੀ, ਤੇਰਾ ਜਮਾ ਮੇਰਾ ਨਾਂ ਲੋਕ ਬਰਾਬਰ ਹੈ, ਇਸ਼ਕ ਕਹਿੰਦੇ ਨੇ। ਸਾਡੇ ਦੌਰ 'ਚ ਕੰਧਾਂ ਦੇ ਉੱਤੋਂ ਉਹ ਨਾਅਰੇ ਬਦਲ ਗਏ ਸੀ। ਤੇਰਾ ਜਮਾ ਮੇਰਾ ਨਾਂ ਬਰਾਬਰ ਵੀਤਨਾਮ ਕਹਿੰਦੇ ਨੇ, ਤੇਰਾ ਜਮਾ ਮੇਰਾ ਨਾਂ ਬਰਾਬਰ ਭਗਤ ਸਿੰਘ ਕਹਿੰਦੇ ਨੇ ਜੀ। ਯਾਨੀ ਸਾਡੇ ਰੋਜ਼ਾਨਾ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਅੱਜ ਹੋਸਟਲ ਦੇ ਵਿੱਚੋਂ 4 ਬੋਰੀਆਂ ਚਾਈਨੀ ਲਿਟਰੇਚਰ ਮਿਲ ਗਿਆ ਜੀ, ਪਕੜੇ ਗਏ ਨੌਜਵਾਨ ਮੁੰਡੇ ਪਕੜੇ ਗਏ। ਤੇ ਮੇਰੇ ਨਾਲੋਂ ਅਗਲੀ ਕਲਾਸਾਂ ਦੇ ਵਿੱਚ ਹੁੰਦਾ ਸੀਗਾ ਖੇਤ ਮਜ਼ਦੂਰਾਂ ਦੇ ਪਰਿਵਾਰ ਦਾ ਬਖਸ਼ੀਸ਼ ਸਿੰਘ ਮੋਰ ਕਰੀਮਾ, ਤੇ ਉਸ ਨੂੰ ਨਵੇਂ ਸ਼ਹਿਰ ਪਕੜ ਲਿਆ। ਜਦੋਂ ਉਹਨੂੰ ਪਕੜ ਲਿਆ ਤਾਂ ਉਹਨੇ ਆਪਣੇ ਡੱਬ ਦੇ ਵਿੱਚੋਂ ਖਿੱਚ ਕੇ ਇੱਕ ਜਿਹੜਾ ਹੈ ਉਹ ਮਤਲਬ ਬੰਬ ਚਲਾ ਦਿੱਤਾ ਸੀ। 5-6 ਪੁਲਿਸ ਵਾਲੇ ਮਾਰੇ ਗਏ। ਇੱਕੋ ਇੱਕ ਅਸਲ 'ਚ ਮੁਕਾਬਲਾ ਹੈ, ਬਾਕੀ ਦੇ 85-90 ਝੂਠੇ ਮੁਕਾਬਲੇ ਨੇ ਪੰਜਾਬ ਦੇ ਵਿੱਚ ਉਸ ਦੌਰ ਦੇ ਵਿੱਚ ਜਿਹੜੇ ਸ਼ਹੀਦ ਹੋਏ। 80-82 ਸਾਲ ਬਾਬਾ ਬੂਝਾ ਸਿੰਘ ਵਰਗੇ ਵੀ ਸ਼ਹੀਦ ਹੋਏ ਉਸ ਮੌਕੇ। ਸਾਰੇ ਮੁਕਾਬਲੇ ਬਾਕੀ ਝੂਠੇ ਨੇ ਜਿਹੜੇ ਬਾਦਲ ਦੇ ਦੌਰ 'ਚ ਉਸ ਮੌਕੇ ਚੱਲੇ ਵੱਖ-ਵੱਖ ਸਮਿਆਂ ਦੇ। ਤੇ ਮੁੜ ਕੇ ਦੂਜੀਆਂ ਸਰਕਾਰਾਂ ਆਈਆਂ ਉਹਨਾਂ ਨੇ ਵੀ ਉਹੀ ਕੰਮ ਕਰੇ ਤੇ ਉਹ ਸੀ। ਇਹਨਾਂ ਦਾ ਸਾਡੇ ਤੇ ਬਹੁਤ ਅਸਰ ਪਿਆ। ਫਿਰ ਮੇਰੇ ਪਿੰਡ ਤੋਂ ਬਿਲਕੁਲ ਲਾਗੇ ਦਰਾਹੇ ਤੋਂ ਤਰਸੇਮ ਬਾਬਾ ਸੀ। ਤਰਸੇਮ ਬਾਬਾ ਨੂੰ ਲੁਧਿਆਣੇ ਦੇ ਬੱਸ ਅੱਡੇ ਤੋਂ ਫੜ ਲਿਆ। ਫੜ ਕੇ ਲਿਜਾ ਕੇ ਸਾਰੀ ਰਾਤ ਤਸ਼ੱਦਦ ਕਰਨ ਤੋਂ ਬਾਅਦ ਜਰਗੜੀ ਦੇ ਪੁਲ ਦੇ ਉੱਤੇ ਲਿਜਾ ਕੇ, ਜਰਗ ਦੇ ਕੋਲੇ ਮਲੇਰਕੋਟਲੇ ਤੋਂ ਜੇ ਅਸੀਂ ਖੰਨੇ ਨੂੰ ਆਈਏ, ਉੱਥੇ ਲਿਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੋ ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਮੇਰੇ ਗੀਤਾਂ 'ਚ, ਮੇਰੇ ਰੰਗਮੰਚ ਦੇ ਵਿੱਚ ਜੁੜਨ ਲੱਗੀਆਂ। ਮੈਂ ਫਿਰ ਲਿਖਣ ਲੱਗਿਆ ਵੀ ਦੂਸਰੀ ਦੀਵਾਲੀ ਬੀਤ ਗਈ ਕਿੱਥੋਂ ਚਾਨਣਾ ਵੇ ਭਾਲ ਕੇ ਲਿਆਵਾਂ, ਦੂਸਰੀ ਦੀਵਾਲੀ ਬੀਤ ਗਈ ਕਿੱਥੋਂ ਚਾਨਣਾ ਵੇ ਭਾਲ ਕੇ ਲਿਆਵਾਂ, ਜਾਂ ਬੇਪੁੱਤਾ ਗਿਆ ਤੂੰ ਮੁਕਾਬਲੇ 'ਚ ਮਾਰਿਆ। ਤੇ ਇਸ ਤਰ੍ਹਾਂ ਦੇ ਗੀਤ ਆਉਣ ਲੱਗੇ ਹੈ। ਤੇ ਉਸ ਮੌਕੇ ਸਾਡੇ ਕਾਲਜ ਦੇ ਵਿੱਚ ਵੀ ਫਿਰ ਅਸੀਂ ਇੱਕ ਟੀਮ ਬਣਾਈ। ਉੱਥੇ ਕਾਲਜ ਦੇ ਵਿੱਚ ਅਸੀਂ ਪਹਿਲਾਂ ਛੋਟਾ ਮੋਟਾ ਆਪ ਸਕਿੱਟ ਟਾਈਪ ਛੋਟਾ ਮੋਟਾ ਨਾਟਕ ਕਰਨਾ, ਫਿਰ ਗੁਰਸ਼ਰਨ ਭਾਜੀ ਦੇ ਨਾਟਕ ਹੋਣੇ। ਤੇ ਇੰਨੇ ਕਾਲਜ ਦੇ ਤੱਕ ਪੜ੍ਹਦਿਆਂ ਦੇ ਤੱਕ ਇੱਕ ਤਬਦੀਲੀ ਆਉਣ ਲੱਗੀ ਮਨ ਦੇ ਵਿੱਚ ਕਿ ਅਸਲ ਦੇ ਵਿੱਚ ਪੂਰੀ ਦੁਨੀਆ ਇੱਕ ਰੰਗਮੰਚ ਹੈ, ਪੂਰਾ ਸੰਸਾਰ ਇੱਕ ਰੰਗਮੰਚ ਹੈ, ਇੱਕ ਸਮਾਜ ਰੰਗਮੰਚ ਹੈ। ਸਾਡੇ ਘਰਾਂ ਦੇ ਵਿੱਚ ਵੀ ਜਿੰਨੀ ਗਰੀਬੀ ਹੈ, ਮੁਸ਼ਕਲਾਂ ਨੇ। ਗਰੀਬ ਕਿਸਾਨੀ ਦੇ ਪਰਿਵਾਰ ਵਿੱਚੋਂ ਮੇਰੇ ਬਾਪ ਦੀਆਂ ਜਦੋਂ ਤੜਕੇ ਇੰਨੇ ਕੁ ਤੜਕੇ ਮੇਰਾ ਬਾਪ ਬਲਦਾਂ ਦੀ ਜੋੜੀ ਲੈ ਕੇ ਹਲ ਲੈ ਕੇ ਜਾਂਦਾ ਹੁੰਦਾ ਸੀ ਕਿ ਉਹਦੇ ਟੱਲੀਆਂ ਦੀ ਆਵਾਜ਼ ਸੁਣ ਕੇ ਸਾਡੇ ਗੁਰਦੁਆਰੇ ਦਾ ਭਾਈ ਜੀ ਬਾਅਦ 'ਚ ਜਾਗਦਾ ਹੁੰਦਾ ਸੀ। ਤੇ ਪਹਿਲਾਂ ਉਹਨਾਂ ਦੇ ਬਲਦਾਂ ਦੀਆਂ ਟੱਲੀਆਂ ਦੀ ਆਵਾਜ਼ ਆਉਂਦੀ ਹੁੰਦੀ ਸੀ ਉਹਨਾਂ ਗਲੀਆਂ ਦੇ ਵਿੱਚ। ਤੇ ਨਾਲ ਦੇ 3-4 ਪਿੰਡਾਂ ਦੇ ਵਿੱਚ ਵੀ ਜ਼ਮੀਨ ਲੈ ਕੇ ਉਹਨਾਂ ਨੇ ਵਾਹੀ, ਜਿੱਥੇ ਮੈਂ ਰੋਟੀ ਲੈ ਕੇ ਜਾਣਾ। ਮੈਂ ਪੂਰੇ ਸਿਆਲ ਦੇ ਦੌਰਾਂ ਦੇ ਵਿੱਚ ਕਦੇ ਵੀ ਆਪਣੇ ਬਾਪ ਨੂੰ ਘਰ ਨਹੀਂ ਦੇਖਿਆ। ਬਾਹਰ ਖੇਤਾਂ ਵਿੱਚ ਝੁੱਗੀ ਪਾ ਕੇ ਉੱਥੇ ਹੀ ਰਹਿੰਦਾ ਸੀ ਤਾਂ ਜੋ ਕੋਈ ਫਸਲ ਨਾ ਚੁੱਕ ਕੇ ਲੈ ਜਾਵੇ। ਤੇ 85 ਸਾਲ ਦੀ ਵੀ ਮੇਰੀ ਮਾਂ ਬਾਜਰੇ ਦੇ ਤੇ ਜਵਾਰ ਦੇ ਛਿੱਟੇ ਜਿਹੜੇ ਆ ਉਹ ਖੇਤਾਂ ਦੇ ਵਿੱਚ ਵੱਢਣ ਜਾਂਦੀ ਹੁੰਦੀ ਸੀ। ਤਾਂ ਉਹਨਾਂ ਦੇ ਵਿੱਚ ਸਾਰੇ ਦੌਰ ਦੇ ਵਿੱਚ ਜਿੱਥੇ ਨਰਮਾ ਚੁਗਦੀ ਮੈਨੂੰ ਲੱਗਣਾ ਕਿ ਮੇਰੀ ਮਾਂ ਦੇ ਹਾਸੇ ਲੁੱਟੇ ਗਏ, ਸਾਰੇ ਬਾਪ ਦੇ ਹਾਸੇ ਲੁੱਟੇ ਗਏ, ਸਾਡੇ ਖੇਤ ਮਜ਼ਦੂਰਾਂ ਦਾ ਕੀ ਹਾਲਤ ਹੈ। ਔਰ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਪਿੰਡ ਦੇ ਕਿਰਤੀਆਂ ਦੇ ਵਿਹੜੇ ਵਾਲੇ ਮੁੰਡਿਆਂ ਤੋਂ ਅੱਧੀ ਛੁੱਟੀ ਨੂੰ ਮੈਂ ਆਪਣੇ ਘਰ ਲੈ ਕੇ ਆਉਣ ਤੋਂ ਬਿਨਾਂ ਕਦੇ ਮੈਂ ਇਕੱਲਾ ਰੋਟੀ ਖਾਣ ਨਹੀਂ ਸੀ ਆਇਆ। ਔਰ ਸਾਰੇ ਕਿਰਤੀਆਂ ਦੇ ਬੱਚਿਆਂ ਦੇ ਨਾਲ ਹੀ ਮੇਰੀ ਦੋਸਤੀ ਹੁੰਦੀ ਸੀ, ਮਜ਼ਦੂਰ ਪਰਿਵਾਰਾਂ ਦੇ ਨਾਲ ਹੀ।
ਸੋ ਇਸ ਤਰੀਕੇ ਦੇ ਨਾਲ ਅਸੀਂ ਇਸ ਸਫ਼ਰ ਤੋਂ ਆਏ, ਤੇ ਜਦੋਂ ਹਰ ਇੱਕ ਪਰਿਵਾਰ ਨੂੰ ਹੁੰਦਾ, ਬਹੁਤ ਸਾਰਾ ਚਾਅ ਹੁੰਦਾ ਕਿ ਇੰਜੀਨੀਅਰਿੰਗ ਕਰ ਲਈ, ਹੁਣ ਇਸ ਤੋਂ ਬਾਅਦ ਇਹਨਾਂ ਨੇ ਸਾਡੇ ਯਾਨੀ GNE ਕਾਲਜ ਦਾ ਬਹੁਤ ਵੱਡਾ ਨਾਂ ਸੀ। ਫਾਈਨਲ ਈਅਰ 'ਚ ਹੋਇਆ ਨਹੀਂ ਵਿਦਿਆਰਥੀ, ਉੱਥੇ ਆਫਰਾਂ ਆਉਣ ਲੱਗ ਜਾਂਦੀਆਂ ਸੀ ਨੌਕਰੀਆਂ ਦੀਆਂ। ਉਸ ਦੌਰ ਦੇ ਵਿੱਚ ਤਾਂ ਇੰਨੀਆਂ ਸਰਵਿਸ ਹੁੰਦੀਆਂ ਸੀਗੀਆਂ, ਔਰ ਮਤਲਬ ਉਸ ਦੌਰ ਦੇ ਵਿੱਚ ਮਤਲਬ ਮੈਂ ਆਪਣਾ ਜਿਹੜਾ ਫਸਟ ਡਿਵੀਜ਼ਨ ਦਾ ਸਰਟੀਫਿਕੇਟ ਆ ਮੇਰਾ, ਉਹ ਮੈਂ ਆਪਣੀ ਮਾਂ ਦੇ ਚਰਨਾਂ 'ਚ ਲਿਆ ਕੇ ਰੱਖ ਦਿੱਤਾ ਸੀ ਕਿ ਤੇਰਾ ਪੁੱਤ ਨਲਾਇਕ ਨਹੀਂ ਹੈ ਮਾਂ, ਪਰ ਮੈਂ ਇੰਜੀਨੀਅਰਿੰਗ ਕਰਨੀ ਨਹੀਂ, ਮੇਰੇ ਕੋਲੋਂ ਟਰਾਂਸਫਾਰਮਰ ਨਹੀਂ ਖਾਧੇ ਜਾਣੇ, ਨਾ ਲੁੱਕ ਖਾਧੀ ਜਾਣੀ ਆ, ਨਾ ਬਜਰੀ ਖਾਧੀ ਜਾਣੀ ਆ, ਮੈਂ ਇਹਨਾਂ ਰਾਹਾਂ ਤੇ ਨਹੀਂ ਜਾਣਾ। ਤੇਰੇ ਪੁੱਤ ਨੂੰ ਕੁਝ ਇਸ ਤਰ੍ਹਾਂ ਦਾ ਰਸਤਾ ਮਿਲਿਆ ਕਿ ਇੱਕ ਇੰਜੀਨੀਅਰ ਨੇ ਬਿਲਡਿੰਗਾਂ ਬਣਾਉਣ ਦੇ, ਇੱਕ ਇੰਜੀਨੀਅਰ ਨੇ ਰੌਸ਼ਨੀ ਕਰਨ ਦੇ, ਲਾਈਟਾਂ ਖਿੱਚਣ ਦੇ, ਖੰਭੇ ਤੇ ਤਾਰਾਂ ਖਿੱਚਣ ਦੇ, ਤੇਰੇ ਪੁੱਤ ਨੂੰ ਇੱਕ ਹੋਰ ਵੀ ਲਾਈਟ ਮਿਲੀ ਆ ਜਿਹੜੀ ਸਿਲੇਬਸਾਂ ਦੇ ਵਿੱਚੋਂ, ਕਾਲਜਾਂ ਯੂਨੀਵਰਸਿਟੀਆਂ ਚੋਂ ਪੂਰੀ ਨਹੀਂ ਮਿਲਦੀ। ਇਹ ਤੋਂ ਬਿਨਾਂ ਇੱਕ ਅਲੱਗ ਸਿਲੇਬਸ ਹੈ ਜਿਹੜਾ ਮੇਰੇ ਬਾਪੂ ਦੇ ਪੈਰਾਂ ਦੀਆਂ ਬਿਆਈਆਂ ਚੋਂ ਮੈਂ ਦੇਖਦਾ ਰਿਹਾ, ਤੇ ਤੇਰੇ ਅੱਟਣਾ ਵਾਲੇ ਹੱਥਾਂ ਚੋਂ ਦੇਖਦਾ ਰਿਹਾ। ਤੇ ਮੈਨੂੰ ਪਤਾ ਹੈ ਕਿ ਤੂੰ ਸਾਰੀ ਉਮਰ ਦੇ ਵਿੱਚ 4 ਕਿਲੋਮੀਟਰ ਤੇ ਪੈਂਦਾ, ਤੂੰ ਸਾਹਨੇਵਾਲ ਲੁਧਿਆਣਾ ਵੀ ਨਹੀਂ ਵੇਖਿਆ, ਤੇ ਨਾ ਬਾਪ ਨੇ ਇਸ ਜਿਹਾ ਕੁਛ ਦੇਖਿਆ, ਉਹਨੂੰ ਪਤਾ ਹੀ ਨਹੀਂ ਸਾਰੀ ਉਮਰ 'ਚ। ਮੈਂ ਆਪਣੇ 15-20 ਸਾਲ 'ਚ ਦੇਖਿਆ ਕਿ ਮੇਰੇ ਬਾਪ ਕੋਲ ਇੱਕੋ ਹੀ ਜੁੱਤੀ ਹੁੰਦੀ ਸੀ। ਮੈਨੂੰ ਮੇਰੇ ਨਾਨਕਿਆਂ ਨੇ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ ਇੰਜੀਨੀਅਰਿੰਗ ਕਰਨ ਨੂੰ, ਤੇ ਮੇਰੇ ਭੂਆ ਜੀ ਨੇ ਮੈਨੂੰ ਪੈਂਟ ਤੇ ਕਮੀਜ਼ ਲੈ ਕੇ ਦਿੱਤਾ ਸੀ ਪਹਿਲਾਂ। ਤੇ ਉਹ ਭੂਆ ਜੀ ਕਾਫੀ ਅਮੀਰ ਘਰੋਂ ਸੀਗੇ, ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਘਰ ਦੀਆਂ ਦੇਲੀਆਂ ਨੀਵੀਆਂ ਕਰਤੀਆਂ ਮੇਰੀ ਮਾਂ ਕੋਲੋਂ ਵੀ ਉਹ ਪੈਂਟ ਤੇ ਕਮੀਜ਼ ਲਈ ਸੀ ਨਾ ਮੁੰਡੇ ਵਾਸਤੇ, ਉਹਦੇ ਫਿਰ ਕੁਝ ਪੈਸੇ ਬਣਦੇ ਸੀ। ਤੇ ਮੇਰੇ ਨਾਨਕੇ ਦਰਮਿਆਨੇ ਤੇ ਗਰੀਬ ਜਿਹੇ ਸੀ, ਜਿਹੜਾ ਉਹਨਾਂ ਨੇ ਸਾਈਕਲ ਲੈ ਕੇ ਦਿੱਤਾ, ਉਹਨਾਂ ਨੇ ਅੱਜ ਤੱਕ ਨਹੀਂ ਪੁੱਛਿਆ। ਉਹਨਾਂ ਨੇ ਇਹ ਪੁੱਛਿਆ ਸੀ ਕਿ ਸਾਨੂੰ ਇਹ ਮਾਣ ਹੈ ਕਿ ਜੇ ਅਸੀਂ ਸਾਈਕਲ ਲੈ ਕੇ ਦਿੱਤਾ ਸੀ, ਤੂੰ ਇੰਜੀਨੀਅਰਿੰਗ ਕਾਲਜ 'ਚ ਗਿਆ, ਤੂੰ ਪੜ੍ਹਿਆ, ਤੇ ਉਸ ਤੋਂ ਬਾਅਦ ਤੂੰ ਬਹੁਤ ਵੱਡਾ ਰਸਤਾ ਲਿਆ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਉਹ ਗਰੀਬ ਘਰੋਂ ਸੀਗੇ, ਉਹ ਦਰਮਿਆਨੇ ਤਬਕੇ 'ਚੋਂ ਸੀਗੇ, ਮਿਹਨਤੀ ਤਬਕੇ 'ਚੋਂ ਸੀ। ਤੇ ਮੁੜ ਕੇ ਸਾਡੀ ਜਿਹੜੀ ਸਕੇ ਭੂਆ ਜੀ ਸੀਗੇ, ਉਹਨਾਂ ਨੇ ਇਸ ਕਿਸਮ ਦੀ ਗੱਲ ਕੀਤੀ ਸੀ, ਕਿਉਂਕਿ ਉਹਨਾਂ ਦਾ, ਮੇਰੇ ਫੁੱਫੜ ਜੀ ਦਾ ਅਕਾਲ ਟਰਾਂਸਪੋਰਟ ਦੇ ਵਿੱਚ ਹਿੱਸਾ ਸੀ, ਤੇ ਜਿਹੜੇ ਨੋਟ ਵਿਛਾ ਕੇ ਵੀ ਆਪਣੇ ਬੈੱਡ ਦੇ ਉੱਤੇ ਸੌਂ ਸਕਦੇ ਸੀ, ਪਰ ਉਹ ਪੈਂਟ ਕਮੀਜ਼ ਜਿਹੜਾ ਮੰਗੇ ਜਾਂਦੇ ਸੀ। ਅੱਜ ਵੀ ਮੇਰੇ ਕਾਲਜੇ 'ਚੋਂ ਰੁੱਗ ਭਰਿਆ ਜਾਂਦਾ ਕਿ ਜਦੋਂ ਮੇਰੀ ਮਾਂ ਯਾਦ ਕਰਦੀ ਹੁੰਦੀ ਸੀ, ਕਿਹੋ ਜਿਹੇ ਰਿਸ਼ਤੇ ਨੇ, ਕੀ ਬਣਿਆ ਸਮਾਜ ਦਾ ਇਸ ਦਾ। ਸੋ ਇਸ ਦੌਰ ਦੇ ਵਿੱਚ ਦੀ ਹੁੰਦੇ ਹੋਏ ਇੱਕ ਚੀਜ਼ਾਂ ਆਪਣੇ ਆਪ 'ਚ ਇੱਕ ਥੀਏਟਰ ਵਾਂਗੂ, ਇੱਕ ਰੰਗਮੰਚ ਨੂੰ ਨਾਇਕ, ਖਲਨਾਇਕ, ਸੂਤਰਧਾਰ ਹੈ ਜੀ, ਤੇ ਲਾਈਟਿੰਗ, ਰੌਸ਼ਨੀਆਂ, ਪ੍ਰੋਪਰਟੀ, ਗ੍ਰੀਨ ਰੂਮ, ਤੇ ਸਭ ਕੁਝ ਇਹਦੇ ਵਿੱਚ ਆਉਣ ਲੱਗਿਆ। ਸਰੋਤੇ, ਦਰਸ਼ਕ, ਕਿਵੇਂ ਮਖੌਟੇ ਤੇ ਕਿਵੇਂ ਰੰਗ ਰੂਪ ਬਦਲ ਜਾਂਦੇ ਨੇ, ਕੌਣ ਆਪਣੇ ਹੁੰਦੇ ਨੇ, ਕੌਣ ਪਰਾਏ ਹੁੰਦੇ ਨੇ, ਕੌਣ ਰਿਸ਼ਤੇ ਹੁੰਦੇ ਨੇ, ਇਹਨਾਂ ਚੀਜ਼ਾਂ ਦਾ ਇੱਕ ਫਰਕ ਪੈਣ ਲੱਗਿਆ, ਜਿਹਦੇ ਨਾਲ ਇੱਕ ਕਿਰਤ ਦਾ ਸੱਭਿਆਚਾਰ, ਇੱਕ ਗੀਤ ਸੰਗੀਤ ਦਾ ਸੱਭਿਆਚਾਰ, ਇੱਕ ਕਵਿਤਾ ਦਾ, ਇੱਕ ਰੰਗਮੰਚ ਦਾ, ਇੱਕ ਇੰਜੀਨੀਅਰਿੰਗ ਹੋਣ ਕਰਕੇ ਇੱਕ ਸਾਇੰਸ ਨਾਲ ਜੋੜਨ ਦਾ, ਇੱਕ ਵਿਗਿਆਨ ਹੋਣ ਕਰਕੇ ਉਹਦੇ ਨਾਲ ਜੋੜਨ ਦਾ, ਇੱਕ ਸਾਡੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਵਰਕਸ਼ਾਪਾਂ ਨੇ, ਉਹਨਾਂ ਨੇ ਮੇਰੇ ਤੇ ਬਹੁਤ ਅਸਰ ਪਾਇਆ। ਇੰਜੀਨੀਅਰਿੰਗ ਕਾਲਜ 'ਚ ਸਾਡੀਆਂ ਸਿਰਫ ਕਲਾਸਾਂ ਨਹੀਂ ਲੱਗਦੀਆਂ, ਉਹਦੇ ਵਿੱਚ ਸਾਰੀਆਂ ਵਰਕਸ਼ਾਪਾਂ ਨੇ। ਕਾਰਪੈਂਟਰ ਦੀ ਵੀ ਆ, ਉਹਦੇ ਵਿੱਚ ਜਿਹੜੀ ਹੈਗੀ ਆ ਫਾਊਂਡਰੀ ਦੀ ਵੀ ਆ, ਉਹਦੇ ਵਿੱਚ ਹਰ ਤਰ੍ਹਾਂ ਦੀ ਮਤਲਬ ਹੁੰਦੀ ਹੈ। ਜਦੋਂ ਅਸੀਂ ਉਹ ਪੂਰਾ ਲੋਹਾ ਚੁੱਕਣਾ, ਤਾਂ ਸਾਨੂੰ ਬਾਅਦ ਦੇ ਵਿੱਚ 72 'ਚ ਯਾਦ ਆਉਣਾ ਜਿਹੜਾ ਪਾਸ਼ ਦਾ ਫਿਰ ਉਹ ਗੀਤ ਸੀਗੀ ਕਿ ਜਦੋਂ ਆਪਣੀ ਲੋਹਾ ਪਿਘਲਦਾ ਹੈ ਤਾਂ ਉਸਦੀ ਭਾਪ ਨਹੀਂ ਬਣਦੀ, ਪਰ ਜਦੋਂ ਮਜ਼ਦੂਰ ਦੇ ਜਿਸਮ ਵਿੱਚੋਂ ਭਾਪ ਨਿਕਲਦੀ ਹੈ ਤਾਂ ਲੋਹਾ ਪਿਘਲ ਜਾਂਦਾ। ਅਸੀਂ ਉਹ ਅੰਦਰ ਪੜ੍ਹਾਈ ਕਰਦੇ ਸਮੇਂ ਜਦੋਂ ਚੱਕਦੇ ਸੀ, ਸਾਨੂੰ ਇਹ ਲੱਗਦਾ ਸੀ ਕਿ ਅਸੀਂ ਤਾਂ ਸਰਟੀਫਿਕੇਟ ਲੈਣਾ, ਅਸੀਂ ਤਾਂ ਐਵੇਂ ਡਰਾਮਾ ਜਿਹਾ ਕਰ ਰਹੇ ਹਾਂ, ਤਾਂ ਸਾਡੇ ਕੋਲ ਇੱਕ ਦਿਨ ਨਹੀਂ ਚੁੱਕੀ ਜਾਂਦੀ। ਜਿਹੜੇ ਲੁਧਿਆਣੇ ਦੀਆਂ ਫਾਊਂਡਰੀਆਂ 'ਚ ਰੋਜ਼ ਚੁੱਕਦੇ ਨੇ, ਤੇ ਫਿਰ ਉਸ ਮੌਕੇ ਦੇ ਉੱਤੇ ਸਾਡੇ ਤੇ ਬਹੁਤ ਅਸਰ ਪਿਆ। ਖਾਸ ਕਰਕੇ ਰੀਗਲ ਸਿਨੇਮੇ ਦਾ ਜੱਦੋ-ਜਹਿਦ, ਜਿਹੜੀ ਮੋਗੇ ਵਾਲੀ ਮੈਂ ਤੁਹਾਨੂੰ ਘਟਨਾ ਦੱਸੀ ਹੈ ਵਿਦਿਆਰਥੀਆਂ ਤੇ ਹਮਲਾ ਹੋਣ ਦੀ, ਉਹ ਕੁਆਲੀਟੇਟਿਵ ਚੇਂਜ ਹੈ ਸਾਡੇ ਵਰਗੇ ਬਹੁਤ ਲੋਕਾਂ ਦੇ ਜੀਵਨ 'ਚ, ਜਿਹਨੇ ਪੰਜਾਬ ਦੀ ਜਵਾਨੀ ਨੂੰ ਹਿਲਾ ਕੇ ਰੱਖ ਦਿੱਤਾ। ਔਰ 1947 ਤੋਂ ਬਾਅਦ ਪੰਜਾਬ ਪਹਿਲੀ ਵਾਰੀ ਫੌਜ ਦੇ ਹਵਾਲੇ ਹੋਇਆ ਸੀ। 1947 ਤੋਂ ਬਾਅਦ 1972 'ਚ ਆ ਕੇ ਪਹਿਲੀ ਵਾਰੀ ਪੰਜਾਬ 'ਚ ਫੌਜ ਲੱਗੀ। ਪ੍ਰਾਇਮਰੀ ਸਕੂਲ, ਮਿਡਲ ਸਕੂਲਾਂ ਤੋਂ ਲੈ ਕੇ ਸਾਰੀਆਂ ਯੂਨੀਵਰਸਿਟੀਆਂ ਮੈਦਾਨ ਸੀ। ਪੰਜਾਬ ਦੀ ਜਵਾਨੀ ਅੱਜ ਵਾਂਗੂ ਪਟਾਕੇ ਚਲਾਉਣੇ ਜਾਂ ਕਿਤੇ ਕਿਸੇ ਖਾਸ ਸਿੱਧੂ ਮੂਸੇਵਾਲੀਏ ਦੇ ਗੀਤਾਂ ਮਗਰ ਨਹੀਂ ਸੀਗੀ। ਉਦੋਂ ਭਗਤ ਸਿੰਘ ਹੀ ਭਗਤ ਸਿੰਘ ਹੁੰਦੀ ਸੀ, ਸਰਾਭਾ ਹੁੰਦੀ ਸੀ। ਔਰ ਉਸ ਮੌਕੇ ਬਾਹਰਲੇ ਮੁਲਕਾਂ ਦੀ ਪੋਇਟਰੀ ਦੀਆਂ ਗੱਲਾਂ, ਪਾਬਲੋ ਨਰੂਦਾ ਵਰਗੀਆਂ ਗੱਲਾਂ ਸਾਡੇ ਕਾਲਜਾਂ 'ਚ ਚੱਲਿਆ ਕਰਦੀਆਂ ਸੀਗੀਆਂ, ਤੇ ਗੋਰਕੀ ਦੇ ਮਾਂ ਨਾਵਲ ਤੇ ਉਹਨਾਂ ਸਾਰੀਆਂ ਚੀਜ਼ਾਂ, ਫਾਂਸੀ ਦੇ ਤਖਤੇ ਤੋਂ ਤੇ ਮਹਾਸ਼ਵੇਤਾ ਦੇਵੀ ਦੀ ਗੱਲ ਉਹ ਚੱਲਦੀ ਸੀ। ਸੋ ਇਹਦੇ ਵਿੱਚ
ਅਸੀਂ ਇਸ ਤਰ੍ਹਾਂ ਦੇ ਨਾਲ ਇੱਕ ਥੀਏਟਰ ਦੇ ਨਾਲ ਹੀ ਜੁੜਨ ਲੱਗੇ ਔਰ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਪਤਾ ਲੱਗਣ ਲੱਗੀ। 2-3 ਗੱਲਾਂ ਨੇ ਬਹੁਤ ਮੇਰੇ ਤੇ ਅਸਰ ਪਾਇਆ ਕਿ ਜਦੋਂ ਅਸੀਂ ਛਪਾਰ ਦੇ ਮੇਲੇ ਤੇ ਜਾਣਾ, ਮੈਨੂੰ ਸਭ ਤੋਂ ਵੱਧ ਇਹ ਗੱਲ ਖੜਕਦੀ ਹੁੰਦੀ ਸੀ, ਜਾਂ ਅਸੀਂ ਪਿੰਡਾਂ 'ਚ ਨਾਟਕ ਦੇਖਣ ਜਾਂਦੇ ਹੁੰਦੇ ਸੀ ਬੱਚੇ, ਉਹ ਮੈਨੂੰ ਗੱਲਾਂ ਰਿਵਾਈਵ ਹੋਣ ਲੱਗੀਆਂ ਕਿ ਵੀ ਜਦੋਂ ਨਾਟਕ ਟੀਮ ਨਾਟਕ ਕਰਦੀ ਹੈ ਜਾਂ ਗੀਤਾਂ ਵਾਲਾ ਗੀਤ ਬੋਲਦਾ, ਉਸ ਤੋਂ ਬਾਅਦ ਜਦੋਂ ਆਉਣਾ ਕਿ ਹੁਣ ਪੁੱਜਣ ਵਾਲੇ ਨੇ, ਆਉਣ ਵਾਲੇ ਨੇ, ਨੇਤਾ ਜੀ, ਲੀਡਰ ਜੀ ਆਉਣ ਵਾਲੇ ਨੇ, ਉਹਨਾਂ ਨੇ ਆਉਂਦੇ ਸਰ ਪਹਿਲੇ ਸਟੇਜ ਸਕੱਤ ਨੇ ਇਹ ਕਹਿਣਾ ਵੀ ਆਓ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ, ਫਲਾਣੇ ਕਾਮਰੇਡ ਫਲਾਣਾ ਨੇਤਾ ਜੀ ਪਹੁੰਚ ਚੁੱਕੇ ਨੇ, ਹੁਣ ਆਪਾਂ ਬਕਾਇਦਾ ਸਟੇਜ ਸ਼ੁਰੂ ਕਰਾਂਗੇ। ਹਾਂ, ਇਹਨੇ ਮੈਨੂੰ ਇੱਕ ਨਵਾਂ ਸਫ਼ਾ ਲਿਖਣ ਦਾ ਮੌਕਾ ਦਿੱਤਾ ਵੀ ਇਹ ਕੀ ਹੋਇਆ, ਵੀ ਇਹ ਕਿਹੜੀ ਬਕਾਇਦਾ ਸਟੇਜ ਸ਼ੁਰੂ ਕਰਾਂਗੇ ਤੇ ਪਹਿਲਾਂ ਵਾਲਾ ਕੀ ਸੀ, ਜੋ ਕੁਛ ਹੁਣ ਤੱਕ ਹੋਇਆ, ਜਿਹੜੇ ਗੀਤ ਚੱਲੇ, ਨਾਟਕ ਚੱਲੇ, ਉਹ ਕੀ ਸੀ, ਉਹ ਇਹਦਾ ਪਾਰਟ ਨਹੀਂ ਹੈ ਸਮਾਗਮ ਦਾ। ਇਸ ਕਰਕੇ ਤੁਸੀਂ ਸਾਰੀ ਮੇਰੀ ਲਾਈਫ ਦੀ ਜੀਵਨ 'ਚ ਸਾਡੀ ਦੇਖੋਗੇ, ਇਸੇ ਕਰਕੇ ਇਸ ਤਰ੍ਹਾਂ ਦੇ ਗੀਤ ਆਏ ਸੀ ਕਿ ਪਾਗਲ ਵਕੜੀ ਕਲਮ ਕਲਾ ਸੰਗਰਾਮਾਂ ਦੀ, ਇਹਦੇ ਸੀਨੇ ਧਮਕ ਹੈ ਲੋਕ ਤੂਫਾਨਾਂ ਦੀ। ਕਿ ਅਸਲ 'ਚ ਇਹਨਾਂ ਦੀ ਇੱਕ ਗਲਵਕੜੀ ਦਾ ਸਵਾਲ ਹੈਗਾ। ਸੋ ਉਸ ਸਵਾਲ ਦੇ ਨਾਲ ਅਸੀਂ ਅੱਗੇ ਤੁਰਨ ਲੱਗੇ ਤੇ ਬਹੁਤ ਵੱਡੀਆਂ ਤਬਦੀਲੀਆਂ ਲਿਆਏ। ਅਮੋਲਕ ਭਾਜੀ, ਮੈਂ ਤੁਹਾਨੂੰ ਇੱਥੇ ਇਸ ਲਈ ਰੋਕ ਲਿਆ ਕਿ ਇਹ ਜਿਹੜਾ ਸਫ਼ਰ ਸੀ ਤੁਹਾਡਾ 71, 72, 73 ਚ ਚੱਲਦਿਆਂ ਕਿਉਂਕਿ ਉਹ ਦੌਰ ਸੀਗਾ, ਉਹ ਵੀ ਹੋਰ ਵੀ ਸੰਗਰਾਮ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਸਾਰਾ, ਹੈ ਨਾ। ਤੇ ਤੁਹਾਨੂੰ ਇਸ ਵੇਲੇ ਉੱਥੋਂ ਅਮਰੀਕਾ ਤੋਂ ਕੁਮਾਰ ਪਵਨਦੀਪ ਵੀ ਸੁਣਦਾ ਪਿਆ, ਦੇਖ ਰਿਹਾ ਤੁਹਾਨੂੰ, ਅਨੀਤਾ ਵੀ ਸੁਣਦੀ ਪਈ ਚੰਡੀਗੜ੍ਹ ਤੋਂ, ਸ਼ਬਦੀਸ਼ ਵੀ, ਗੁਰਤੇਜ ਮਾਨ ਵੀ ਅੰਮ੍ਰਿਤਸਰ ਤੋਂ, ਇਹ ਸਾਰੇ ਤੁਹਾਨੂੰ ਸੁਣਦੇ ਪਏ, ਦੇਖਦੇ ਪਏ ਜੀ। ਤੇ ਅਮੋਲਕ ਭਾਜੀ ਫਿਰ ਇੱਕ ਇਹਦੇ ਨਾਲ ਹੀ ਦੌਰ ਜਿਹੜਾ ਐਮਰਜੈਂਸੀ ਦਾ ਵੀ ਸ਼ੁਰੂ ਹੋ ਜਾਂਦਾ ਹੈ ਨਾ। ਤੇ ਜਿਹੜਾ ਉਸ ਦੌਰ ਨੇ ਵੀ ਕਾਫੀ ਕੁਝ ਚੇਂਜਿਸ ਲਿਆਂਦੀਆਂ ਸੀ, ਬੜਾ ਵੀ ਸੰਘਰਸ਼ ਨੂੰ ਵੀ ਤੇਜ਼ ਕੀਤਾ ਸੀ, ਜੇਲ੍ਹਾਂ ਵੀ ਭਰੀਆਂ ਸੀ। ਮੈਂ ਚਾਹੁੰਦਾ ਕਿ ਉਹ ਜਿਹੜਾ ਤੁਸੀਂ ਦੌਰ ਚੱਲਦਾ ਪਿਆ ਸੀ ਤੁਹਾਡਾ 73, 74 ਤੋਂ, ਉਹਦੇ ਨਾਲ ਹੀ ਇਹ 75 ਵਾਲੀ ਗੱਲ ਨੂੰ ਜਰਾ ਜੋੜ ਕੇ ਤੇ ਸਾਨੂੰ ਹੋਰ ਜਰਾ ਕਲੀਅਰ ਕਰੋ। ਜੀ ਮੈਂ ਖਿਮਾ ਸਾਹਿਬ 75 ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ 72 ਤੋਂ ਲੈ ਕੇ 72, 73, 74 ਦਾ ਜਿਹੜਾ ਇੱਕ ਸਿਫਤੀ ਤਬਦੀਲੀ ਦਾ ਦੌਰ ਹੈ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ, ਵੈਸੇ ਮੁਲਕ ਦੇ ਵਿੱਚ ਵੀ, ਕਿਉਂਕਿ ਇਸ ਤੋਂ ਪਹਿਲਾਂ 69, 70 ਤੇ 71 ਦੇ ਦੌਰ ਦੇ ਵਿੱਚ ਜਿਸ ਮੌਕੇ ਝੂਠੇ ਪੁਲਿਸ ਮੁਕਾਬਲੇ ਬਣਨ ਲੱਗੇ ਔਰ ਵੱਡੇ ਪੱਧਰ ਦੇ ਉੱਤੇ ਮੁਲਕ ਦੇ ਕਵੀ, ਲੇਖਕ, ਸੰਗੀਤਕਾਰ, ਨਾਟਕਕਾਰ, ਬੁੱਧੀਮਾਨ ਲੋਕ ਜਿਹੜੇ ਨੇ, ਸਾਇੰਸਦਾਨ, ਵਿਗਿਆਨੀ, ਵਿਦਿਆਰਥੀ ਆਗੂ, ਨੌਜਵਾਨ ਆਗੂ ਫੜੇ ਜਾਣ ਲੱਗੇ ਜਾਂ ਗ੍ਰਿਫਤਾਰ ਕੀਤੇ ਜਾਣ ਲੱਗੇ ਜਾਂ ਝੂਠੇ ਮੁਕਾਬਲੇ ਬਣਨ ਲੱਗੇ। ਇੱਕ ਟ੍ਰੈਂਡ ਉਹ 'ਚ ਇਹ ਵੀ ਆਇਆ ਵੀ ਉਹ ਕਿਵੇਂ ਨਾ ਕਿਵੇਂ ਕੁਝ ਨੌਜਵਾਨ ਵਿਦੇਸ਼ਾਂ ਨੂੰ ਵੀ ਜਾਣ ਲੱਗੇ। ਇਹੋ ਜਿਹਾ ਦੌਰ ਆਇਆ। ਉਸ ਦੌਰ ਦੇ ਵਿੱਚ ਗੁਰਸ਼ਨ ਭਾਜੀ ਹਿਦਾਇਕ ਨਾਟਕ ਆਇਆ ਜਿਹਨੂੰ ਅਸੀਂ ਜ਼ੋਰ ਨਾਲ ਪਿੰਡਾਂ 'ਚ ਲੈ ਕੇ ਗਏ, ਮੈਂ ਸ਼ਹੀਦ ਹੋਵਾਂਗਾ ਤੂੰ ਖੁਦਕੁਸ਼ੀ ਕਰੇਂਗਾ। ਬਿਲਕੁਲ ਇਹ ਐਪੀਸੋਡ ਸੀ ਲਹੂ ਦੀ ਲੋਅ ਦੇ ਵਿੱਚੋਂ, ਐਪੀਸੋਡ ਸੀ ਜਸਵੰਤ ਕੰਵਲ ਦੇ ਲਹੂ ਦੇ ਲੋਅ ਦੇ ਵਿੱਚੋਂ। ਤੇ ਉਹਦੇ ਨਾਲ ਇੱਕ ਪੇਂਡੂ ਖੇਤਰ ਦੇ ਵਿੱਚ ਜਿਹੜੀ ਇੱਕ ਦਹਿਸ਼ਤ ਪਾਲਤੀ ਗਈ ਸੀ ਬਹੁਤ ਜ਼ਿਆਦਾ, ਕਿ ਜਿਹੜਾ ਵੀ ਕੋਈ ਨਾਂ ਲਵੇਗਾ ਉਹਨਾਂ ਨੂੰ ਕੁਛ ਨਾ ਕੁਛ ਨਾਂ ਲੈ ਕੇ ਬ੍ਰਾਂਡ ਕਰਕੇ ਕਿ ਇਹ ਜਿਵੇਂ ਅੱਜ ਕਿਹਾ ਜਾਂਦਾ ਅਰਬਨ ਨਕਸਲ ਹੈ ਜਾਂ ਨਕਸਲਾਈਟ ਹੈ ਜਾਂ ਇਸ ਤਰ੍ਹਾਂ ਦੇ ਗੱਲਾਂ ਕਰਕੇ ਉਸ ਮੌਕੇ ਪੇਂਡੂ ਖੇਤਰ ਨੂੰ ਇੱਕ ਪੂਰੀ ਤਰ੍ਹਾਂ ਦੇ ਨਾਲ ਇੱਕ ਭਗਤ ਸਿੰਘ ਦੀ ਸੋਚ ਨਾਲੋਂ, ਗਦਰੀ ਬਾਬਿਆਂ ਦੀ ਸੋਚ ਨਾਲੋਂ, ਬੱਬਰ ਅਕਾਲੀਆਂ ਦੀ ਸੋਚ ਨਾਲੋਂ, ਕਿਰਤੀ ਲਹਿਰ ਦੀ ਸੋਚ ਨਾਲੋਂ ਜਿਹੜੀ ਚੱਲੀ ਆ ਰਹੀ ਤੰਦ ਨੂੰ ਅੱਗੇ ਕਮਿਊਨਿਸਟ ਇਨਕਲਾਬੀਆਂ ਨਕਸਲਵਾੜੀ ਮੂਵਮੈਂਟ ਨੇ ਅੱਗੇ ਤੋਰਿਆ ਸੀ, ਉਸ ਤੰਦ ਨੂੰ ਕੱਟਣ ਦਾ ਇੱਕ ਯਤਨ ਕੀਤਾ ਗਿਆ ਸੀ। ਇਹ ਬੱਤੀ ਤੇ ਦੀਵਾ ਕਿਵੇਂ ਜਗੇ, ਕਿਵੇਂ ਇਹ 'ਚ ਤੇਲ ਪਵੇ, ਕਿਵੇਂ ਜਨਤਾ ਦੇ ਨਾਲ ਇੰਟੈਗਰੇਟ ਹੋਵੇ, ਇਹਦੇ ਵਿੱਚ ਮੈਂ ਸਲਾਮ ਕਰਦਾ ਸਭ ਤੋਂ ਵੱਡੀ ਰੰਗਮੰਚ ਨੂੰ। ਇਹ ਰੰਗਮੰਚ ਹੈ ਜਿਹਨੇ ਅਸਲ 'ਚ ਬਹੁਤ ਵੱਡਾ ਮੋੜਾ ਦਿੱਤਾ। ਉਹਦੇ ਨਾਲ 3 ਚੀਜ਼ਾਂ ਸਾਨੂੰ ਮਿਲੀਆਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ। ਇੱਕ ਗੁਰਸ਼ਰਨ ਭਾਜੀ, ਦੂਸਰੇ ਸਾਡੇ ਨਾਲ ਜਾਣ ਲੱਗੇ ਬੀਬੀ ਅਮਰ ਕੌਰ ਜੀ, ਸ਼ਹੀਦ ਭਗਤ ਸਿੰਘ ਹੋਰਾਂ ਦੀ ਭੈਣ, ਤੀਸਰਾ ਫਿਰ ਸਾਡੇ ਨਾਲ ਰੰਗਮੰਚ ਹੁੰਦਾ ਸੀ। ਕੁਝ ਥਾਵਾਂ ਤੇ ਫਿਰ ਅਸੀਂ ਮਿਲਿਆ ਹੋਇਆ ਬੀਬੀ ਅਮਰ ਕੌਰ ਹੋਰਾਂ ਨੂੰ, ਤੇਜ ਤੇ ਉਹਨਾਂ ਨੂੰ ਬਿਲਕੁਲ ਜੀ। ਤੇ ਇਸਨੇ ਇਹਦੇ ਨਾਲ ਕੀ ਹੋਣਾ, ਸਾਡੀ ਪਿੱਠ ਇੱਕ ਲੱਗ ਗਈ ਗੱਲ। ਸਾਨੂੰ ਤਾਂ ਅਗਲੇ ਸਮਝਦੇ ਸੀ ਕਿ ਤਾਂ ਇਸ ਕਿਸਮ ਦੇ ਲੋਕ ਨੇ ਜਿਹੜੇ ਅੱਜ ਹੈਗੇ ਕੱਲ ਨੂੰ ਪਤਾ ਨਹੀਂ ਮਾਰੇ ਜਾਣੇ ਆ। ਸੋ ਸਾਨੂੰ ਜਦੋਂ ਅਸੀਂ ਬੀਬੀ ਨੂੰ ਇੰਟਰੋਡਿਊਸ ਕਰਦੇ ਸੀ ਕਿ ਉਹ ਆਜ਼ਾਦੀ ਨਹੀਂ ਆਈ, ਉਹ ਉਸ ਤਰ੍ਹਾਂ ਦਾ ਅਸੀਂ ਨਾਟਕ ਲੈ ਕੇ ਆਵਾਂਗੇ, ਉਸ ਤਰ੍ਹਾਂ ਤੁਹਾਨੂੰ ਨਾਟਕ ਦਿਖਾਵਾਂਗੇ। ਅਸੀਂ ਫਿਰ ਇੱਕ ਆਪਣੇ ਸਾਈਕਲ ਲਾਏ, ਜੋਰਾ ਸਿੰਘ ਦਸਰਾਲੀ ਹੁੰਦਾ ਸੀ, ਮੈਂ ਹੁੰਦਾ ਸੀ, ਫਿਰ ਹੰਸਾ ਸਿੰਘ ਜੀ, ਹੋਰ ਬਹੁਤ ਸਾਰੇ ਸਾਡੇ ਨੌਜਵਾਨ ਸੀ ਉਧਰ। ਤੇ ਹੌਲੀ ਹੌਲੀ ਅਸੀਂ ਮਤਲਬ 22 23 ਰਾਤਾਂ ਅਸੀਂ ਨਾਟਕ ਕਰਨ ਲੱਗੇ। ਤੇ ਜਦੋਂ ਸਾਨੂੰ ਇਹ ਲੱਗਿਆ ਕਿ ਸਾਨੂੰ ਪਿੰਡ ਦੇ ਵਿੱਚੋਂ 50-60 ਰੁਪਏ ਮਿਲ ਜਾਂਦੇ ਆ, ਕਦੇ 100 ਰੁਪਇਆ ਮਿਲ ਗਿਆ, ਜਿੱਥੇ ਕਿਤੇ 150 ਮਿਲਿਆ, ਉਹ ਮੇਰੀ ਡਾਇਰੀ ਤੇ ਅੱਜ ਤੱਕ ਵੀ ਲਿਖਿਆ ਹੈ। ਸਾਡੇ ਕੋਲੋਂ ਚਾਅ ਨਹੀਂ ਸੀ ਚੱਕਿਆ ਜਾਂਦਾ ਕਿ ਹੁਣ ਸਾਨੂੰ 150 ਰੁਪਏ ਮਿਲ ਗਿਆ, ਹੁਣ ਆਪਾਂ ਕੱਪੜੇ ਲੈ ਆਵਾਂਗੇ। ਤੇ ਮੈਂ ਬੇਬਾਕ ਹੋ ਕੇ ਦੱਸਣਾ ਚਾਹੁੰਦਾ ਵੀ ਪਹਿਲਾਂ ਅਸੀਂ ਬਹੁਤੇ ਸਾਰੇ ਕੱਪੜੇ ਲੁਧਿਆਣੇ ਐਤਵਾਰ ਨੂੰ ਜਿਹੜੀ ਮਾਰਕੀਟ ਲੱਗਦੀ ਆ ਨਾ, ਬਹੁਤ ਹੀ ਸਸਤੀ, ਅਸੀਂ ਬਹੁਤੇ ਕੱਪੜੇ ਉੱਥੋਂ ਹੀ ਲੈ ਕੇ ਜਾਂਦੇ ਰਹੇ।
ਜੇ ਉੱਥੋਂ ਨਹੀਂ ਤਾਂ ਕਈ ਥਾਵਾਂ ਦੇ ਉੱਤੇ ਉਹ ਕਬਰਾਂ ਦੇ ਕੋਲ ਦੀ ਜਦੋਂ ਅਸੀਂ ਹੁਣ ਲੰਘਦੇ ਹਾਂ ਮੜੀਆਂ ਮਸਾਣਾ ਦੇ ਕੋਲ ਦੀ ਮੈਨੂੰ ਯਾਦ ਹੈ ਜਿੱਥੋਂ ਅਸੀਂ ਉੱਥੋਂ ਵੀ ਲਾਲ ਲਾਲ ਚੁੰਨੀਆਂ ਚੁੱਕ ਕੇ ਵਰਤੀਆਂ ਨੇ ਤੇ ਬੜਾ ਫਾਇਦਾ ਹੋਇਆ ਉਹਨਾਂ ਦਾ। ਸਾਨੂੰ ਕੋਈ ਭੂਤ ਚਿੜੇਲ ਨੇ ਤਾਂ ਕੀ ਚਿੰਬੜਨਾ ਸੀ, ਉਹਨੇ ਫਾਇਦਾ ਦਿੱਤਾ ਸਾਡੇ ਨਾਟਕਾਂ ਨੂੰ। ਉਹ ਨਾਟਕਾਂ ਦੇ ਵਿੱਚ ਵੀ ਅਸੀਂ ਯੂਜ਼ ਕਰਦੇ ਰਹੇ। ਸੋ ਉਸ ਤਰੀਕੇ ਦੇ ਨਾਲ ਇੱਕ ਇੰਟੈਗਰੇਟ ਕਰਨ ਵਾਸਤੇ ਫਿਰ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਵੀ ਅਸੀਂ ਜਦੋਂ ਸਾਨੂੰ ਲੱਗਣਾ ਕਿ ਪਿੰਡ ਵਾਲੇ ਸਪੀਕਰ ਪ੍ਰਬੰਧ ਕਰਦੇ ਆ, ਸਟੇਜ ਲਾਉਂਦੇ ਆ, ਉਹ ਤਾਂ ਰੇਹੜੀਆਂ ਖਿੱਚ ਲਿਆਈਆਂ ਸੀਗੀਆਂ। ਜੇ ਕਿਤੇ ਲਾਈਟ ਵੀ ਨਾ ਹੋਣੀ ਤਾਂ ਗੈਸ ਹੁੰਦੇ ਸੀ ਉਦੋਂ, ਉਹਨਾਂ ਦੇ ਵਿੱਚ ਪੂਰੀ ਭਰ ਕੇ ਨਾ ਫਿਲਾਮੈਂਟ ਹੁੰਦਾ ਸੀ, ਉਹੀ ਜਗਾਇਆ ਜਾਂਦਾ ਸੀ। ਤੇ ਉਹਨਾਂ ਥਾਵਾਂ ਤੇ ਗੈਸ ਕਿਤੇ ਨਾ ਰੱਖਣੀ, ਕਿਤੇ ਲੋਕਾਂ ਨੇ ਮਾੜੀ ਮੋਟੀ ਬੈਟਰੀ ਮਾਰ ਲੈਣੀ, ਇਦਾਂ ਦਾ ਕੰਮ ਚੱਲਣਾ। ਸਾਨੂੰ ਫਿਰ ਲੱਗਣਾ ਵੀ ਆਹ ਖਰਚਾ ਵੀ ਘਟਾਈਏ ਅਸੀਂ, ਆਪਣੇ ਪੈਸੇ ਜਿਹੜੇ ਸਾਡੇ ਕੋਲ ਬਚੇ ਉਹਦਾ ਅਸੀਂ ਇੱਕ ਸਪੀਕਰ ਲੈ ਲਿਆ। ਜੋਰਾ ਸਿੰਘ ਨਸਰਾਈ ਦੇ ਹੈਂਡਲ ਤੇ ਹਾਰਨ ਬੰਨਿਆ ਹੁੰਦਾ ਸੀ, ਮੇਰੇ ਝੋਲੇ ਦੇ ਵਿੱਚ ਐਂਪਲੀਫਾਇਰ ਪਾਇਆ ਹੁੰਦਾ ਸੀ। ਤੇ ਜਿਹੜੇ ਸ਼ਹੀਦ ਹੋ ਗਏ ਸਾਡੇ, ਅਸੀਂ ਉਹ ਸਾਰੇ ਡੈਡੀ ਕਹਿੰਦੇ ਸੀ, ਕਢਾਣੀ ਕਲਾਂ ਤੋਂ, ਨਿਧਾਨ ਸਿੰਘ ਕਢਾਣੀ ਕਲਾਂ, ਤੇ ਉਹਨਾਂ ਦੇ ਸਾਈਕਲ ਦੇ ਕੈਰੀਅਰ ਦੇ ਪਿੱਛੇ ਬੈਟਰੀ ਬੰਨੀ ਹੁੰਦੀ ਸੀ। ਤੇ 3-4 ਸਾਈਕਲਾਂ ਤੇ ਰੰਗਮੰਚ ਪਿੰਡਾਂ ਨੂੰ ਜਾਂਦਾ ਸੀ। ਉਹ ਕਿਹੜਾ ਪਿੰਡ ਹੈ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਪਲੇ ਨਹੀਂ ਕਰਿਆ। ਤੇ ਨਾਟਕ ਕਰਨ ਤੋਂ ਬਾਅਦ ਅਸੀਂ ਕਿਤੇ, ਖਿਮਾ ਸਾਹਿਬ ਦੱਸਣਾ ਚਾਹਾਂਗਾ, ਨਾਟਕ ਕਰਨ ਤੋਂ ਬਾਅਦ ਅਸੀਂ ਜਾਂਦੇ ਨਹੀਂ ਸੀ ਕਿਤੇ। ਜਿਹੜੇ ਨੌਜਵਾਨ ਪ੍ਰਬੰਧ ਕਰਦੇ ਸੀ ਉਹਨਾਂ ਨੂੰ ਬਿਠਾ ਲੈਂਦੇ ਸੀ, ਚਾਹ ਬਣਾ ਲੈਂਦੇ ਸੀ, ਉਹਨਾਂ ਨੂੰ ਫਿਰ ਦੱਸਣਾ ਕਿ ਨਾਟਕ ਅਸੀਂ ਕਿਉਂ ਕੀਤਾ ਸੀ, ਗੱਲ ਕੀ ਹੈ। ਅਸਲ ਨੌਜਵਾਨੋ, ਤੁਹਾਨੂੰ ਕਿਵੇਂ ਭਗਤ ਸਿੰਘ ਨੂੰ ਪੜ੍ਹਨ ਦੀ, ਸੋਚਣ ਵਿਚਾਰਨ ਦੀ ਲੋੜ ਹੈ, ਸਰਾਭੇ ਨੂੰ ਪੜ੍ਹਨ ਦੀ ਲੋੜ ਹੈ, ਗਦਰੀ ਬਾਬਿਆਂ ਨੂੰ ਪੜ੍ਹਨ ਦੀ ਲੋੜ ਹੈ। ਆਉਣ ਵਾਲਾ ਕੱਲ ਤੁਹਾਡਾ ਕਿਹੋ ਜਿਹਾ, ਤੁਹਾਡੇ ਹਿੱਸੇ ਦੀ ਆਜ਼ਾਦੀ ਕੌਣ ਖੋਹ ਕੇ ਲੈ ਗਿਆ, ਤੁਹਾਡੀ ਐਜੂਕੇਸ਼ਨ ਕਿਹੋ ਜਿਹੀ ਹੈ। ਸੋ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਕਰਦੇ ਸੀ। ਮੈਂ ਬਹੁਤ ਹੀ ਘੱਟ ਸਮੇਂ 'ਚ ਇੱਥੇ ਗੱਲ ਜੋੜਨੀ ਚਾਹੁੰਦਾ। ਇਹ ਥੀਏਟਰ ਦੇ ਰਾਹੀਂ ਅਸੀਂ ਪੱਲੇਦਾਰ ਕਾਮਿਆਂ 'ਚ ਗਏ, ਰੋਡਵੇਜ਼ ਕਾਮਿਆਂ 'ਚ ਗਏ, ਬਿਜਲੀ ਕਾਮਿਆਂ 'ਚ ਗਏ, ਪਿੰਡਾਂ ਦੇ ਮਜ਼ਦੂਰਾਂ ਦੇ ਤੱਕ ਗਏ, ਕਿਸਾਨਾਂ ਤੱਕ ਗਏ। ਅਸੀਂ ਉਹਨਾਂ ਨੂੰ ਸੁਨੇਹਾ ਦੇਣ ਲੱਗੇ ਕਿ ਇਸ ਤਰ੍ਹਾਂ ਦੀਆਂ ਲਹਿਰਾਂ ਰਹੀਆਂ ਨੇ ਪਹਿਲਾਂ, ਬੱਬਰ ਅਕਾਲੀ ਲਹਿਰ ਸੀ, ਗਦਰ ਲਹਿਰ ਸੀ, ਕਿਰਤੀ ਲਹਿਰ ਸੀ, ਖੁਸ਼ਹੈਸੀਅਤ ਟੈਕਸ ਮੋਰਚਾ ਸੀ, ਵੱਖ-ਵੱਖ ਇਸ ਦੇਸ਼ ਦੇ ਲੋਕ ਏਦਾਂ ਲੜਦੇ ਆਉਂਦੇ ਸੀ। ਕਿਵੇਂ ਤੁਹਾਡੇ ਨਾਲ ਧੋਖਾ ਹੋ ਗਿਆ 47 'ਚ, ਕਿਵੇਂ ਮੁਲਕ ਵੰਡ ਦਿੱਤਾ, ਕਿਵੇਂ 10 ਲੱਖ ਲੋਕ ਇੱਥੇ ਕਤਲ ਹੋਏ, ਕਿੱਥੇ ਆਪਾਂ ਸੁੱਤੇ ਪਏ ਆ, ਤੁਹਾਡੇ ਵਾਸਤੇ ਬਹੁਤ ਔਖੇ ਦਿਨ ਆਉਣਗੇ। ਉਹ ਗੱਲਾਂ ਅੱਜ ਵੀ ਸੈਂਕੜੇ ਪਿੰਡ ਨੇ ਪੰਜਾਬ ਦੇ ਜਿਨ੍ਹਾਂ ਨੂੰ ਸਾਡੀਆਂ 45 ਸਾਲ ਪਹਿਲਾਂ ਦੀਆਂ ਗੱਲਾਂ ਬੋਲੀਆਂ ਹੋਈਆਂ ਯਾਦ ਨੇ, ਜਿਹੜੇ ਉਹ ਜਿੰਦਾ ਨੇ ਕਿ ਅਸੀਂ ਉਦੋਂ ਨਹੀਂ ਸੀ ਸੁਣਦੇ ਅਜੇ। ਅੱਜ ਸਾਨੂੰ ਪਤਾ ਲੱਗਦਾ ਕਿ ਜਿਹੜਾ ਤੁਸੀਂ ਉਦੋਂ ਹੋਕਾ ਦਿੰਦੇ ਹੁੰਦੇ ਸੀ, ਜਦੋਂ ਸਾਡੇ ਹੁਣ ਤੁਸੀਂ ਕੋਈ ਨਾਟਕ ਨਹੀਂ ਕੀਤੇ, ਇਕੱਲੇ ਥੀਏਟਰ ਨਹੀਂ ਇਕੱਲਾ ਕੀਤਾ, ਉਸ ਥੀਏਟਰ ਰਾਹੀਂ ਜਿਹੜਾ ਸੁਨੇਹਾ ਦਿੱਤਾ, ਜਿਹੜੇ ਗੁਰਸ਼ਨ ਭਾਜੀ ਅੱਜ ਕਹਿੰਦੇ ਆ ਕਿ ਜੇ ਰੰਗ ਮੰਚ ਨੇ ਕੋਈ ਸਵਾਲ ਹੀ ਨਹੀਂ ਖੜਾ ਕਰਨਾ ਤਾਂ ਥੀਏਟਰ ਕਰਨਾ ਕਾਹਦੇ ਲਈ ਆ। ਤਾਂ ਉਸ ਮੌਕੇ ਜਿਹੜੀ ਇਹਦੇ ਅਰਥ ਨੂੰ ਸਮਝ ਕੇ ਅਸੀਂ ਲੋਕਾਂ 'ਚ ਗਏ ਤਾਂ ਉਹਦੀ ਵਜ੍ਹਾ ਨਾਲ ਮਤਲਬ ਇੱਕ ਤਰ੍ਹਾਂ ਦੇ ਨਾਲ ਜਨਤਾ ਦੇ ਵਿੱਚ ਇੱਕ ਗੱਲ ਨਵੀਂ ਜਾਣ ਲੱਗੀ, ਉਹਨੂੰ ਇਹ ਚੇਤਨਾ ਦਾ ਸੰਚਾਰ ਹੋਣ ਲੱਗਿਆ। ਤੁਸੀਂ ਦੇਖੋ ਇਹੋ ਜਿਹਾ ਰੰਗਮੰਚ ਕਿਵੇਂ ਹੋਊਗਾ ਵੀ ਅਸੀਂ ਬੰਦਿਆਂ ਨੇ ਬੈਠਣਾ, ਸਾਨੂੰ ਜੋ ਆਉਣਾ, ਨਾ ਅਸੀਂ ਥੀਏਟਰ ਦਾ ਕੁਝ ਪੜ੍ਹਿਆ ਸੀ, ਨਾ ਅਸੀਂ ਕੋਈ ਥੀਏਟਰ ਦਾ ਡਿਪਲੋਮਾ ਕੀਤਾ ਸੀ, ਨਾ ਅਸੀਂ ਕੋਈ ਸਕ੍ਰਿਪਟ ਰਾਈਟਰ ਸੀਗੇ। ਅਸੀਂ 7-8 ਬੰਦਿਆਂ ਨੇ ਬੈਠਣਾ, ਅਸੀਂ ਨਾਟਕ ਲਿਖ ਲਿਆ ਸਰਾਭਾ ਜਿੰਦਾ ਹੈ। ਹਾਂਜੀ, ਅਸੀਂ ਇਸ ਤਰ੍ਹਾਂ ਨਾਟਕ ਲਿਖਿਆ ਔਰੰਗਜ਼ੇਬ ਅਜੇ ਮਰਿਆ ਨਹੀਂ, ਅਸੀਂ ਨਾਟਕ ਲਿਖਿਆ ਦਿੱਲੀ ਦਾ ਰੰਗ, ਤੇ 7-8 ਬੰਦੇ ਬੈਠਦੇ ਸੀਗੇ, ਉਹਦੇ ਵਿੱਚ ਹੀ ਅਸੀਂ ਸੋਚ ਕੇ ਕਰਦੇ ਸੀ ਔਰ ਪਿੰਡ ਪਿੰਡ ਜਾਂਦੇ ਸੀਗੇ। ਜਿਵੇਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਨਤਾ ਜਾਣੇ, ਜਾਂ ਪੁੱਤ ਦਾ ਮੁੱਲ ਨਾਟਕ ਅਸੀਂ ਬਹੁਤ ਕਰਦੇ ਰਹੇ, ਗੁਰਸ਼ਨ ਭਾਜੀ ਦੇ ਨਾਟਕ, ਇੱਕ ਰੋਟੀ ਇੱਕ ਮਸਲਾ, ਇਹ ਸਾਰਾ ਬਹੁਤ ਕਰਦੇ ਰਹੇ ਹਨਾ। ਤੇ ਇਸ ਤਰੀਕੇ ਦੇ ਨਾਲ ਉਹ ਪਿੰਡਾਂ ਦੇ ਲੋਕਾਂ ਤੱਕ ਜਿਹੜੇ ਜਦੋਂ ਜਾਣ ਲੱਗੇ, ਫਿਰ ਸਾਨੂੰ ਪਿੰਡਾਂ ਦੇ ਵਿਦਿਆਰਥੀ ਲੈ ਕੇ ਜਾਣ ਲੱਗੇ ਕਾਲਜਾਂ ਦੇ ਵਿੱਚ, ਦਰਾਹਾ ਕਾਲਜ, ਸੁਧਾਰ ਦਾ ਕਾਲਜ, ਜਿੱਥੋਂ ਦਾ ਜਗਤਾਰ ਸ਼ਹੀਦ ਹੋ ਗਿਆ ਸੀ, ਤੇ ਵੱਖ-ਵੱਖ ਥਾਵਾਂ ਦੇ ਉੱਤੇ। ਕਮਾਲ ਦੀ ਗੱਲ ਹੈ ਵੀ ਪਿੰਡਾਂ ਦੇ ਬੇਰੁਜ਼ਗਾਰ ਇਕੱਠੇ ਹੋਣ ਲੱਗ ਗਏ, ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਬਣ ਗਈ, ਬੇਰੁਜ਼ਗਾਰ ਅਧਿਆਪਕਾਂ ਦੀਆਂ ਪਿੰਡ-ਪਿੰਡ ਕਮੇਟੀਆਂ ਬਣ ਗਈਆਂ, ਉਹ ਰੰਗਮੰਚ ਨੂੰ ਬੁਲਾਉਣ ਲੱਗ ਗਏ। ਸਾਨੂੰ ਤਾਂ ਸਾਡੇ ਕੋਲੇ ਉਹੀ ਕੱਪੜੇ ਹੁੰਦੇ ਸੀ। ਮੈਂ ਹੁਣੀ ਅਜੇ 4-5 ਦਿਨ ਪਹਿਲਾਂ ਹੀ ਮਲੇਰਕੋਟਲੇ ਦੇ 2-3 ਪਿੰਡਾਂ ਦੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਮੇਰੇ ਕੋਲੇ ਟੁੱਟਿਆ ਪਜਾਮਾ ਮੇਰੇ ਪਾਇਆ ਹੋਇਆ ਤੇ ਮੇਰੀਆਂ ਟੁੱਟੀਆਂ ਚੱਪਲਾਂ ਨੂੰ ਸੂਲਾਂ ਲੱਗੀਆਂ ਹੋਈਆਂ ਦੇਖੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਹੁੰਦੇ। ਉਹੀ ਧੋ ਕੇ ਸਾਡੀ ਘਲਾੜੀ ਚੱਲਦੀ ਹੁੰਦੀ ਸੀ, ਸਾਡੀ ਮੋਟਰ ਦੇ ਤੁਸੀਂ ਕੱਪੜੇ ਧੋ ਕੇ ਪਾ ਲੈਂਦੇ ਸੀ, ਸੁਕਾ ਲੈਂਦੇ ਸੀ, ਇਸ ਤਰ੍ਹਾਂ ਹੀ ਕੰਮ ਕਰਦੇ ਸੀ। ਸੋ ਉਸ ਦੌਰ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਸਾਰਿਆਂ ਤੇ ਬਹੁਤ ਵੱਡੀ ਪੱਧਰ ਤੇ ਮੁਜ਼ਾਹਰੇ ਹੋਏ, ਗ੍ਰਿਫਤਾਰੀਆਂ ਹੋ ਗਈਆਂ। ਜਿਹੜੀ ਚੰਡੀਗੜ੍ਹ ਦੀ ਬੜੈਲ ਜੇਲ੍ਹ ਹੈ, ਇਸ ਜੇਲ੍ਹ ਦੇ ਵਿੱਚ ਸੈਂਕੜਿਆਂ ਦੀ ਤਾਦਾਦ 'ਚ ਟੀਚਰ ਭਰ ਦਿੱਤੇ ਔਰ ਉੱਥੇ ਅੰਦਰ ਅਸੀਂ ਮਸਲਾ ਰੋਟੀ ਦਾ, ਪੁੱਤ ਦਾ ਮੁੱਲ ਨਾਟਕ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਉਹਦੇ ਅੰਦਰ ਜੇਲ੍ਹ ਦੇ ਅੰਦਰ ਵੀ ਅਸੀਂ ਕਰਕੇ ਆਏ, ਬੜੈਲ ਜੇਲ੍ਹ ਦੇ ਅੰਦਰ ਚੰਡੀਗੜ੍ਹ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਹੁਣ ਜਾ ਕੇ 11-12 ਦੇ ਦੌਰ ਦੇ ਵਿੱਚ ਸਾਡੀ ਚੰਡੀਗੜ੍ਹ ਤੋਂ 35,000 ਕਿਸਾਨਾਂ ਮਜ਼ਦੂਰਾਂ ਦੇ ਰੈਲੀ ਦੇ ਵਿੱਚ ਸਾਡੀ ਵੀ ਗ੍ਰਿਫਤਾਰੀ ਹੋ ਗਈ। ਤਾਂ ਜਦੋਂ ਅਸੀਂ ਬੜੈਲ ਜੇਲ੍ਹ 'ਚ ਮੈਨੂੰ ਹੁਣ ਉੱਥੇ ਕਾਫੀ ਦੇਰ ਰੱਖਿਆ ਤਾਂ ਉਹ ਥੜਾ ਰੰਗਮੰਚ ਦਾ ਉੱਥੇ ਉਹ ਕਾਇਮ ਹੈ।
ਤਾਂ ਅੰਦਰ 22 ਦਿਨ ਜਦੋਂ ਅਸੀਂ ਰਹੇ, ਸ਼ਿੰਗਾਰਾ ਮਾਨ, ਝੰਡਾ ਸਿੰਘ ਜੇਠੂ ਕੇ, ਜੋਰਾ ਸਿੰਘ ਦਸਰਾਲੀ, ਇਹ ਸਾਰੇ ਹੁੰਦੇ ਸੀ। ਅਸੀਂ ਉਹ ਥੜੇ ਤੇ ਖੜੇ ਕਿ ਇੱਥੇ ਅਸੀਂ 1978 ਦੇ ਵਿੱਚ ਪੁੱਤ ਦਾ ਮੁੱਲ ਨਾਟਕ ਕੀਤਾ ਸੀ ਮੋਗੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ। ਉਹ ਥੜਾ ਕਿਆ ਇੱਥੇ ਬਾਤ ਹੈ। ਇਹ ਮੋਲਕ ਭਾਜੀ, ਇਹ ਬੜੀ ਵੈਸੇ ਤੁਹਾਡੀਆਂ ਗੱਲਾਂ 'ਚ ਇੰਨੀ ਵੱਡੀ ਹਿਸਟਰੀ ਹੈ, ਇੰਨਾ ਵੱਡਾ ਜਿਹੜਾ ਕਿ ਪ੍ਰੋਗਰੈਸਿਵ ਧਿਰਾਂ ਵੱਲੋਂ ਜਿਹੜਾ ਕੀਤਾ ਗਿਆ, ਇੱਕ ਕਹਿ ਲਓ ਕਿ ਜਰਨੀ ਹੈ ਪੂਰੀ ਤੁਹਾਡੀਆਂ ਗੱਲਾਂ ਦੇ ਵਿੱਚ। ਔਰ ਉਹਦੇ ਵਿੱਚ ਤੁਸੀਂ ਜਿਹੜੀ ਖੂਬਸੂਰਤ ਗੱਲ ਜਿਹੜੀ ਕੀਤੀ ਹੈ ਨਾ, ਕਿ ਰੰਗਮੰਚ ਨੇ ਕਿਵੇਂ ਸਾਥ ਦਿੱਤਾ, ਰੰਗਮੰਚ ਨੇ ਕਿਵੇਂ ਤੁਹਾਨੂੰ ਅੱਗੇ ਲੈ ਕੇ ਗਿਆ। ਤੁਸੀਂ ਰੰਗਮੰਚ ਕਿਵੇਂ ਵਿਹੜੇ ਵਾਲਿਆਂ ਕੋਲ, ਮਜ਼ਦੂਰਾਂ ਕੋਲ, ਕਿਸਾਨਾਂ ਕੋਲ ਰੰਗਮੰਚ ਦੇ ਰਾਹੀਂ ਤੁਸੀਂ ਪਹੁੰਚੇ, ਕਿਵੇਂ ਤੁਸੀਂ ਸਾਈਕਲ ਦੇ ਉੱਤੇ ਬੈਟਰੀ ਰੱਖ ਕੇ ਲੈ ਕੇ ਜਾਂਦੇ ਰਹੇ, ਹੈ ਨਾ। ਇਹ ਜਿਹੜੀਆਂ ਮਿਹਨਤਾਂ ਸੀ, ਮੈਨੂੰ ਬੈਟਰੀ ਵਾਲੀ ਗੱਲ ਤੋਂ ਨਾਲ ਹੀ ਗੱਲ ਯਾਦ ਆ ਗਈ ਕਿ ਤੁਹਾਡੇ ਟਾਈਮ ਤੇ ਸਾਈਕਲ ਆ ਗਿਆ। ਭਾਜੀ ਦੱਸਦੇ ਹੁੰਦੇ ਸੀ ਕਿ ਉਹ 1958-57 ਦੇ ਵਿੱਚ ਕੁਝ ਇਹੋ ਜਿਹਾ ਵੀ ਦੌਰ ਸੀ ਕਿ ਉਹ ਆਪਣੇ ਮੋਢੇ ਤੇ ਬੈਟਰੀ ਰੱਖ ਕੇ ਤੇ ਉਹ ਨਾਟਕਾਂ ਦੇ ਪ੍ਰਬੰਧ ਜਿਹੜੇ ਸੀ ਇਪਟਾ ਲਹਿਰ ਲਈ ਤੇ ਦੂਜਿਆਂ ਲਈ ਉਹ ਕਰਦੇ ਸੀ। ਉਹ ਯਾਨੀ ਕਿ ਉਹ ਵੀ ਇੱਕ ਦੌਰ ਸੀਗਾ। ਤੇ ਉਦੋਂ ਇੱਕ ਜਿਹੜਾ ਬੈਟਰੀ ਦੀ ਜਰਨੀ ਕਹਿ ਲਓ ਕਿ ਉਹ ਤੁਸੀਂ ਭਾਜੀ ਦੇ ਨਾਲ ਜੁੜੇ, ਭਾਜੀ ਤੁਹਾਡੇ ਨਾਲ, ਔਰ ਰੰਗਮੰਚ ਇਸ ਤਰ੍ਹਾਂ ਸਫ਼ਰ ਕਰਦਾ ਪਿਆ ਵਾ। ਤੇ ਮੋਲਕ ਭਾਜੀ, ਮੈਂ ਬਸ ਅਗਲੀਆਂ ਗੱਲਾਂ ਦੇ ਵਿੱਚ ਹੁਣ ਇਹ ਜਾਣਨਾ ਚਾਹਾਂਗਾ, ਜਿਹੜਾ ਹੁਣ ਤੁਸੀਂ ਬੜੈਲ ਜੇਲ੍ਹ ਦੇ ਵਿੱਚ ਪਹੁੰਚੇ, ਇੱਥੇ ਆਪਾਂ ਬਾਅਦ ਵਿੱਚ ਪਹੁੰਚਦੇ, ਪਹਿਲਾਂ ਅਸੀਂ ਪਿਛਲੇ ਸਫ਼ਰ ਦੇ ਵਿੱਚ ਜਿਹੜਾ ਬਹੁਤ ਸਟਰੋਂਗ ਤੁਸੀਂ ਕੰਮ ਕੀਤਾ ਹੋਇਆ ਵਾ, ਉਹ ਮੈਂ ਜਾਣਨਾ ਚਾਹਾਂਗਾ ਕਿ ਉਸ ਤੋਂ ਬਾਅਦ ਜਿਹੜਾ 73-74 ਤੋਂ ਬਾਅਦ ਜਿਹੜਾ ਅਗਲਾ ਪੀਰੀਅਡ ਸੀ, ਜਿਹੜਾ ਕਿ ਅੱਤਵਾਦ ਸ਼ੁਰੂ ਹੋਣ ਤੋਂ ਪਹਿਲਾਂ ਦਾ ਪੀਰੀਅਡ ਸੀ, ਤੇ ਉਹਦੇ ਵਿਚਕਾਰ ਐਮਰਜੈਂਸੀ ਵੀ ਸੀ। ਬਿਲਕੁਲ। ਹਾਂ, ਫਿਰ ਇਹ ਲਹਿਰਾਂ ਤੁਹਾਡੇ ਨਾਲ ਕਹਿ ਲਓ ਕਿ ਤੁਰਦੀਆਂ ਰਹੀਆਂ, ਤੁਸੀਂ ਵੀ ਲਹਿਰਾਂ ਦੇ ਨਾਲ ਨਿਭਦੇ ਰਹੇ ਕਿ ਪੰਜਾਬ 'ਚ ਜਿੰਨੀਆਂ ਵੀ ਲਹਿਰਾਂ ਤੁਰੀਆਂ, ਹੈ ਨਾ, ਤਾਂ ਤੁਸੀਂ ਕਿਵੇਂ ਨਾਲ ਨਿਭਦੇ ਰਹੇ ਰੰਗਮੰਚ ਦੇ ਰਾਹੀਂ, ਗੀਤਾਂ ਦੇ ਰਾਹੀਂ, ਸੰਗੀਤ ਦੇ ਰਾਹੀਂ, ਹੈ ਨਾ, ਉਹ ਜਿਹੜਾ ਹੋਕਾ ਦਿੰਦੇ ਰਹੇ, ਮੈਂ ਉਹਦੀ ਗੱਲ ਸੁਣਨੀ ਚਾਹੁੰਦਾ ਤੁਹਾਡੇ ਕੋਲ। ਜੀ ਹਾਂ, ਉਹਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਦੋ ਗੱਲਾਂ ਦਾ ਬਹੁਤ ਖਤਰਾ ਰਹਿੰਦਾ, ਜਿਹੜਾ ਮੈਂ ਜੀਵਨ ਚੋਂ ਸਿੱਖਿਆ, ਉਹ ਤੋਂ ਅਸੀਂ ਸੰਭਲ ਕੇ ਰਹੇ ਹਾਂ। ਇੱਕ ਤਾਂ ਇਹ ਹੈ ਕਿ ਵੀ ਥੀਏਟਰ ਇਸ ਤਰ੍ਹਾਂ ਦਾ ਕਰਨਾ ਕਿ ਆਪਾਂ ਜਿਵੇਂ ਲੋਕਾਂ ਦੀ ਕੋਈ ਗੱਲ ਹੀ ਨਹੀਂ ਕਰਨੀ, ਇਹ ਤੋਂ ਅਸੀਂ ਬਚ ਕੇ ਰਹੇ। ਅਸੀਂ ਲੋਕਾਂ ਦੀ ਹੀ ਗੱਲ ਕਰਦੇ ਰਹੇ, ਟਿਕਾ ਕੇ ਕਰਦੇ ਨੇ। ਪਰ ਇੱਕ ਰੰਗਮੰਚ ਤੇ ਕਈ ਵਾਰੀ ਇੰਪੋਜੀਸ਼ਨ ਇਹੋ ਜਿਹੀ ਕੀਤੀ ਜਾਂਦੀ ਆ, ਗਲਤ ਰੁਝਾਨ ਨੇ ਉਹ, ਵੀ ਰੰਗਮੰਚ ਦਾ ਮਤਲਬ ਇਹ ਆ ਵੀ ਜਿਵੇਂ ਉਹ ਕਿਤੇ ਪੋਲੀਟੀਕਲ ਪਾਰਟੀ ਹੁੰਦੀ ਆ, ਉਹ ਪੋਲੀਟੀਕਲ ਪਾਰਟੀ ਵਾਂਗੂ ਸਪੋਕਸਮੈਨ ਬਣੇ। ਇਹ ਗੱਲਾਂ ਜਿਹੜੀਆਂ ਨੇ, ਇਹਨੇ ਸਾਡਾ ਸਾਰਾ ਖੇਤਰ ਸ਼ਰਿੰਕ ਕਰਦੀਆਂ ਨੇ, ਜਿਹੜੀਆਂ ਉਹਨੂੰ ਬਹੁਤ ਸੁੰਗੇੜ ਕੇ ਰੱਖ ਦਿੰਦੀਆਂ ਨੇ। ਪੋਲੀਟੀਕਲ ਪਾਰਟੀਆਂ ਨੇ, ਗਰੁੱਪਾਂ ਨੇ ਆਪਣਾ ਕੰਮ ਕਰਨਾ, ਉਹਨਾਂ ਦਾ ਆਪਣਾ ਕੰਮ ਆ, ਟ੍ਰੇਡ ਯੂਨੀਅਨ ਦਾ ਆਪਣਾ ਕੰਮ ਆ, ਮਾਹ ਜਥੇਬੰਦੀਆਂ ਦਾ ਆਪਣਾ ਕੰਮ ਆ, ਤਰਕਸ਼ੀਲ ਸੁਸਾਇਟੀ ਦਾ, ਡੈਮੋਕ੍ਰੈਟਿਕ ਜਥੇਬੰਦੀ, ਜਮਹੂਰੀ ਅਧਿਕਾਰ ਸਭਾ ਵਰਗੀਆਂ ਸੰਸਥਾਵਾਂ ਦਾ ਆਪਣਾ ਕੰਮ ਹੈ। ਉਹਨਾਂ ਨੂੰ ਸਾਰੇ ਕੰਮ ਨੂੰ ਸਲਾਮ ਹੈ। ਪਰ ਜਿਹੜੀ ਥੀਏਟਰ ਦਾ ਕੰਮ ਹੈ, ਕਵਿਤਾ ਦਾ ਕੰਮ ਆ, ਸਾਹਿਤ ਦਾ ਕੰਮ ਆ, ਸੱਭਿਆਚਾਰ ਦਾ ਕੰਮ ਆ, ਉਹਨੇ ਲੋਕਾਂ ਦੇ ਵਿੱਚੋਂ ਹੀ ਮਿੱਟੀ ਚੁੱਕਣੀ ਆ, ਉਸ ਮਿੱਟੀ ਨੂੰ ਕੁੱਟਣਾ, ਉਹਨੂੰ ਗੁੰਨਣਾ, ਔਰ ਉਹਦੇ ਵਿੱਚੋਂ ਜਿਹੜਾ ਆਪਣਾ ਥੀਏਟਰ ਦਾ ਚੀਜ਼ ਤਿਆਰ ਕਰਨੀ ਆ, ਉਹਨੇ ਅਣਛੂਹੀਆਂ ਜਿਹੜੀਆਂ ਪਰਤਾਂ ਨੇ ਮਾਨਸਿਕਤਾ ਦੀਆਂ, ਮਨੋਵਿਗਿਆਨਕ ਤੌਰ ਦੇ ਉੱਤੇ, ਉੱਥੇ ਜਾ ਕੇ ਉਹਨੇ ਟੱਚ ਕਰਨਾ, ਜਿਹੜਾ ਇਹੋ ਜਿਹੀ ਸਲੇਟ ਦੇ ਉੱਤੇ ਉਹਨੇ ਇੱਕ ਸਨੇਹੇ ਉਕਰਨੇ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਮਾਜ ਦੇ ਵਾਸਤੇ ਇੱਕ ਰੌਸ਼ਨੀ ਦਾ ਕੰਮ ਕਰਨਾ, ਜਿਹੜੀਆਂ ਦੋ ਅੱਖਾਂ ਦੀ ਬਜਾਏ ਤੀਜੀ ਅੱਖ ਨੂੰ ਜਾ ਕੇ ਨਜ਼ਰ ਪੈਂਦੀ ਹੈ। ਸੋ ਇਹ ਸਾਰੇ ਕੰਮ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਵਿੱਚ ਵੀ ਬਹੁਤ ਟੈਸਟ ਦਾ ਦੌਰ ਸੀਗਾ, 1.5 ਸਾਲ ਦਾ, ਕਿ ਇਹਦੇ ਵਿੱਚ ਰੰਗਮੰਚ ਕਿਵੇਂ ਹੋਊਗਾ। ਅਸੀਂ ਇਹਦੇ ਵਿੱਚ ਰੰਗਮੰਚ ਕੀਤਾ, ਮੇਰੇ ਪਿੰਡ ਦੇ ਵਿੱਚ ਵੀ ਕੀਤਾ। ਦੇਖੋ, ਅੱਜ ਅਸੀਂ ਕਈ ਤਰ੍ਹਾਂ ਦੀਆਂ ਹੋ ਸਕਦਾ ਗਲਤੀਆਂ ਕਰਦੇ ਹੋਈਏ, ਪਰ ਉਸ ਮੌਕੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਵੀ ਮਨਾਉਂਦੇ ਸੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਵਾਲੇ ਦਿਨ ਵੀ ਪਿੰਡ 'ਚ ਨਾਟਕ ਕਰਦੇ ਸੀ, ਅਸੀਂ ਭਗਤ ਸਿੰਘ ਦੇ ਦਿਨ ਦੇ ਉੱਤੇ ਵੀ ਨਾਟਕ ਕਰਦੇ ਸੀ। ਔਰ ਸਾਡੇ ਪਿੰਡ, ਮੇਰੇ ਆਪਣੇ ਪਿੰਡ ਦੇ ਵਿੱਚ ਮੇਰੀ ਹੇਅਰ ਕਟਿੰਗ ਕੀਤੀ ਹੋਵੇ, ਉਸ ਦੌਰ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਨੇ, ਮੈਂ ਆਪਣੇ ਪਿੰਡ ਦੀ ਗੱਲ ਕਰਨਾ, ਉਹਨਾਂ ਨੇ ਵੀ ਇਹ ਗੱਲ ਸੁਣਨੀ ਆ। ਐਮਰਜੈਂਸੀ ਸਰਬਸੰਮਤੀ ਨਾਲ ਪਿੰਡ ਦੇ ਲੋਕਾਂ ਨੇ ਕਿਹਾ ਕਿ ਆਹ ਪਿਆ ਕਾਗਜ਼ ਪੈਨ, ਆਹ ਪਿਆ ਰਜਿਸਟਰ, ਆਪਣੇ ਪਿੰਡ ਦੀ ਗੁਰਦੁਆਰਾ ਕਮੇਟੀ ਜਿਹੜੀ ਆ, ਉਹਦਾ ਜਨਰਲ ਸਕੱਤਰ ਜੇ ਬਣਾਉਣਾ ਤਾਂ ਤੈਨੂੰ ਬਣਾਉਣਾ। 100 ਬਿੱਗੇ ਜ਼ਮੀਨ ਸੀ ਸਾਡੇ ਪਿੰਡ ਦੀ ਗੁਰਦੁਆਰੇ ਨੂੰ, 40-45 ਘਰ ਨੇ ਸਾਰੇ, ਤੇ 100 ਬਿੱਗੇ ਜ਼ਮੀਨ ਉਹਦੀ ਗੁਰਦੁਆਰੇ ਦੀ, ਜਿਹਦੇ ਚੰਗੇ ਉਹ ਹਰ ਸਾਲ ਸਾਡੇ ਮਤਲਬ ਗੁਰਸ਼ਨ ਭਾਜੀ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਵੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਵੀ ਅਸੀਂ ਗੁਰਦੁਆਰਾ ਕਮੇਟੀ ਵੱਲੋਂ ਹੀ ਨਾਟਕ ਕਰਾਉਂਦੇ ਰਹੇ ਹਾਂ। ਤੇ ਅਸੀਂ ਕੋਈ ਗਾਤਰੇ ਨਹੀਂ ਸੀ ਪਾਏ, ਕੋਈ ਅੰਮ੍ਰਿਤ ਨਹੀਂ ਸੀ ਛਕਿਆ। ਤੇ ਪਰ ਇਹ ਵੀ ਇੱਕ ਗੱਲ ਹੁੰਦੀ ਹੈ ਵੀ ਥੋੜੀ ਜਿਹੀ ਠੋਸ ਕਮਾਈ ਕਿਹੋ ਜਿਹੀ ਹੈ ਇੱਕ ਪਿੰਡ ਦੇ ਵਿੱਚੋਂ ਹੋ ਕੇ। ਆਲੇ ਦੁਆਲੇ ਐਮਰਜੈਂਸੀ ਦੇ ਵਿੱਚ ਅਸੀਂ 75 ਪਿੰਡਾਂ 'ਚ ਉਹ ਕੰਮ ਕਰਿਆ। ਗੜੇਮਾਰ ਹੋ ਗਈ 9 ਅਪ੍ਰੈਲ ਨੂੰ 1975 ਨੂੰ ਗੜੇਮਾਰ ਹੋਈ 75 ਪਿੰਡਾਂ ਦੇ ਵਿੱਚ।
ਸਾਹਨੇਵਾਲ, ਦਰਾਹਾ, ਖੰਨੇ ਤੱਕ ਦੇ ਪਿੰਡਾਂ 'ਚ 75 ਦੇ 75 ਪਿੰਡਾਂ 'ਚ ਮਤਲਬ ਸਾਡੇ ਲੱਕ ਚੜ੍ਹ ਗਏ ਸੀਗੇ। ਅਸੀਂ ਲਗਾਤਾਰ 5-6 ਮਹੀਨੇ ਇਕੱਲੇ ਘਰ ਜਾ ਕੇ ਲੋਕਾਂ ਨੂੰ ਆਰਗੇਨਾਈਜ਼ ਕੀਤਾ ਔਰ ਬਹੁਤ ਵੱਡੇ ਡੈਮੋਨਸਟ੍ਰੇਸ਼ਨ ਕੀਤੇ ਐਮਰਜੈਂਸੀ ਦੌਰ 'ਚ, ਤੇ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਦੇ ਨਾਟਕ ਲੈ ਕੇ ਗਏ ਛੋਟੇ ਜਿਵੇਂ ਮੁਆਵਜ਼ਾ ਨਾਟਕ ਹੈ, ਜਾਂ ਮਤਲਬ ਇਸੇ ਤਰੀਕੇ ਨਾਲ ਲੋਕਾਂ ਦੀਆਂ ਜਿਹੜੀਆਂ ਫਸਲਾਂ ਮਾਰੀਆਂ ਜਾਂਦੀਆਂ ਨੇ ਉਹ 'ਤੇ ਕਿਵੇਂ ਅਸਰ ਪੈਂਦੇ ਆ ਉਹਨਾਂ ਦੇ ਉੱਤੇ। ਉਹ ਦੌਰ ਦੇ ਵਿੱਚ ਇੱਕ ਨਮੂਨੇਦਾਰ ਕੰਮ ਹੈ ਉਦੋਂ ਦਾ, ਇੱਕ ਬਹੁਤ ਲੰਮਾ ਚੌੜਾ ਹਿਸਟਰੀ ਹੈ ਉਹਦੀ ਆਪਣੇ ਆਪ ਦੇ ਵਿੱਚ ਐਮਰਜੈਂਸੀ ਦੇ ਦੌਰ ਦੀ। ਉਹਦੇ ਵਿੱਚ ਵੀ ਥੀਏਟਰ ਸੀ ਲੋਕਾਂ 'ਚ ਲੈ ਕੇ ਗਏ, ਤੇ ਜਨਤਾ ਦੇ ਕੋਲ ਉਸ ਤਰ੍ਹਾਂ ਦੀ ਸੁਰ ਦੇ ਵਿੱਚ ਲੈ ਕੇ ਗਏ ਜਿਹੜੀ ਉਹਨਾਂ ਨੂੰ ਸਮਝ ਆ ਸਕੇ। ਤੇ ਉਸ ਮੌਕੇ ਤੇ ਕਿ ਕੂੜੇ ਟੁੱਟੇ ਪਾਲ, ਪਰਖ, ਤੇ ਇਸੇ ਤਰੀਕੇ ਦੇ ਨਾਲ ਹਾਂਜੀ ਮਤਲਬ ਇਸ ਤਰ੍ਹਾਂ ਦੇ ਪਲੇ ਜਿਹੜੇ ਆ ਉਹ ਲੋਕਾਂ 'ਚ ਮਤਲਬ ਲੈ ਕੇ ਗਏ। ਹੈਲੋ ਡਾਕਟਰ ਸਾਹਿਬ ਤੁਹਾਡਾ ਹਾਂ ਠੀਕ ਹੈ ਉਹ ਕਿਸੇ ਦਾ ਮਾਈਕ ਚੱਲ ਪਿਆ ਸੀ ਜੀ। ਸੋ ਇਸ ਤਰੀਕੇ ਦੇ ਨਾਲ ਐਮਰਜੈਂਸੀ ਦੇ ਦੌਰ 'ਚ ਲੈ ਕੇ ਗਏ 75, 76, 77, 78 ਇਹ ਸਾਰੇ ਦੌਰ ਦੇ ਵਿੱਚ ਫਿਰ ਬਹੁਤ ਵੱਡੀ ਪੱਧਰ ਦੇ ਉੱਤੇ ਕੰਮ ਮਤਲਬ ਹੋਇਆ ਰੰਗਮੰਚ ਦਾ। ਤੇ ਇਹ ਕੰਮ ਜਿਹੜਾ 81 ਤੱਕ ਦਾ ਇੱਕ ਫੇਜ਼ ਆ ਜਿਹਦੇ ਵਿੱਚ ਅਸੀਂ ਪੰਜਾਬ ਨਾਟਕ ਕਲਾ ਕੇਂਦਰ ਨਾਂ ਦੀ ਇੱਕ ਟੀਮ ਬਣਾਈ। ਪੰਜਾਬ ਨਾਟਕ ਕਲਾ ਕੇਂਦਰ ਦੀਆਂ ਇਕਾਈਆਂ ਬਣਾਈਆਂ, ਪੰਜਾਬ ਨਾਟਕ ਕਲਾ ਕੇਂਦਰ ਪਟਿਆਲਾ, ਪੰਜਾਬ ਨਾਟਕ ਕਲਾ ਕੇਂਦਰ ਫਰੀਦਕੋਟ, ਇਸੇ ਤਰ੍ਹਾਂ ਲੁਧਿਆਣਾ, ਪਹਿਲਾਂ ਨਸਰਾਲੀ ਪਿੰਡ ਦੀ ਬਣਾਈ ਸੀ ਟੀਮ, ਉਸ ਤੋਂ ਬਾਅਦ ਸ਼ਾਹਕੋਟ ਦੀ ਟੀਮ ਬਣਾਈ। ਇਸੇ ਤਰ੍ਹਾਂ ਦੇ ਨਾਲ ਜਿਹੜੀ ਹੈ ਆਪਣੀ ਲੋਹੀਆਂ ਨਾਟਕ ਕਲਾ ਕੇਂਦਰ, ਲੋਹੀਆਂ ਨਾਟਕ ਕਲਾ ਕੇਂਦਰ, ਉਹਦਾ ਨਾਂ ਪੰਜਾਬ ਨਾਟਕ ਕਲਾ ਕੇਂਦਰ ਨਹੀਂ ਸੀ, ਉਹ ਆਪਣੇ ਤੌਰ ਤੇ ਵੱਖਰੀ ਸੀ ਪਰ ਸਾਡਾ ਪਾਰਟੀ ਸੀ ਲੋਹੀਆਂ ਨਾਟਕ ਕਲਾ ਕੇਂਦਰ। ਤੋਂ ਪੰਜਾਬ ਇਸੇ ਤਰ੍ਹਾਂ ਜਿਹੜੀ ਪੰਜਾਬ ਕਲਾ ਸੰਗਮ ਫਗਵਾੜਾ, ਉਦੋਂ ਹੀ ਪੰਜਾਬ ਨਾਟਕ ਕਲਾ ਕੇਂਦਰ ਜਿਹੜੀ ਫਗਵਾੜਾ ਹੁੰਦੀ ਸੀ, ਅੱਜ ਪੰਜਾਬ ਕਲਾ ਸੰਗਮ ਫਗਵਾੜਾ, ਸੁਮਨਲਤਾ ਜੀ ਆ। ਇਹ ਸਾਰੀਆਂ ਟੀਮਾਂ ਪੂਰੀਆਂ ਪੰਜਾਬ ਦੇ ਵਿੱਚ ਕੰਮ ਕਰਨ ਲੱਗੀਆਂ ਔਰ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਰਾਹੀਂ ਇੱਕ ਪੂਰਾ ਮੈਸੇਜ ਲੋਕਾਂ 'ਚ ਜਾਣ ਲੱਗਿਆ। ਤੇ ਰੰਗਮੰਚ ਦੇ ਰਾਹੀਂ, ਗੀਤਾਂ ਸੰਗੀਤਾਂ ਦੇ ਰਾਹੀਂ। ਮੇਰੀ ਇੱਕ ਛੋਟੀ ਜਿਹੀ ਕਿਤਾਬ ਸੰਗਰਾਮੀ ਬੋਲ ਉਸ ਦੌਰ ਦੀ ਪਹਿਲੀ ਕਿਤਾਬ ਆਈ, ਜਿਹੜੀ ਰੁਪਿੰਦਰ ਮਾਨ ਦੀ ਸਿਸਟਰ ਬਿਮਲਜੀਤ ਮਾਨ ਆ, ਉਹਨਾਂ ਨੇ ਉਹ ਟਾਈਟਲ ਬਣਾਇਆ ਸੀ। ਉਹ ਮੇਰੇ ਕੋਲ ਹੈਗੀ ਅਜੇ ਵੀ ਉਹ ਜੀ ਮੇਰੀ ਘਰ ਕੰਮ ਹੋਣ ਲੱਗਿਆ। ਸੋ ਇਸ ਕੰਮ ਦੀ ਇੱਕ ਕੜੀ ਜੋੜ ਫਿਰ ਇੱਕ ਨਿੱਕੀ ਜਿਹੀ ਮੁਲਾਕਾਤ ਹੈ ਜਿਹੜੀ ਉਹ ਨਿੱਕੀ ਜਿਹੀ ਮੁਲਾਕਾਤ ਇੱਕ ਇਤਿਹਾਸ ਬਣਦੀ ਹੈ ਜਿਹੜੀ ਮਤਲਬ 81 ਦੇ। ਮੈਂ ਅਮੋਲਕ ਭਾਜੀ ਮੈਂ ਉਸ ਮੁਲਾਕਾਤ ਤੋਂ ਪਹਿਲਾਂ ਥੋੜਾ ਜਿਹਾ ਪਿਛਾਂਹ ਜਾਣਾ ਚਾਹੁੰਦਾ ਕਿ ਜਦੋਂ ਐਮਰਜੈਂਸੀ ਦੌਰ ਦੇ ਵਿੱਚ ਸਾਰਾ ਇਹ ਚੱਲ ਰਿਹਾ ਸੀ, ਫੜੋ ਫੜਾਈ, ਗੁਰਸ਼ਰਨ ਭਾਜੀ ਨੂੰ ਵੀ ਨਾਟਕ ਕਰਕੇ ਜੇਲ੍ਹ 'ਚ ਜਾਣਾ ਪਿਆ ਹੈ ਨਾ, ਉਹਨਾਂ ਨੂੰ ਵੀ 3 ਮਹੀਨੇ ਦੀ ਜੇਲ੍ਹ ਹੋਈ, ਉਦੋਂ 3 ਮਹੀਨੇ ਬਾਅਦ ਵਾਪਸ ਆਏ। ਉਸ ਦੌਰਾਨ ਤੁਸੀਂ ਫਿਰ ਕਿੱਦਾਂ ਜਿਹੜਾ ਸੀ ਨਾਟਕ ਕਰ ਰਹੇ ਸੀ, ਮੈਂ ਥੋੜਾ ਜਿਹਾ ਉਹਦੇ ਦੱਸੋ। ਉਸ ਦੌਰ ਤੁਹਾਡੇ ਤੇ ਵੀ ਕੋਈ ਅਸਰ ਹੋਇਆ ਉਸ ਸਾਰੀ ਐਮਰਜੈਂਸੀ ਦਾ? ਐਮਰਜੈਂਸੀ ਦੇ ਦੌਰ ਦੇ ਵਿੱਚ ਸਾਨੂੰ, ਅਸੀਂ ਬਾਅਦ 'ਚ ਵੀ ਜਦੋਂ ਪਿਛਲ ਝਾਤ ਮਾਰਦੇ ਹਾਂ ਕਿ ਜਿੰਨਾ ਅਸੀਂ ਮੱਛੀ ਤੇ ਪਾਣੀ ਦਾ ਰਿਸ਼ਤਾ ਕਾਫੀ ਬਣ ਕੇ ਚੱਲ ਰਹੇ ਸੀ ਲੋਕਾਂ ਨਾਲ, ਤੇ ਅਸੀਂ ਗੁਰਸ਼ਰਨ ਭਾਜੀ ਵਾਂਗੂ ਸਟੇਟ ਦੀਆਂ ਨਜ਼ਰਾਂ 'ਚ ਇੰਨੇ ਰੜਕਵੇਂ ਨਹੀਂ ਸੀ ਅਜੇ, ਸਾਡਾ ਕੱਦ ਬੁੱਤ ਏਡਾ ਨਹੀਂ ਸੀ ਜਿਹਨੂੰ ਕੋਈ ਉਹ ਬਹੁਤ ਵੱਡਾ ਖਤਰਾ ਏਡਾ ਵੱਡਾ ਸਮਝਦੇ ਹੋਣ। ਤੇ ਪਰ ਅਸੀਂ ਜਿੱਦਾਂ ਅੱਜ ਕੱਲ ਇਹ ਜੰਕ ਫੂਡ ਨੂੰ ਫਾਸਟ ਫੂਡ ਕਹਿ ਕੇ ਬਰਗਰ ਦਿੱਤਾ ਜਾਂਦਾ ਨਾ, ਉਹਦੇ ਵਿੱਚ ਪਾ ਕੇ ਚੀਜ਼ ਦਿੰਦੇ ਸੀ। ਅਸੀਂ ਰੰਗਮੰਚ ਦੇ ਬਰਗਰ ਦੇ ਵਿੱਚ ਪਾ ਕੇ ਚੀਜ਼ ਜਿਹੜੀ ਦੇਣ ਦੀ ਕਲਾਕਾਰੀ ਪੂਰੀ ਸਾਡੀ ਫਿੱਟ ਸੀ ਐਨ, ਤੇ ਅਸੀਂ ਬਹੁਤ ਤਰੀਕੇ ਨਾਲ ਕੰਮ ਕਰਦੇ ਸੀ। ਤੇ ਛੇਤੀ ਕਿਤੇ ਉਹਨਾਂ ਨੂੰ ਵੀ ਇਹ ਸੀ ਵੀ ਇਹਦੀ ਕੀਮਤ ਵੀ ਮਹਿੰਗੀ ਪਊਗੀ ਉਤਾਰਨ ਵਾਸਤੇ, ਕਿਉਂਕਿ ਉਹਨਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਉਸ ਗੱਲ ਦੇ ਸਾਨੂੰ ਵੀ ਇਹਨਾਂ ਗੱਲਾਂ ਦਾ ਵੀ ਸਾਹਮਣਾ ਕਰਨਾ ਪਿਆ, ਕਾਫੀ ਤੱਤੇ ਸੁਭਾਅ ਵਾਲਿਆਂ ਦਾ, ਵੀ ਇਹ ਤਾਂ ਗੁਰੂ ਰਵਿਦਾਸ ਦੀਆਂ ਗੱਲਾਂ ਕਰਦੇ ਰਹਿੰਦੇ ਆ, ਮੁਲਕੁਣੀ ਤਾਂ ਬੇਗਮਪੁਰਾ ਵਾਸੀ ਬੋਲਦੇ ਆ, ਕਿੱਥੇ ਸਮਾਜਵਾਦ, ਕਿੱਥੇ ਬੇਗਮਪੁਰ ਦਾ ਵਾਸੀ, ਕਿੱਥੇ ਮੋਚੀ ਦਾ ਪੁੱਤ ਦੀਆਂ ਨਾਟਕ ਚੱਕੀ ਫਿਰਦੇ ਆ। ਇਹਨਾਂ ਨੂੰ ਤਾਂ ਮੌਜੇ ਤੁੰਗ ਦਾ ਨਾਟਕ ਕਰਨਾ ਚਾਹੀਦਾ, ਇਹਨਾਂ ਨੂੰ ਲੈਨਨ ਦੀ ਗੱਲ ਕਰਨੀ ਚਾਹੀਦੀ, ਇਹਨਾਂ ਨੂੰ ਸਟਾਲਨ ਦੀ ਗੱਲ ਕਰਨੀ ਚਾਹੀਦੀ ਆ। ਅਸੀਂ ਬਾਈ ਜੀ ਕਾਫੀ ਗਾਲੀ ਗਲੋਚ ਵੀ ਝੱਲਿਆ, ਬਾੜੇ ਤੱਤਿਆਂ ਤੋਂ, ਬਾੜੇ ਤਿੱਖਿਆਂ ਤੋਂ। ਅਸੀਂ ਤਾਂ ਧਰਤੀ ਨਾਲ ਜੁੜ ਕੇ, ਮਿੱਟੀ ਨਾਲ ਜੁੜ ਕੇ ਜੋ ਵੀ ਕਰ ਸਕੇ ਚੰਗਾ ਕਰ ਲਿਆ, ਫਰਕ ਰਹਿ ਗਿਆ ਹੋਊਗਾ। ਅਸੀਂ ਤਾਂ ਜਨਤਾ ਨੂੰ ਸਭ ਤੋਂ ਵੱਡਾ ਮਹਾਨ ਆਪਣਾ ਮੰਨ ਕੇ ਚੱਲੇ ਆ ਕਿ ਇਹ ਸਾਡੀ ਅਸਲ ਦੇ ਵਿੱਚ ਤਾਂ ਅਸੀਂ ਰੰਗਮੰਚ ਕਰਦੇ ਕਿਹਦੇ ਲਈ ਆ, ਕਾਹਦੇ ਵਾਸਤੇ ਕਰ ਰਹੇ ਆ। ਉਹ ਇੰਟੈਗ੍ਰੇਸ਼ਨ ਦਾ ਜਿਹੜਾ ਦੌਰ ਸੀ, ਮੇਰੇ ਨਾਲ ਦੇ ਦੋਸਤ ਵੀ ਉਸ ਦੌਰ 'ਚ ਫੜੇ ਗਏ, ਉਹਨਾਂ ਦੀਆਂ ਮਾਵਾਂ ਨੇ ਕਈਆਂ ਨੇ ਕਹਿਣਾ ਵੀ, ਹੱਸਦੀਆਂ ਨੇ ਕਹਿ ਦੇਣਾ ਵੀ ਮਤਲਬ ਤੂੰ ਫੜਿਆ ਨਹੀਂ ਗਿਆ, ਕਿ ਤੁਹਾਡੇ ਵੀ ਘਰੇ ਛਾਪਾ ਤਾਂ ਪਿਆ, ਪਰ ਤੂੰ ਉਸ ਦਿਨ ਤੂੰ ਘਰੇ ਨਹੀਂ ਸੀ ਸੌਂਦਾ, ਸਾਡੇ ਵਾਲਾ ਲੱਲੂ ਸਾਡੇ ਘਰੇ ਸੌਂ ਗਿਆ ਸੀ, ਮੇਰਾ ਪੁੱਤ ਨਾ ਥੋੜਾ ਜਿਹਾ ਉਹਨੂੰ ਘਰ ਵਾਲੀ ਰਜਾਈ 'ਚ ਜ਼ਿਆਦਾ ਨੀਂਦ ਆਉਂਦੀ ਆ, ਹੱਸਦੀਆਂ ਨੇ ਮਾਵਾਂ ਨੇ ਕਹਿਣਾ। ਤੇ ਵੀ ਮਤਲਬ ਵੀ ਤੂੰ ਉਹਦੇ ਵਿੱਚ ਰਿਹਾ। ਇਹ ਜਿਹੜਾ ਸਟਾਈਲ ਸੀ ਜੀਣ ਦਾ, ਇੱਕ ਰੈਵੋਲੂਸ਼ਨਰੀ ਸਟਾਈਲ ਵਰਕ। ਇੱਥੋਂ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ ਕਿ ਜਦੋਂ ਮਾਵਾਂ ਕਹਿੰਦੀਆਂ ਵੀ ਚੱਲ ਵੀ ਸਾਡੇ ਵਾਲਾ ਤੇ ਘਰੇ ਸੌਂ ਗਿਆ,
ਹੈ ਨਾ। ਤੇ ਮੈਨੂੰ ਥੋੜਾ ਜਿਹਾ ਚੇਤੇ ਆਇਆ ਕਿ ਇਹਨਾਂ ਦਿਨਾਂ ਦੇ ਵਿੱਚ ਫਿਰ ਮਾਂ ਨੇ ਕਿਹਾ ਨਹੀਂ ਕਿ ਪੁੱਤ ਵਿਆਹ ਵੀ ਕਰਾ ਲੈ, ਕਿੱਧਰ ਭੱਜਾ ਫਿਰਦਾ ਤੂੰ? ਹਾਂਜੀ, ਇਹ ਗੱਲ ਪਹਿਲੇ ਹੀ ਨਿਬੜ ਗਈ ਸੀ। ਅੱਛਾ। ਅੱਜ ਪਹਿਲੀ ਵਾਰੀ ਤੁਸੀਂ ਜੇ ਕਰੀ ਹੈ ਤਾਂ ਮਤਲਬ ਮੇਰਾ ਹਾਂ ਨੈਤਿਕ ਫਰਜ਼ ਬਣਦਾ ਕਿ ਮੈਂ ਇਹਨੂੰ ਛੁਪਾਵਾਂ ਨਾ। ਹਾਂ। ਇੱਕ ਕਾਲਜ ਦੇ ਫਸਟ ਈਅਰ 'ਚ ਹੀ ਨਿਬੜ ਗਈ ਸੀ, ਓਕੇ। 1971 'ਚ। ਵਾਹ ਵਾਹ। 1971 ਦੇ ਵਿੱਚ ਹੀ ਸ਼ੁਰੂ 'ਚ ਹੀ ਨਿਬੜ ਗਈ ਸੀ। ਅਸੀਂ ਬਹੁਤ ਗਰੀਬ ਸੀ, ਮੈਂ ਕੋਈ ਬਹੁਤਾ ਡਿਵੈਲਪਡ ਨਹੀਂ ਸੀ ਤੇ ਮੇਰਾ ਰੋਕਾ ਕਰ ਦਿੱਤਾ ਸੀ। ਪਰਿਵਾਰ ਗਰੀਬ ਸੀ, ਉਹਨਾਂ ਨੂੰ ਇਹ ਸੀਗਾ ਵੀ ਇਹ ਇੰਜੀਨੀਅਰ ਹੈ। ਟੋਟਲ ਪਰਿਵਾਰ ਇੰਗਲੈਂਡ 'ਚ ਰਹਿੰਦਾ ਸੀਗਾ। ਮੈਂ ਕਿਸੇ ਨੂੰ ਨਹੀਂ ਦੇਖਿਆ, ਨਾ ਕਿਸੇ ਪਰਿਵਾਰ ਦੇ ਉਹਨਾਂ ਦੇ ਜੀ ਨੂੰ, ਨਾ ਉਸ ਕਿਸੇ ਕੁੜੀ ਨੂੰ। ਤੇ ਮੈਨੂੰ ਇੰਨਾ ਯਾਦ ਆ ਕਿ ਮੈਂ 70ਵੇਂ ਦੇ ਅਖੀਰ ਦੇ ਵਿੱਚ, 71 ਸ਼ੁਰੂ ਜੀ, ਅਸੀਂ ਦਸੰਬਰ ਹੈ 70 ਦਾ ਸ਼ਾਇਦ, ਉਹਦੇ ਵਿੱਚ ਕੁਰਸੀ ਤੇ ਮੈਨੂੰ ਬਿਠਾ ਦਿੱਤਾ ਗਿਆ ਸੀਗਾ ਤੇ ਇੱਕ ਤੌਲੀਆ ਦਿੱਤਾ ਤੇ ਉਹਦੇ ਵਿੱਚ ਮੇਰੇ ਮੂੰਹ ਤੇ ਮਿਸ਼ਰੀ ਪਾ ਦਿੱਤੀ ਗਈ ਸੀਗੀ ਤੇ ਕਹਿ ਦਿੱਤਾ ਸੀ ਕਿ ਤੇਰੀ ਮੰਗਣੀ ਕਰ ਦਿੱਤੀ ਗਈ ਹੈ ਤੇ ਸਾਰਾ ਪਰਿਵਾਰ ਇੰਗਲੈਂਡ ਵਿੱਚ ਹੈ। ਤੇ ਉਸ ਤੋਂ ਬਾਅਦ ਜਦੋਂ ਹੀ ਅਗਲਾ ਸਾਲ ਆਇਆ, 71 ਦਾ ਚੜ੍ਹਿਆ, ਮੇਰੀਆਂ ਕਾਲਜ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ, ਮੋਗੇ ਗੋਲੀ ਚੱਲ ਗਈ। ਤਾਂ ਉਸ ਤੋਂ ਬਾਅਦ ਮੈਂ ਸਲਾਮ ਕਰਦਾ, ਮੇਰਾ ਜਿਉਂਦਾ ਮੇਰਾ ਵੱਡਾ ਭਰਾ, ਮੇਰੀ ਮਾਂ ਤਾਂ ਹੁਣ ਨਹੀਂ ਹੈ, ਮੇਰਾ ਪਿਤਾ ਵੀ ਨਹੀਂ ਹੈਗਾ, ਬਾਪੂ ਵੀ ਮੇਰਾ ਨਹੀਂ ਆ ਹੁਣ, ਦੋਨੋਂ ਮਤਲਬ ਮਾਂ ਬਾਪ ਨਹੀਂ ਹੈਗੇ ਮੇਰੇ, ਤੇ ਮੇਰਾ ਭਰਾ ਉਹ ਜਿਉਂਦਾ। ਕਿੰਨੇ ਕੁ ਭਰਾ ਹੋਣਗੇ ਇਹੋ ਜਿਹੇ ਪੰਜਾਬ 'ਚ? ਮੇਰਾ ਉਹ ਭਰਾ ਮੇਰੇ ਨਾਲ ਗਿਆ, ਮੈਂ ਉਹਨੂੰ ਰੈਡੀ ਕੀਤਾ, ਨਾਲ ਜਾ ਕੇ ਮੈਂ ਉਸ ਪਿੰਡ ਗਿਆ, ਮੈਂ ਉਹਦਾ ਜ਼ਿਕਰ ਵੀ ਕਰ ਦਿੰਦਾ, ਢੰਡਾਰੀ ਕਲਾਂ ਜੀ। ਸੁੰਦਰ ਸਿੰਘ ਉਹਨਾਂ ਦਾ ਨਾਂ ਸੀਗਾ, ਇਕੱਲਾ ਹੀ ਉਹ ਇੰਗਲੈਂਡ ਤੋਂ ਆਇਆ ਸੀ। ਉਹ ਉਸ ਕੁੜੀ ਦਾ ਗ੍ਰੈਂਡਫਾਦਰ ਸੀ। ਉਹਨੂੰ ਜਾ ਕੇ ਦੱਸਿਆ ਕਿ ਤੁਸੀਂ ਇੰਜੀਨੀਅਰ ਲੱਭਿਆ ਸੀ, ਆਹ ਮੇਰੀ ਫਸਟ ਡਿਵੀਜ਼ਨ ਹੈ, ਮੈਂ ਇੰਜੀਨੀਅਰਿੰਗ ਕਰ ਲਈ, ਤੁਸੀਂ ਇੰਜੀਨੀਅਰ ਲੱਭਿਆ, ਮੈਂ ਇੰਜੀਨੀਅਰ ਬਣਨਾ ਨਹੀਂ, ਮੈਂ ਇੰਜੀਨੀਅਰ ਲੱਗਣਾ ਨਹੀਂ, ਮੈਂ ਇੰਗਲੈਂਡ ਜਾਣਾ ਨਹੀਂ, ਮੈਂ ਸਮਾਜ ਦਾ, ਲੋਕਾਂ ਦਾ, ਸਾਡੇ ਵਾਅਦੇ ਹੋਏ ਨੇ, ਸਾਡੇ ਬਹੁਤ ਸਾਰੇ ਸਾਥੀ ਇਸ ਰਸਤੇ ਤੇ ਚੱਲਦੇ ਸ਼ਹਾਦਤਾਂ ਪਾ ਚੁੱਕੇ ਨੇ, ਕੋਸ਼ਿਸ਼ ਕਰਾਂਗੇ ਜਿੰਨੇ ਕੁ ਜੋਗੇ ਵੀ ਹੋਏ ਆਖਰੀ ਦਮ ਤੱਕ ਵੀ ਅਸੀਂ ਲੋਕਾਂ ਦੇ ਲੇਖੇ ਲਾਉਣ। ਮੈਨੂੰ ਉਸ ਇਨਸਾਨ ਦੇ ਸ਼ਬਦ ਯਾਦ ਨੇ, ਕਹਿੰਦੇ ਇਦੋਂ ਵਧੀਆ ਇਨਸਾਨ ਕਿਹੜੇ ਹੋਣਗੇ। ਮੈਂ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਲ੍ਹਾ ਲੁਧਿਆਣੇ ਦਾ ਮੈਂਬਰ ਹਾਂ। ਮੈਨੂੰ ਇੰਗਲੈਂਡ 'ਚ ਹੁੰਦੇ ਨੂੰ ਵੀ ਚੁਣ ਦਿੰਦੇ ਨੇ ਸਾਡੀ ਕਮੇਟੀ ਵਾਲੇ। ਇਹ ਤਾਂ ਕੋਈ ਮਾੜੀ ਗੱਲ ਨਹੀਂ ਕਾਕਾ, ਸਾਨੂੰ ਤਾਂ ਮਨਜ਼ੂਰ ਹੈ। ਮੈਂ ਕਿਹਾ ਤੁਹਾਨੂੰ ਤਾਂ ਮਨਜ਼ੂਰ ਹੈ, ਨਾ ਇਹ ਉਸ ਕੁੜੀ ਨਾਲ ਇਨਸਾਫ ਹੈ, ਨਾ ਇਹ ਮੇਰਾ ਨੈਤਿਕ ਤੌਰ ਤੇ ਫਰਜ਼ ਬਣਦਾ ਹੈ ਕਿ ਮੈਂ ਇਸ ਤਰ੍ਹਾਂ ਦੇ ਨਾਲ ਕੁਛ ਨਹੀਂ ਕਰ ਸਕਦਾ। ਮੇਰੀ ਜ਼ਿੰਦਗੀ ਦਾ ਪੂਰਾ ਇੱਕ ਰਸਤਾ ਹੈ ਕਿ ਮੈਂ ਕਿੱਧਰ ਨੂੰ ਜਾਣਾ, ਮੈਂ ਹੁਣ ਕਿਸ ਦਿਸ਼ਾ ਨੂੰ ਜਾਣਾ। ਇਸ ਕਰਕੇ ਕੋਈ ਗਿਲਾ ਸ਼ਿਕਵਾ ਨਹੀਂ, ਕਦੀ ਤੁਹਾਨੂੰ ਉਲਾਂਭਾ ਨਹੀਂ ਆਊਗਾ ਵੀ ਗੱਲ ਹੋਰ ਸੀ, ਕਹਿੰਦੇ ਹੋਰ ਕੁਛ ਆ, ਪਿੱਛੇ ਕੁਛ ਨਹੀਂ ਹੋਰ ਹੈਗਾ। ਹਾਂ ਨਹੀਂ, ਮੈਂ ਐਕਚੁਅਲੀ ਕਿਉਂਕਿ ਤੁਸੀਂ ਇੰਨਾ ਜ਼ਿੰਦਗੀ 'ਚ ਮਸਰੂਫ, ਇੰਨੇ ਸੰਘਰਸ਼ਾਂ ਨਾਲ ਜੁੜੇ ਰਹੇ, ਕੰਟੀਨਿਊਸਲੀ, ਕੋਈ ਦਿਨ ਖਾਲੀ ਨਹੀਂ, ਕੋਈ ਪਲ ਵੀ ਖਾਲੀ ਨਹੀਂ ਕਿ ਜਦੋਂ ਮੋਲਕ ਸਿੰਘ ਕੁਝ ਨਵਾਂ ਨਾ ਕਰ ਰਿਹਾ ਹੋਵੇ, ਸੋਚ ਨਾ ਰਿਹਾ ਹੋਵੇ, ਇਹੋ ਜਿਹਾ ਕੋਈ। ਤੇ ਉਹ ਮੈਂ ਤਾਂ ਕਰਕੇ ਵੀ ਉਹ ਪਲ ਜਿਹੜੇ ਫਿਰ ਉਹ ਏਦਾਂ ਨਿਕਲ ਗਏ ਜੀ। ਹਾਂ, ਪਰ ਇੱਕ ਵਾਰੀ ਸਰ ਮਾਂ ਨੇ ਕਿਹਾ, ਜਦੋਂ ਤੁਸੀਂ NSD ਕਰਦੇ ਸੀ, ਤੁਹਾਡਾ ਕਾਰਡ ਦੇ ਉੱਤੇ ਲੈਟਰ ਆਉਂਦੀ ਹੁੰਦੀ ਸੀ। ਇੱਕ ਕਈ ਵਾਰੀ ਨੀਲੇ ਲਿਫਾਫੇ ਦੀਆਂ ਚਿੱਠੀਆਂ ਆਉਂਦੀਆਂ ਸੀ ਪਿੰਡ, ਮੇਰੇ ਪਤੇ ਦੇ ਉੱਤੇ ਆ ਜਾਂਦੀਆਂ ਸੀ ਸਰਗਰਮ ਕਰਕੇ। ਇੱਕ ਦਿਨ ਕਾਰਡ ਦੇ ਉੱਤੇ ਲੈਟਰ ਆਈ ਤੁਹਾਡੀ। ਅੱਛਾ, ਉਹ ਕਾਰਡ ਦੀ ਲੈਟਰ ਜਿਹਚੀਆਂ ਇੰਪਲਾਇਮੈਂਟ ਐਕਸਚੇਂਜ ਵਾਲਿਆਂ ਦੀਆਂ ਆਉਂਦੀਆਂ ਕਈ ਵਾਰ, ਉਹਦੇ ਨਾਲ ਮਿਲਦੀ ਜੁਲਦੀ ਸੀ। ਉਸ ਦਿਨ ਪਹਿਲੀ ਵਾਰੀ ਮੇਰੀ ਮਾਂ ਨੂੰ ਲੱਗਿਆ ਕਿ ਹੁਣ ਤੇਰੀ ਦੇਖ ਲਾ, ਉਹ ਤਾਂ ਖਹਿੜਾ ਨਹੀਂ ਛੱਡਦੇ, ਫਿਰ ਤੇਰੀ ਨੌਕਰੀ ਦੀ ਚਿੱਠੀ ਆ ਗਈ ਤੇ ਤੂੰ ਹੁਣ ਦੇਖ ਲਾ ਨਾ, ਇਹ ਵੀ ਕਰੀ ਚੱਲੀ, ਅਸੀਂ ਕਿਹੜਾ ਰੋਕਦੇ ਹਾਂ। ਬਹੁਤ ਅੱਛੀ ਗੱਲ ਆ, ਸਾਡੇ ਵਾਸਤੇ ਕਿਹੜਾ ਕੋਈ ਤੂੰ ਮਾੜਾ ਕੰਮ ਕਰ ਰਿਹਾ, ਤੇ ਨਾਲ ਹੀ ਆ ਤੇਰੇ ਅਸੀਂ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਇਹ ਤਾਂ ਕੇਵਲ ਧਾਲੀਵਾਲ ਜਿਹੜੇ ਦਿੱਲੀ NSD ਦੇ ਵਿੱਚ ਨੇ, ਉਹਨਾਂ ਦੀ ਚਿੱਠੀ ਆਈ ਹੈ ਮੈਨੂੰ। ਤੇ ਮੈਂ ਕਿਹਾ ਉਹਨਾਂ ਨੇ ਕਿਹਾ ਹੈ ਕਿ ਅਮੋਲਕ ਫਿਕਰ ਨਾ ਕਰੀ, ਮੈਂ NSD ਕਰਨ ਤੋਂ ਬਾਅਦ ਦਿੱਲੀ ਤੋਂ ਬੰਬੇ ਵਾਲੀ ਟ੍ਰੇਨ ਨਹੀਂ ਪਕੜੂੰਗਾ, ਮੈਂ ਪੰਜਾਬ ਮੇਲ ਪਕੜ ਕੇ ਪੰਜਾਬ ਜਾਊਂਗਾ। ਤੇ ਤੁਸੀਂ ਆਏ, ਚੱਲੇ ਅੱਜ ਤੱਕ, ਬਹੁਤ ਦੌਰ ਆਏ ਨੇ, ਬਹੁਤ ਸਾਰੇ ਦੌਰ ਆਏ ਨੇ, ਉਹਨਾਂ ਦੌਰਾਂ ਵਿੱਚ ਤੁਸੀਂ ਚੱਲੇ ਹੋ, ਸਾਡੇ ਵਾਸਤੇ ਵੀ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਔਰ ਪੰਜਾਬ ਦੇ ਰੰਗਮੰਚ ਨੇ, ਹਿੰਦੁਸਤਾਨ ਦੇ ਰੰਗਮੰਚ ਦੇ ਵਿੱਚ ਇਹ ਉਲਾਂਭਾ ਦੂਰ ਕੀਤਾ ਪਿਛਲੇ ਲੰਮੇ ਸਮੇਂ ਤੋਂ ਕਿ ਇਹ ਐਗਰੀਕਲਚਰ ਲੈਂਡ ਹੈ ਜਾਂ ਇਹ ਪਹਿਲਵਾਨਾਂ ਦੀ ਲੈਂਡ ਹੈ। ਪਹਿਲਾਂ ਭਗਤ ਸਿੰਘ ਨੇ ਉਲਾਂਭਾ ਲਾਇਆ, ਫਿਰ ਪਾਸ਼ ਹੋਰਾਂ ਨੇ ਉਲਾਂਭਾ ਲਾਇਆ ਆਪਣੀ ਕਵਿਤਾ ਦੀ ਇੱਕ ਹਾਈਟ ਦੇ ਕੇ, ਫਿਰ ਰੰਗਮੰਚ ਨੇ ਬਾਖੂਬੀ ਇਹ ਉਲਾਂਭਾ ਦੂਰ ਕੀਤਾ ਹੈ ਕਿ ਪੰਜਾਬ ਜਿਹੜੀ ਹੈ ਇਹ ਸਿਰਫ ਮਸਲ ਪਾਵਰ ਵਾਲਿਆਂ ਦੀ ਧਰਤੀ, ਐਗਰੀਕਲਚਰ ਲੈਂਡ ਨਹੀਂ, ਇਹ ਕਲਚਰ ਲੈਂਡ ਹੈ, ਸੱਭਿਆਚਾਰ ਦੀ ਲੈਂਡ, ਸੱਭਿਆਚਾਰ ਦੀ ਭੂਮੀ, ਜਰਖੇਜ ਭੂਮੀ ਆ। ਇਸ ਭੂਮੀ ਦੇ ਵਿੱਚ
ਜੇ ਦੁੱਲੇ ਦੇ ਗੀਤ ਆਉਂਦੇ ਨੇ ਇਸ ਭੋਏ ਦੇ ਵਿੱਚ, ਜੇ ਬਾਂਕੇ ਦਿਆਲ ਦੇ, ਅਜੀਤ ਸਿੰਘ ਦੇ ਗੀਤ ਆਉਂਦੇ ਨੇ ਇਹਦੇ ਵਿੱਚ, ਜੇ ਧਮਕ ਨਗਾਰੇ ਦੀ ਆਉਂਦਾ, ਜੇ ਇਹਦੇ ਵਿੱਚ ਇਸ ਕਿਸਮ ਦੇ ਗੀਤ ਆਉਂਦੇ ਨੇ ਜਿਹੜੇ ਸਾਡੇ ਲੋਕਾਂ ਵਾਸਤੇ ਇੱਕ ਨਵੀਂ ਰੌਸ਼ਨੀ ਦਿੰਦੇ ਨੇ, ਤੇ ਸਰਫਰੋਸ਼ੀ ਕੀ ਤਮੰਨਾ ਵਰਗੇ, ਤਾਂ ਉਹਨਾਂ ਗੀਤਾਂ ਨੂੰ ਅੱਗੇ ਤੋਰਨ ਵਾਸਤੇ ਪੰਜਾਬੀ ਰੰਗਮੰਚ ਨੇ ਅੱਗੇ ਰਸਤਾ ਦਿੱਤਾ। ਸੋ ਅਮੋਲਕ ਭਾਜੀ, ਮੈਂ ਫਿਰ ਹੁਣ ਇਸ ਤੋਂ ਅੱਗੇ ਜਿਹੜਾ 78 ਤੋਂ ਬਾਅਦ ਦਾ ਦੌਰ ਸੀ, 81 82 ਦੇ ਵਿਚਕਾਰ ਜਦੋਂ ਪਲਸ ਮੰਚ ਵੀ ਬਣਦਾ ਹੈ, ਤੇ ਇੱਕ ਸੁਪਨਾ, ਨਵਾਂ ਸੁਪਨਾ ਜਿਹੜਾ ਕਿ ਸਿਰਜਿਆ ਜਾਂਦਾ ਹੈ, ਔਰ ਸੁਪਨਾ ਪੂਰਾ ਵੀ ਹੁੰਦਾ ਹੈ, ਔਰ ਉਹ ਸੁਪਨੇ ਦੇ ਨਾਲ ਬੇਸ਼ੁਮਾਰ ਕਹਾਣੀਆਂ ਜੁੜੀਆਂ, ਬੇਸ਼ੁਮਾਰ ਉਹਦੇ ਨਾਲ ਕਹਿ ਲਓ ਕਿ ਰੰਗਮੰਚ ਸੰਗੀਤ ਦਾ ਇਤਿਹਾਸ ਜੁੜਿਆ। ਉਹ ਇਤਿਹਾਸ ਜਿਹੜਾ ਲੋਕ ਪੱਖੀ ਹੈ, ਲੋਕਾਂ ਦਾ ਜਿਹੜਾ ਉਹ ਇਤਿਹਾਸ ਸੀਗਾ। ਤੇ ਮੈਂ ਉਹਦੇ ਬਾਰੇ ਕਿ ਜਦੋਂ ਸੁਪਨਾ ਲਿਆ ਗਿਆ ਕਿ ਉਹ ਤੁਸੀਂ ਉਹ ਦੱਸਿਓ ਕਿ ਉਹ ਕਿਹੜਾ ਢਾਬਾ ਸੀ, ਕਿਉਂਕਿ ਉਸ ਰਾਤ ਮੈਂ ਵੀ ਛੋਟੇ ਹੁੰਦੇ ਆ ਭਾਜੀ ਦੇ ਨਾਲ ਉਸ ਟੀਮ 'ਚ ਪਿੱਛੇ ਬੈਠਾ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਢਾਬੇ ਤੇ ਰਾਤ ਦੇ 1-2 ਵਜੇ। ਮੈਨੂੰ ਯਾਦ ਹੈ ਜੀ, ਹਾਂ ਆਪਾਂ ਚਾਹ ਪੀਤੀ ਸੀ, ਤੁਸੀਂ ਉੱਥੇ ਨਾਲ ਆਏ ਹੋਏ ਸੀ, ਤੇ ਗੁਰਸ਼ਰਨ ਭਾਜੀ ਵੀ ਇੱਕ ਸਾਈਡ ਤੋਂ ਆਏ, ਅਸੀਂ ਹੋਰ ਸਾਈਡ ਤੋਂ ਨਾਟਕ ਕਰਕੇ ਆਏ। ਤੇ ਮੈਂ ਉਹਦੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਫੋਟੋਆਂ ਖਿੱਚ ਕੇ ਲਿਆਇਆ। ਹੁਣ ਉਹ ਇਨਸਾਨ ਤੇ ਉੱਥੇ ਢਾਬੇ ਤੇ ਨਹੀਂ ਹੈ, ਉਹਨਾਂ ਦੇ ਅੱਗੇ ਪੁੱਤ ਪੋਤਰੇ ਨੇ, ਪਰ ਮੈਂ ਉਹਦਾ ਬੋਰਡ ਉਹ ਲੱਗਿਆ ਹੋਇਆ, ਉਹਦੀ ਮੈਂ ਫੋਟੋ ਖਿੱਚ ਕੇ ਲਿਆਇਆ। ਉਹ ਹੈ ਮੁਲਤਾਨੀ ਢਾਬਾ। ਅੱਛਾ, ਹਾਂ, ਮੁਲਤਾਨੀ ਢਾਬਾ, ਮਲੇਰਕੋਟਲਾ। ਬਿਲਕੁਲ, ਹਾਂਜੀ, ਮਲੇਰਕੋਟਲਾ। ਤੇ ਉੱਥੇ ਬੈਠੇ ਤਾਂ ਗੁਰਸ਼ਰਨ ਭਾਜੀ ਬਾਜੀ ਸੀ, ਮੈਂ ਸੀਗੇ। ਗੁਰਸ਼ਰਨ ਭਾਜੀ ਨੇ ਈਵਨ ਇਨੀਸ਼ੀਏਟਿਵ ਲਿਆ, ਪਹਿਲ ਕਦਮੀ ਉਹਨਾਂ ਨੇ ਲਈ ਹੈ ਕਿ ਅਮੋਲਕ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਬਹੁਤ ਕੰਮ ਕਰ ਰਹੇ ਹੋ, ਬਹੁਤ ਵੱਡੀਆਂ ਟੀਮਾਂ ਤੁਹਾਡੀਆਂ, 7-8 ਟੀਮਾਂ ਦਿਨ ਰਾਤ ਲੱਗੀਆਂ ਰਹਿੰਦੀਆਂ ਨੇ, ਇੰਨੀਆਂ ਸੰਗੀਤ ਮੰਡਲੀਆਂ ਨੇ, ਔਰ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ। ਔਰ ਨਾਲ ਉਹਨਾਂ ਨੇ, ਮੈਨੂੰ ਅੱਜ ਤੱਕ ਯਾਦ ਹੈ, ਉਹ ਕਹਿੰਦੇ ਵੀ ਮੇਰਾ ਇੱਕ ਸੁਪਨਾ ਬਹੁਤ ਵੱਡਾ ਇਹ ਪੂਰਾ ਕਰ ਰਹੇ ਹੋ ਵੀ ਤੁਸੀਂ ਨਾਟਕ ਕਰਕੇ ਦੌੜ ਭੱਜ ਨਹੀਂ ਕਿਤੇ ਕਰਦੇ। ਉਸ ਤੋਂ ਬਾਅਦ ਕਮਾਲ ਕਰ ਦਿੱਤੀ ਤੁਸੀਂ, ਐਡੀ ਵੱਡੀ ਪੱਲੇਦਾਰਾਂ ਦੀ ਲਹਿਰ ਖੜੀ ਕਰ ਲਈ, ਐਡੀ ਵੱਡੀ ਪਿੰਡਾਂ 'ਚ ਖੇਤ ਮਜ਼ਦੂਰ ਯੂਨੀਅਨ ਬਣਾਉਣ ਲੱਗੇ, ਕਿਸਾਨ ਜਥੇਬੰਦੀ ਬਣਾਉਣ ਲੱਗੇ, ਵਿਦਿਆਰਥੀਆਂ ਨੂੰ ਖੜੇ ਕਰਨ ਲੱਗੇ ਤੁਸੀਂ। ਉਹ ਮਤਲਬ ਉਹ ਕਹਿੰਦੇ ਵੀ ਜਿਸ ਮੌਕੇ ਪਿਰਥੀ ਨੂੰ ਸ਼ਹੀਦ ਕੀਤਾ, ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਇਸ ਦੌਰ 'ਚ ਲੱਗਦਾ ਸੀ ਕਿ ਭਗਤ ਸਿੰਘ ਤੋਂ ਬਾਅਦ ਕੌਣ ਭਗਤ ਸਿੰਘ ਬਣੇਗਾ, ਕਿ ਮੈਨੂੰ ਲੱਗ ਰਿਹਾ ਸੀ ਕਿ ਪਿਰਥੀ ਤੋਂ ਬਾਅਦ ਮਤਲਬ ਕੌਣ ਪਿਰਥੀ ਆਏਗਾ। ਤੁਸੀਂ ਵਿਦਿਆਰਥੀ ਦਾ ਨਹੀਂ, ਵਿਦਿਆਰਥੀਆਂ ਤੋਂ ਬਾਅਦ ਤੁਸੀਂ ਤਾਂ ਜੀਵਨ ਹੋਰ ਤਰ੍ਹਾਂ ਆਪਣਾ ਸ਼ੁਰੂ ਕਰ ਲਿਆ, ਪਰ ਉਹ ਪਿਰਥੀ ਨੂੰ ਰੰਗਮੰਚ ਰਾਹੀਂ ਲੋਕਾਂ ਦੇ ਮਨਾਂ 'ਚ ਕਿਵੇਂ ਲੈ ਕੇ ਜਾਣਾ, ਪਿਰਥੀ ਦਾ ਨਾਟਕ ਕੀਤਾ ਭਾਜੀ ਉਹਨਾਂ ਦਾ। ਅਸੀਂ ਨਾਟਕ ਕਰਵਾਇਆ ਕੁਝ ਥਾਵਾਂ ਦੇ ਉੱਤੇ, ਬੇਟੀ ਵੀ ਨਵਸ਼ਰਨ ਹੋਰੀ ਵੀ ਕੰਮ ਕਰਿਆ ਕਰਦੀਆਂ ਸੀ। ਉਹ ਅਸੀਂ ਬਹੁਤ ਕੀਤਾ, ਪਿਰਥੀ ਤੇਰਾ ਕਾਜ ਅਧੂਰਾ ਲਾ ਕੇ ਜ਼ਿੰਦਗੀਆਂ ਕਰਾਂਗੇ, ਬਹੁਤ ਪਲੇ ਕੀਤਾ, ਇਹ ਪਲੇ ਕੀਤਾ। ਫਿਰ ਗਾਸੋ ਜੀ ਵਾਲਾ ਪਲੇ ਆਇਆ, ਮਿੱਟੀ ਦਾ ਮੁੱਲ, ਇਹ ਪਲੇ ਸਾਰਾ ਐਮਰਜੈਂਸੀ ਦਾ ਦੌਰ। ਤੇ ਇਸ ਤੋਂ ਐਮਰਜੈਂਸੀ ਚੋਂ ਨਿਕਲਦੇ ਦੌਰ ਦੇ ਵਿੱਚ ਹੀ ਆਪਾਂ ਫਿਰ ਉਹ ਧਮਕ ਨਗਾਰੇ ਦੀ ਆਉਂਦਾ ਜੀ, ਇਹ ਸਾਰਾ ਰਾਮਪੁਰ ਵੀ ਹੋਰਾਂ ਥਾਵਾਂ ਤੇ ਨਾਲ ਦੇ ਪਿੰਡ 'ਚ ਅਸੀਂ ਪਿੰਡ ਲੈ ਕੇ ਗਏ। ਸੋ ਇਸ ਦੌਰ ਦੇ ਵਿੱਚ ਇਹਦੀਆਂ ਗੱਲਾਂ ਜਦੋਂ ਚੱਲਣ ਲੱਗੀਆਂ ਤਾਂ ਭਾਜੀ ਕਹਿਣ ਲੱਗੇ ਕਿ ਕਿੰਨਾ ਚੰਗਾ ਹੋਵੇ ਜੇ ਆਪਾਂ ਕੁਝ ਜਿਸ ਤਰ੍ਹਾਂ ਇਹਨੂੰ ਕੋਈ ਆਪਾਂ ਇਹਨੂੰ ਕੁਝ ਕੋਆਰਡੀਨੇਟ ਕਰੀਏ। ਮੈਂ ਕਿਹਾ ਜੀ ਤੇ ਸੋਨੇ ਤੇ ਸੁਹਾਗਾ, ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ, ਸਾਡੇ ਕੋਲ ਇੱਕ ਬਹੁਤ ਵੱਡਾ ਵਿਜ਼ਨ ਆ, ਤੁਸੀਂ ਐਡੇ ਵੱਡੇ ਨਾਟਕਕਾਰ ਹੋ, ਸਟੈਬਲਿਸ਼ ਹੋ, ਅਸੀਂ ਏਦਾਂ ਕਰਾਂਗੇ, ਮਤਲਬ ਵੀ ਲੋਕ ਕਿੱਥੋਂ ਲੈ ਕੇ ਆਉਣੇ ਨੇ, ਇਹ ਸਾਨੂੰ ਪੂਰਾ ਮਾਣ ਹੈ, ਜਨਤਾ ਅਸੀਂ ਲੈ ਕੇ ਆਵਾਂਗੇ, ਕਾਮੇ ਅਸੀਂ ਨਾਲ ਤੁਹਾਡੇ ਬਣਾਂਗੇ, ਬਾਹਾਂ ਬਣਾਂਗੇ ਤੁਹਾਡੀਆਂ, ਤੇ ਤੁਸੀਂ ਅੱਗੇ ਲੱਗੋ। ਤੇ ਉਹ ਉੱਥੇ ਹੀ ਉਹਨਾਂ ਨੇ ਕਹਿਤਾ ਕਿ ਠੀਕ ਹੈ, ਆਪਾਂ ਕੁਝ ਸੋਚਦੇ ਹਾਂ। ਬਸ ਫਿਰ ਥੋੜੇ ਸਮੇਂ ਦੇ ਵਿੱਚ ਹੀ 1 ਮਹੀਨੇ ਦੀ ਤਿਆਰੀ ਕਰਕੇ ਉਹਦੇ ਵਿੱਚ ਉਹ ਪੋਸਟਰ ਵੀ ਜਿਹੜਾ ਹੈ, ਉਹ ਪੋਸਟਰ ਵੀ ਅੱਜ ਤੱਕ ਮੇਰੇ ਕੋਲੇ ਹੈਗਾ, ਜਿਹਦੇ ਥੱਲੇ ਲਿਖਿਆ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਅਤੇ ਪੰਜਾਬ ਨਾਟਕ ਕਲਾ ਕੇਂਦਰ, ਦੋ ਵੱਲੋਂ ਇਸ਼ਤਿਹਾਰ ਕੱਢ ਕੇ 14 ਮਾਰਚ 1982 ਨੂੰ ਨਸਰਾਲੀ ਪਿੰਡ, ਜ਼ਿਲ੍ਹਾ ਲੁਧਿਆਣੇ ਦਾ, ਜੋਰਾ ਸਿੰਘ ਨਸਰਾਲੀ ਵਾਲਾ ਪਿੰਡ, ਉੱਥੇ ਮਤਲਬ ਜਿਹੜਾ ਹੈਗਾ ਕਨਵੈਨਸ਼ਨ ਸੱਦੀ ਗਈ ਤੇ ਖੁੱਲਾ ਵਿਚਾਰ, ਇੱਕ ਵਿਚਾਰਨ ਵਾਸਤੇ ਰੱਖਿਆ ਗਿਆ। ਉੱਥੇ ਖੁੱਲੇ ਵਿਚਾਰ ਚਰਚਾ ਹੋਈ, ਪਹਿਲਾਂ ਦਿਨੇ ਕਨਵੈਨਸ਼ਨ ਚੱਲੀ, ਰਾਤ ਨੂੰ ਫਿਰ ਨਾਟਕ ਵੀ ਹੋਏ, ਤੇ ਉੱਥੇ ਪੰਜਾਬ ਜਿਹੜਾ ਲੋਕ ਸੱਭਿਆਚਾਰਕ ਮੰਚ ਦੀ ਨੀਂਹ ਰੱਖੀ ਗਈ। ਤੇ ਉਸ ਤੋਂ ਬਾਅਦ ਜਦੋਂ ਵਿਧਾਨ ਬਣਾਉਣ ਲੱਗੇ ਤਾਂ ਉਹ ਵਿਧਾਨ ਬਣਾਉਣ ਵਾਸਤੇ ਉਸ ਦਿਨ ਤੁਸੀਂ ਵੀ ਵਿੱਚ ਬੈਠੇ ਸੀਗੇ, ਹਮਦਰਦ ਨਸ਼ਹਿਰਵੀ ਜੀ ਸੀਗੇ। ਇਹ ਨਾਂ ਜਿਹੜਾ ਪਲਸ ਮੰਚ, ਇਹ ਪ੍ਰੋਫੈਸਰ ਹਮਦਰਦ ਨਸ਼ਹਿਰਵੀ ਨੇ ਕਿਹਾ ਕਿ ਚੰਗਾ ਰਹੇਗਾ ਜੇ ਆਪਾਂ ਆਹ ਨਾਂ ਰੱਖੀਏ, ਪਲਸ ਮੰਚ, ਮਤਲਬ ਨਬਜ਼ ਤੇ ਹੱਥ ਰੱਖ ਕੇ ਤੁਰਨ ਵਾਲਾ, ਸਮਾਜ ਦੀ ਨਬਜ਼ ਫੜ ਕੇ ਤੁਰਨ ਵਾਲਾ ਰੰਗਮੰਚ। ਫਿਰ ਇਹਦਾ ਨਾਮ ਪੰਜਾਬ ਲੋਕ ਸੱਭਿਆਚਾਰਕ ਮੰਚ ਮਤਲਬ ਰੱਖਿਆ ਗਿਆ। ਸੋ ਉਸ ਤੋਂ ਬਾਅਦ ਫਿਰ ਚੱਲ ਅੱਗੇ 82 ਤੋਂ ਵੀ ਲੈ ਕੇ ਅੱਜ ਤੱਕ
ਬਹੁਤ ਸਾਰੇ ਫੀਲਡ ਨੇ ਜਿਹੜੇ ਵੀ ਕਹੋ ਤੁਸੀਂ ਆਪਾਂ, ਚਾਹੇ ਹਾਂ ਹਾਂ ਬਿਲਕੁਲ ਜਲੰਧਰ ਵਾਲਾ ਗਦਰੀ ਬਾਬਿਆਂ ਦਾ, ਮੈਂ ਪਲਸ ਮੰਚ ਦੇ ਸਮਾਗਮ ਨੇ ਜੀ ਜੀ ਬਹੁਤ ਸਾਰੇ। ਮੈਂ ਪਹਿਲਾਂ ਤਾਂ ਨਾ ਚਾਹਾਂਗਾ ਅਮੋਲਕ ਭਾਜੀ ਕਿ ਆਪਾਂ ਪਲਸ ਮੰਚ ਦੇ ਹਵਾਲੇ ਨਾਲ ਪਹਿਲਾਂ ਕੁਝ ਗੱਲਾਂ ਕਰ ਲਈਏ ਕਿ ਜੀ ਜੀ ਮੈਂ ਥੋੜਾ ਜਿਹਾ ਕਿਉਂਕਿ ਉਹ ਸ਼ੁਰੂ ਤੋਂ ਜਿਵੇਂ ਤੁਸੀਂ ਦੱਸਿਆ ਕਿ ਮੈਂ ਨਾਲ ਹੀ ਸੀਗਾ, ਉਹ ਸਾਰਾ ਕੁਝ ਜੀ ਦੇਖਦੇ ਰਹੇ, ਪਰ ਹੁਣ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਤੇ ਤੁਸੀਂ ਜ਼ਰਾ ਜੀ ਹੋਰ ਡਿਟੇਲ ਵਿੱਚ ਚੀਜ਼ਾਂ ਨੂੰ ਦੱਸ ਦਿਓ ਕਿ ਜੀ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਬਹੁਤ ਵੱਡੇ ਸਮਾਗਮ ਹੁੰਦੇ ਰਹੇ ਜਿਹਦੇ ਵਿੱਚ ਹਾਂਜੀ ਈਵਨ ਬੱਚਿਆਂ ਦੇ ਨਾਟਕਾਂ ਦੇ ਕੰਪੀਟੀਸ਼ਨ ਕਰਵਾਉਂਦੇ ਰਹੇ, ਜੀ 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 ਵੱਡਿਆਂ ਦੇ ਨਾਟਕਾਂ ਦੇ ਕੰਪੀਟੀਸ਼ਨ ਹੁੰਦੇ, ਬਿਲਕੁਲ ਪੰਜਾਬ ਦੇ ਹਾਂਜੀ ਬਹੁਤ ਨਾਮਵਰ ਸਾਹਿਤਕਾਰ ਜਿਹੜੇ ਜੀ ਇਸ ਜੀ ਮੰਚ ਦਾ ਹਿੱਸਾ ਬਣਦੇ ਰਹੇ, ਜੀ ਔਰ ਉਹ ਸਾਰਾ ਹੀ ਜਿਹੜਾ ਚਾਹੇ ਉਹ ਛੰਦਣਾ ਦਾ ਮੇਲਾ ਹੋਵੇ ਹੈ ਨਾ, ਜੀ ਜੀ ਚਾਹੇ ਉਹ ਜਲੰਧਰ ਦੀ 25 ਜਨਵਰੀ ਦੀ ਰਾਤ ਹੋਵੇ, ਚਾਹੇ ਬਿਲਕੁਲ 1 ਮਈ ਦੀ ਲੁਧਿਆਣੇ ਦੀ ਰਾਤ ਹੋਵੇ, ਜੀ ਜੀ ਤਾਂ ਇਹ ਜਿਹੜੀਆਂ ਸਾਰੇ ਪ੍ਰੋਗਰਾਮ ਸੀ ਇਦਾਂ ਦੇ, ਇਹਨਾਂ ਨੂੰ ਜਦੋਂ ਤੁਸੀਂ ਸਾਰੇ ਕਨਸੀਵ ਕਰ ਰਹੇ ਸੀ ਔਰ ਉਹਨਾਂ ਸਮਿਆਂ 'ਚ ਦੌਰ ਵੀ ਇਸ ਤਰ੍ਹਾਂ ਦਾ ਸੀ ਹੈ ਨਾ, ਬਿਲਕੁਲ ਪਰ ਇਹ ਇੱਕ ਰੰਗਮੰਚ ਹੀ ਸੀਗਾ ਔਰ ਪਲਸ ਬਿਲਕੁਲ ਮੰਚ ਸੀ, ਗੁਰਸ਼ਰਨ ਜੀ ਸਿੰਘ ਸੀ, ਤੁਸੀਂ ਸੀ, ਅਸੀਂ ਸੀ, ਇਹੋ ਜਿਹੇ ਸਾਰੇ ਰੰਗਮੰਚ ਵਾਲੇ ਲੋਕ ਸੀ ਜਿਹੜੇ ਰੁਕੇ ਨਹੀਂ ਸੀਗੇ ਜੀ ਹੈ ਨਾ, ਜੀ ਵੀ ਜਦੋਂ ਜੀ ਸਾਰੇ ਸ਼ਾਮ ਨੂੰ ਬਾਜ਼ਾਰ ਵੀ ਬੰਦ ਹੋ ਜਾਂਦੇ ਸੀ ਪਰ ਰੰਗਮੰਚ ਦਾ ਦਰ ਖੁੱਲਾ ਰਹਿੰਦਾ ਸੀ, ਬਿਲਕੁਲ ਹੈ ਨਾ। ਇਹ ਤਾਂ ਮੈਂ ਚਾਹੁੰਦਾ ਉਹਦੇ ਬਾਰੇ ਥੋੜੀ ਜਿਹੀ ਹੋਰ ਡਿਟੇਲ 'ਚ ਤੁਸੀਂ ਪਲਸ ਮੰਚ ਦੇ ਹਵਾਲੇ ਨਾਲ ਜ਼ਰਾ ਕੁਝ ਹੋਰ ਯਾਦਾਂ ਸਾਂਝੀਆਂ ਕਰੋ ਕਿ ਅਸੀਂ ਇੱਥੇ ਸੀ, ਏਦਾਂ ਇਹ ਹੋਇਆ, ਉਹ ਕੁਝ ਹੋਰ ਸਮਾਂ ਜ਼ਰਾ ਜੀ। ਹਾਂ ਬਿਲਕੁਲ, ਪਲਸ ਮੰਚ ਦਾ ਇਹ ਇੱਕ ਸ਼ਨਾਮਤਾ ਇਤਿਹਾਸਿਕ ਦੌਰ ਹੈ। ਪਲਸ ਮੰਚ ਦਾ ਇਹ ਦੌਰ ਇਸ ਕਿਸਮ ਦਾ ਦੌਰ ਹੈ ਜਦੋਂ ਪੰਜਾਬ ਦੇ ਅੰਦਰ ਪਲਸ ਮੰਚ ਦਾ ਉਧਰੋਂ ਉਠਾਣ ਹੋਣ ਲੱਗਦਾ, ਉਧਰ ਨਾਲ ਹੀ ਪੰਜਾਬ ਦੇ ਵਿੱਚ ਦੋ ਮੂਹੀ ਦਹਿਸ਼ਤ ਕਰਦੀ, ਉਧਰ ਹਕੂਮਤ ਦਾ ਜ਼ਬਰ, ਉਧਰੋਂ ਇੱਕ ਤਰ੍ਹਾਂ ਦੇ ਨਾਲ ਖਾਲਿਸਤਾਨੀ ਦਹਿਸ਼ਤ ਕਰਦੀ, ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਣ ਲੱਗੀਆਂ, ਠੀਕ ਹੈ ਨਾ। ਉਸ ਦੌਰ ਦੇ ਵਿੱਚ ਇਹਦੇ ਵਿੱਚ ਦੀ ਪਲਸ ਮੰਚ ਦਾ ਉਠਾਣ ਜਿਹੜਾ ਹੋਣਾ ਬਹੁਤ ਵੱਡੀ ਗੱਲ ਸੀ। ਤਰਕਸ਼ੀਲ ਸੁਸਾਇਟੀ ਨੇ ਉਸ ਦੌਰ 'ਚ ਬਹੁਤ ਕੰਮ ਕੀਤਾ ਔਰ ਪੰਜਾਬ ਲੋਕ ਸੱਭਿਆਚਾਰਕ ਮੰਚ ਨੇ ਕੰਮ ਕਰਿਆ। ਉਸ ਦੌਰ ਦੇ ਵਿੱਚ ਪਲਸ ਮੰਚ ਦੇ ਕੁਝ ਥਾਵਾਂ ਇਹੋ ਜਿਹੀਆਂ ਨਿਸ਼ਚਿਤ ਕੀਤੀਆਂ ਗਈਆਂ ਕਿ ਵੱਖ-ਵੱਖ ਥਾਵਾਂ ਦੇ ਉੱਤੇ ਪਿੰਡਾਂ 'ਚ ਤਾਂ ਪ੍ਰੋਗਰਾਮ ਹੁੰਦੇ ਹੀ ਸੀ, ਪਰ 2-3 ਸਮਾਗਮ, ਇੱਕ 1 ਮਈ ਦਾ ਸਮਾਗਮ ਪੰਜਾਬੀ ਭਵਨ ਲੁਧਿਆਣੇ ਦਾ, ਸੰਤੀ ਸ਼ਹਿਰ ਕਰਕੇ ਗੁਰਸ਼ਨ ਭਾਜੀ ਨਾਲ ਅਸੀਂ ਗੱਲ ਵੀ ਕਰੀ ਕਿ ਇਸਕੇ ਭਾਜੀ ਆਪਾਂ 1 ਮਈ ਦਾ ਲੁਧਿਆਣਾ ਹੀ ਕਿਉਂ ਚੁਣ ਰਹੇ ਹਾਂ, ਮਤਲਬ ਉਹਨਾਂ ਦਾ ਵਿਜ਼ਨ ਦੇਖੋ ਤੁਸੀਂ, ਅਸੀਂ ਨਹੀਂ ਸੀ ਇਹ ਅਸੀਂ ਨਹੀਂ ਸੀ ਕਿਹਾ, ਸਾਡੇ ਚੋਂ ਕਿਸੇ ਨੇ ਨਹੀਂ ਸੀ ਕਿਹਾ, ਗੁਰਸ਼ਨ ਭਾਜੀ ਨੇ ਕਿਹਾ ਕਿ ਲੁਧਿਆਣਾ ਇੱਕ ਸੈਂਟਰ ਆ। ਮੈਂ ਬੜੇ ਭਵਿੱਖ ਦੀ ਸੋਚ ਕੇ ਚੱਲ ਰਿਹਾ ਕਿ ਇੰਡਸਟਰੀ ਦਾ ਤੇ ਇਹ ਜਿਹੜਾ ਮਜ਼ਦੂਰ ਵਰਗ ਹੈ ਨਾ, ਸੰਤੀ ਕਾਮਾ ਜਿਹੜਾ ਵਰਗ ਆ, ਜਿਨ੍ਹਾਂ ਦੀ ਫਿਰ ਮਾਂ ਨਾਟਕ ਦੀ ਗੱਲ ਕਰਿਆ ਕਰਦੇ ਸੀ, ਲੋਹੇ ਦੀ ਭੱਠੀ ਦੀ ਗੱਲ ਕਰਦੇ ਸੀ, ਕਿ ਅਸਲ ਦੇ ਵਿੱਚ ਜਿਹੜੀ ਜਿਸ ਯੁੱਗ, ਜੇ ਨਵਾਂ ਯੁੱਗ ਲੈ ਕੇ ਆਉਣਾ, ਜੇ ਯੁੱਗ ਬਦਲਣਾ, ਇਹਦੇ ਵਿੱਚ ਰੰਗ ਮੰਚ ਦੀ ਆਪਣੀ ਕੰਟਰੀਬਿਊਸ਼ਨ ਹੈ, ਸਾਹਿਤ ਦੀ ਸੱਭਿਆਚਾਰ ਦੀ ਕੰਟਰੀਬਿਊਸ਼ਨ ਆ, ਪਰ ਜਿਹੜੇ ਕਿਰਤੀ ਵਰਗ ਨੇ ਇਹਦੀ ਅਗਵਾਈ ਕਰਨੀ ਆ, ਅੱਗੇ ਲੱਗਣਾ, ਜਿਹਨੇ ਮੈਂ ਭੜੋਲੀਆ ਵਰਗਿਆਂ ਨੇ ਜਿਨ੍ਹਾਂ ਨਾਲ ਉਹਨਾਂ ਨੇ ਕਹਿਣਾ ਮੈਂ ਉਹਨਾਂ ਨਾਲ ਗੱਲਾਂ ਕੰਮ ਕਰਦਾ ਰਿਹਾ, ਉਹ ਮੈਨੂੰ ਜੋ ਦੱਸਦੇ ਰਹੇ ਨੇ ਮੈਂ ਉਹਨਾਂ ਚੀਜ਼ਾਂ ਨੂੰ ਸਲਾਮ ਕਰਦਾ, ਮੈਂ ਬੜਾ ਪੱਕਾ ਬੰਦਾ, ਮੇਰਾ ਰੰਗ ਮੰਚ ਦਾ ਵੈਪਨ ਆ, ਇੱਕ ਹਥਿਆਰ ਆ, ਮੈਂ ਉਹਦੇ ਲਈ ਕੰਮ ਕਰ ਰਿਹਾ ਹੈ। ਪਰ ਇਹ ਠੀਕ ਹੈ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਡਾਇਰੈਕਟ ਪੋਲੀਟੀਕਲ ਸਲੋਗਨ ਜਾਂ ਪੋਲੀਟੀਕਲ ਨਾਅਰੇਬਾਜ਼ੀ ਦਾ ਕੇਂਦਰ ਹੈ, ਪਰ ਇਹਦਾ ਇੱਕ ਸੋਵਰ ਸੂਖਮ ਸ਼ਸਤਰ ਹੈ, ਇਹਦੇ ਰਾਹੀਂ ਆਪਾਂ ਨੇ ਲੋਕਾਂ ਤੱਕ ਗੱਲ ਕਰਨੀ। ਸੋ ਉਹਦੇ ਵਿੱਚ ਮਤਲਬ ਅਸੀਂ ਕੁਝ ਨਿਸ਼ਚਿਤ ਕਰ ਲਿਆ, 1 ਮਈ ਪੰਜਾਬੀ ਭਵਨ ਲੁਧਿਆਣੇ ਦਾ ਪੱਕਾ ਹਰ ਸਾਲ ਦਾ, 25 ਜਨਵਰੀ ਜਲੰਧਰ ਦਾ ਸਮਾਗਮ ਜਿਹੜਾ, ਇਹ 2 ਸਮਾਗਮ ਤਾਂ ਬਹੁਤ ਹੀ ਜ਼ਿਆਦਾ ਪੱਕੇ ਹੋਏ। ਇਹ ਤੋਂ ਬਿਨਾਂ ਕੁਝ ਪਿੰਡਾਂ ਦੇ ਸੈਂਟਰ ਚੁਣੇ, ਜਿਵੇਂ ਛੰਦੜਾਂ ਦਾ ਸਮਾਗਮ ਬਹੁਤ ਵੱਡਾ ਸਮਾਗਮ ਸੀ, ਔਰ ਛੰਦੜਾਂ ਦੇ ਸਮਾਗਮ ਦੇ ਮੌਕੇ ਦੇ ਉੱਤੇ ਦਿਨੇ ਕਵੀ ਦਰਬਾਰ ਹੋਇਆ, ਪਾਸ਼ੋਰੀ ਵੀ ਵਿੱਚ ਗਏ ਸੀ, ਰਾਤ ਨੂੰ ਮਤਲਬ ਬਹੁਤ ਵੱਡੇ ਇਕੱਠ ਹੁੰਦੇ ਸੀ, ਹੈਰਾਨੀ ਦੀ ਗੱਲ ਆ। ਹੁਣ ਉਸ ਤਰ੍ਹਾਂ ਦੇ ਇਕੱਠ ਨਹੀਂ ਹੈ, ਉਹਦਾ ਬਹੁਤ ਜਿੱਡਾ ਵੱਡਾ ਕਹਿ ਉੱਡਾ ਵੱਡਾ ਇਕੱਠ ਸੀ। ਤੇ ਗੁਰਸ਼ਨ ਭਾਜੀ ਕਹਿੰਦੇ ਵੀ ਅਮੋਲਕ ਸੰਭਾਲ ਸਟੇਜ ਤੇ ਚਲਾ ਸ਼ੁਰੂ ਕਰ, ਮੈਂ ਕਿਹਾ ਭਾਜੀ ਨਹੀਂ, ਫਿਰ ਵੀ ਐਡੇ ਵੱਡੇ ਲੇਖਕ, ਕਵੀ, ਬੁੱਧੀਜੀਵੀ ਆਏ ਹੋਏ ਨੇ, ਦੇਖੋ ਅਸੀਂ ਸਟੇਜ ਲਗਾਤੀ, ਲਾਈਟਾਂ ਲਗਾਤੀਆਂ, ਸਾਊਂਡ ਲਗਾਤੀ, ਜਨਤਾ ਤੁਸੀਂ ਗਿਣਤੀ ਨਹੀਂ ਕਰ ਸਕਦੇ ਇੰਨੀ ਪੰਡਾਲ ਚ ਆ ਗਈ, ਪਹੁੰਚਣ ਲੱਗ ਗਈ, ਹਾਲੇ ਤਾਂ ਹੋਰ ਆਊਗੀ, ਔਰਤਾਂ ਦੇ ਜੱਥਿਆਂ ਦੇ ਜੱਥੇ, ਪਿੰਡਾਂ ਦੇ ਪਿੰਡ, ਮਤਲਬ ਇੱਕ ਤਾਂ ਜਿਹਨੂੰ ਪੋਜ਼ਿਟਿਵ ਸੈਂਸ ਸ਼ੈਦਾਈ ਕਹਿਣਾ ਹੁੰਦਾ ਨਾ, ਰੰਗ ਮੰਚ ਦੇ ਲੋਕ ਸ਼ੈਦਾਈ ਸੀ। 10-10 ਮੀਲ ਦੇ 20 ਮੀਲ ਤੋਂ ਵੀ ਸਾਈਕਲਾਂ ਦੇ ਉੱਤੇ ਵੀ ਰਾਤਾਂ ਨੂੰ ਨੌਜਵਾਨ ਟੋਲੀਆਂ ਦੇ ਟੋਲੀਆਂ ਬੰਨ ਕੇ, ਪੱਕਾ ਹੀ ਹੁੰਦਾ ਸੀ ਉਹਨਾਂ ਦਾ, ਉਹਨਾਂ ਨੇ ਆਉਣਾ ਤੇ ਨਾਲੇ ਆ ਕੇ ਵਲੰਟੀਅਰ ਦੀਆਂ ਡਿਊਟੀਆਂ ਸਾਂਭਣੀਆਂ। ਗੁਰਸ਼ਨ ਭਾਜੀ ਕਹਿੰਦੇ ਨਹੀਂ, ਉਹ ਕਵੀ ਦਰਬਾਰ ਤੇ ਦਿਨੇ ਸੀ ਨਾ, ਤੇ ਹੁਣ ਫਿਰ ਰਾਤ ਪੈ ਗਈ ਆ, ਹੁਣ ਜੇ ਤੂੰ ਉਡੀਕਦਾ ਨਾ, ਉਹ ਕਵੀਆਂ ਦੇ ਵਿੱਚੋਂ ਕਿਸੇ ਨੇ ਸਟੇਜ ਚਲਾਉਣ ਤੈਨੂੰ ਹੁਣ ਨਹੀਂ ਮਿਲਣਾ, ਉਹ ਹੁਣ ਉਹ ਇਸ ਮੌਕੇ ਹੋਰ ਰੰਗ ਮੰਚ ਵਾਲੀ ਜਗ੍ਹਾ ਤੇ ਪਹੁੰਚ ਗਿਆ, ਉਹਨਾਂ ਦਾ ਟਾਈਮ ਹੋ ਗਿਆ, ਉਹ ਕਹਿੰਦੇ ਹੱਸਣ ਲੱਗ ਗਏ, ਤੇ ਤੂੰ ਸਟੇਜ ਚੁੱਪ ਕਰਕੇ ਫੜ ਲੈ ਨਾ, ਮੈਂ ਤੈਨੂੰ ਕਹੀ, ਮੈਂ ਬਹੁਤ ਜਗਦਾ ਸੀ ਵੀ ਮੈਂ ਕਿਹਾ ਨਹੀਂ, ਇਸ ਤਰ੍ਹਾਂ ਨਹੀਂ, ਆਪਾਂ ਉਹਨਾਂ ਨੂੰ ਥਾਂ ਦੇਣੀ, ਅਸੀਂ ਕੰਮ ਕਰ ਲਿਆ, ਉਹ ਅੱਜ ਤੱਕ ਵੀ ਕਾਇਮ ਹੈ। ਜਦੋਂ ਉਹ ਆਪਾਂ ਆਵਾਂਗੇ ਅੱਗੇ, ਜਦੋਂ ਆਪਾਂ ਸਨਮਾਨ ਕਰਦੇ ਹਾਂ ਹੋਰਾਂ ਦਾ, ਕਿ ਸਾਡੇ ਕਿਰਤੀ ਕਿਸਾਨ ਕਿਵੇਂ ਇਕੱਠ ਕਰਕੇ ਪੰਡਾਲ 'ਚ ਬੈਠੇ ਹੁੰਦੇ ਆ, ਤੇ ਉਹ ਸਾਰੇ ਲੋਕ ਨਾਟਕਕਾਰਾਂ ਦਾ ਜਦੋਂ ਸਨਮਾਨ ਕਰਦੇ ਆ,
ਸੋ ਇਹ ਜਿਹੜੇ ਸਮਾਗਮ ਸੀ ਇਹਨਾਂ ਦੇ ਵਿੱਚ ਉਹ ਰਾਤਾਂ ਵੀ ਸਾਨੂੰ ਯਾਦ ਨੇ ਕਿ 25 ਜਨਵਰੀ ਤੇ 1 ਮਈ ਨੂੰ ਵਰਿਆਂ ਵੱਧੀ ਮਤਲਬ ਪੂਰੇ ਆਰਮੰਡ ਸਾਡੇ ਸਾਥੀ ਲੈ ਖੜਦੇ ਹੁੰਦੇ ਸੀ ਔਰ ਕੋਈ ਮਾਈਂਡ ਨਹੀਂ ਸੀ ਕਰਦਾ। ਟੋਟਲ ਦੀ ਟੋਟਲ ਗੈਦਰਿੰਗ ਜਿਹੜੀ ਅੰਦਰ ਐਂਟਰ ਹੁੰਦੀ ਸੀ ਉਹਦੀ ਤਲਾਸ਼ੀ ਹੁੰਦੀ ਸੀ। ਉਹਨਾਂ ਤੇ ਸ਼ੱਕ ਕਰਕੇ ਨਹੀਂ, ਵੈਸੇ ਜ਼ਿੰਮੇਵਾਰੀ ਬਣਦੀ ਸੀ। ਉਹਨਾਂ ਦੀ ਤਲਾਸ਼ੀ ਲੈਂਦੇ ਸੀ ਸਾਡੇ ਵਲੰਟੀਅਰ, ਕੋਈ ਨਹੀਂ ਸੀ ਮਹਿਸੂਸ ਕਰਦਾ। ਔਰ ਪਹਿਲਾਂ ਹੀ ਸ਼ਾਮ ਨੂੰ 5-5 4-4 ਵਜੇ ਆਪਣੀਆਂ ਚੁੰਨੀਆਂ ਦੇ ਨਾਲ ਕੁਰਸੀਆਂ, ਇੱਕ ਕੁਰਸੀ ਤੋਂ ਲੈ ਕੇ ਤੀਜੀ ਚੌਥੀ ਕੁਰਸੀ ਤੱਕ ਚੁੰਨੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਸੀ ਕਿ ਸਾਨੂੰ ਸਪੇਸ, ਸਾਡੀ ਥਾਂ ਬੈਠਣ ਦੀ ਖਾਲੀ ਰਹੇ। ਸੋ ਇਹ ਡਰ ਲੱਗਦਾ ਹੁੰਦਾ ਸੀ ਕਿ ਦੇਸ਼ ਭਗਤ ਯਾਦਗਾਰ ਹਾਲ ਦਾ ਗਦਰੀ ਬਾਬਿਆਂ ਦਾ ਮੇਲਾ ਤਾਂ 1992 ਤੋਂ ਸ਼ੁਰੂ ਹੋਇਆ ਨਾ, ਇਹ 1982 ਤੋਂ ਪਲਸ ਮੰਚ ਦਾ ਲਿਆ ਹੋਇਆ। ਉਹ 10 ਸਾਲ ਗਦਰੀ ਬਾਬਿਆਂ ਦਾ ਮੇਲਾ ਤਾਂ ਸ਼ੁਰੂ ਹੀ ਨਹੀਂ ਸੀ ਹੋਇਆ, ਉਹ ਤਾਂ ਆ ਕੇ 1992 ਸ਼ੁਰੂ ਹੁੰਦਾ। ਤੇ ਉਸ ਦੌਰ ਦੇ ਵਿੱਚ ਉੱਪਰ ਲੋਕੀ ਇਹ ਡਰਦੇ ਹੁੰਦੇ ਸੀ ਕਿ ਗਦਰੀ ਬਾਬਾ ਜਵਾਲਾ ਸਿੰਘ ਹਾਲ ਜਿਹੜਾ ਵੱਡਾ ਆਡੀਟੋਰੀਅਮ ਆ ਵੀ ਕਿਤੇ ਡਿੱਗ ਨਾ ਜਾਵੇ। ਇਹ ਏਡਾ ਵੱਡਾ ਇਕੱਠ ਹੁੰਦਾ, ਸਾਰੀ ਰਾਤ ਟਿਕਟਕੀ ਲਗਾ ਕੇ, ਔਰ ਬਹੁਤ ਖੂਬਸੂਰਤ ਨਾਟਕ ਮਤਲਬ ਹੁੰਦੇ ਰਹੇ। ਔਰ ਇਸ ਤਰੀਕੇ ਨਾਲ ਇਹ ਚੱਲਦਾ ਰਿਹਾ। ਉਧਰ ਪੰਜਾਬੀ ਭਵਨ ਵਾਲਾ ਚੱਲਦਾ ਰਿਹਾ। ਔਰ ਪੇਂਡੂ ਖੇਤਰ ਵਿੱਚ ਸ਼ਾਹਕੋਟ ਦਾ, ਮਲਸੀਆਂ ਦਾ, ਇਸ ਤਰ੍ਹਾਂ ਫਰੀਦਕੋਟ ਦਾ, ਪਟਿਆਲੇ ਦਾ, ਲੁਧਿਆਣਾ, ਬਠਿੰਡਾ, ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਵੱਡੇ ਸਮਾਗਮ ਉਹ ਸਾਰੇ ਦੌਰ ਦੇ ਵਿੱਚ ਵੀ ਹੁੰਦੇ ਰਹੇ ਆ। ਤੇ ਔਰ ਖਾਸ ਕਰਕੇ ਇਹ ਦੌਰ 91-92 ਤੱਕ ਵੀ ਇਸੇ ਤਰ੍ਹਾਂ ਦਾ ਹੀ ਦੌਰ ਰਿਹਾ। ਸਾਰੇ ਦੌਰ ਦੇ ਵਿੱਚ ਹੀ ਵੱਡੀ ਘਟਨਾ ਵਾਪਰਦੀ ਆ ਪਲਸ ਮੰਚ ਦੇ ਸਮਾਗਮ ਦੇ ਉੱਤੇ, ਜਿਹੜੀ ਜੈਤੋ ਦੇ ਲਾਗੇ ਸੇਵੇਵਾਲਾ ਚ। ਜਿਸ ਮੌਕੇ ਅੰਨੇ ਨਿਸ਼ਾਨਚੀ ਨਾਟਕ ਕਰਕੇ ਹਟੀ ਪੰਜਾਬ ਨਾਟਕ ਕਲਾ ਕੇਂਦਰ ਦੀ ਟੀਮ। ਉਸ ਤੋਂ ਬਾਅਦ ਮੈਂ ਬੋਲ ਰਿਹਾ ਸੀ, ਪੰਜਾਬ 'ਚ ਮਿਲਟਰੀ ਲੱਗੀ ਹੋਈ ਸੀ ਔਰ ਫੌਜੀ ਵਰਦੀਆਂ ਦੇ ਵਿੱਚ ਕੁਝ ਲੋਕ ਆਏ। ਸਾਡੇ ਵਲੰਟੀਅਰਾਂ ਨੇ ਇਹੀ ਸਮਝਿਆ ਕਿ ਮਿਲਟਰੀ ਲੱਗੀ ਹੋਈ ਆ, ਸਮਾਗਮਾਂ ਤੇ ਗਸ਼ਤ ਕਰਦੀ ਆ ਰੋਜ਼ ਹੀ ਫੌਜ, ਤੇ ਉਹੀ ਆਈ ਹੋਣੀ ਆ। ਉਹਨਾਂ ਨੇ ਨੇੜੇ ਲਾ ਕੇ ਇੱਕ ਗ੍ਰਨੇਡ, ਜਿਹੜੇ ਕੋਠੇ ਦੇ ਉੱਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਨਾਟਕ ਦੇਖ ਰਹੀਆਂ ਸੀਗੀਆਂ, ਇੱਕ ਗ੍ਰਨੇਡ ਕੋਠੇ ਤੇ ਮਾਰਿਆ, ਉਹ ਚੱਲਿਆ ਨਹੀਂ ਸੀ। ਦੂਸਰਾ ਗ੍ਰਨੇਡ ਪੰਡਾਲ 'ਚ ਸੁੱਟਿਆ, ਨਾਲ ਹੀ ਫਾਇਰਿੰਗ ਸ਼ੁਰੂ ਕੀਤੀ ਤੇ ਸਾਡੇ 18 ਸਾਥੀ ਸ਼ਹੀਦ ਹੋ ਗਏ। ਮੇਰੇ ਨਾਲ ਹੰਸਾ ਸਿੰਘ, ਭੈਣ ਸੁਮਨ ਲਤਾ ਵਰਗੇ ਇਹ ਸਾਰੇ ਲੋਕ ਨਾਲ ਸੀ। ਤੇ ਮਜ਼ਦੂਰਾਂ ਦੀ ਧਰਮਸ਼ਾਲਾ ਸੀ ਕਿਰਤੀਆਂ ਦੀ, ਇੱਕ ਨਿੱਕਾ ਜਿਹਾ ਇਹਨਾਂ ਬਹੁਤ ਛੋਟਾ ਨੈਰੋ ਜਿਹਾ ਇੱਕੋ ਹੀ ਗੇਟ ਸੀ ਤੇ ਜਲਿਆਂਵਾਲੇ ਬਾਗ ਦੀ ਤਰ੍ਹਾਂ ਹੀ ਪੂਰੀ ਦੀ ਪੂਰੀ 4 ਦੀਵਾਰੀ ਬੰਦ ਸੀ। ਔਰ ਉਹਦੇ ਬੈਕ ਦੇ ਉੱਤੇ ਪਰਦਾ ਲਾ ਕੇ ਮੂਹਰੇ 4 ਰੇੜੀਆਂ ਲਗਾ ਕੇ ਅਸੀਂ ਨਾਟਕ ਕਰ ਰਹੇ ਸੀ। ਔਰ ਪਰਦੇ ਦੀ ਬੈਕ ਸਾਈਡ ਦੇ ਉੱਤੇ ਜਿਹੜਾ ਧਰਮਸ਼ਾਲਾ ਦਾ ਕਮਰਾ ਸੀ ਉਹ ਸਾਡਾ ਗ੍ਰੀਨ ਰੂਮ ਬਣਿਆ ਹੋਇਆ ਸੀ। ਸਾਨੂੰ ਬੈਕ ਤੋਂ ਬੋਲਦਿਆਂ ਤੋਂ ਜਿਸ ਮੌਕੇ ਹੋਇਆ, ਪਿਛਲੇ ਪਾਸੇ ਪਰਦੇ ਦੇ ਵਿੱਚ ਦੀ ਹੱਥ ਪਾ ਕੇ ਇਸ ਤਰ੍ਹਾਂ ਮੈਨੂੰ ਖਿੱਚਿਆ ਗਿਆ ਬੋਲਦੇ ਤੇ ਬੈਕ ਤੇ ਉਹਨਾਂ ਦਾ ਧਿਆਨ ਉਹਨਾਂ ਪਲਾਂ 'ਚ ਕੋਈ ਵੰਡਿਆ ਗਿਆ। 18 ਸਾਥੀ ਸ਼ਹੀਦ ਸਾਡੇ ਹੋ ਗਏ। ਜੇ ਕਿਤੇ ਉਹਨੂੰ ਇਹ ਪਤਾ ਹੁੰਦਾ ਕਿ ਪਰਦੇ ਦੇ ਪਿੱਛੇ ਤਾਂ ਅਸਲ 'ਚ ਕਮਰਾ ਵੀ ਆ, ਅਸੀਂ 41-42 ਜਣੇ ਸੀ। ਸ਼ਹੀਦ ਮੇਘਰਾਜ ਭਗਤੂਆਣਾ ਦੀ ਘਰ ਵਾਲੀ ਵੀ ਉੱਥੇ ਸੀ ਤੇ ਮਤਲਬ ਉਹਨਾਂ ਦੀ ਭੈਣ ਵੀ ਉੱਥੇ ਸੀ। ਸ਼ਹੀਦ ਮੇਘਰਾਜ ਭਗਤੂਆਣਾ ਦੀ ਬੇਟੀ ਹੈ ਹਰਿੰਦਰ ਬਿੰਦੂ, ਜਿਹੜੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ 'ਚ ਮੇਨ ਆਗੂ ਰੋਲ ਕਰ ਰਹੀ ਆ। ਲక్ష్మణ ਸਿੰਘ ਸੇਵੇਵਾਲਾ ਨਿੱਕਾ ਜਿਹਾ ਬੱਚਾ ਸੀ ਉਦੋਂ, ਤੇ ਉਹ ਸੇਵੇਵਾਲਾ 'ਚ ਏਡੀ ਵੱਡੀ ਘਟਨਾ ਦੇ ਵਿੱਚੋਂ, ਉਸ ਲਹੂ ਦੇ ਵਿੱਚੋਂ ਹੀ ਉਹ ਜਵਾਨ ਹੋਇਆ। ਫਿਰ ਬਹੁਤ ਬੱਚਾ ਸੀ, ਹੁਣ ਪਤਾ ਕਿ ਮੇਰੇ ਪਿੰਡ 'ਚ ਕੀ ਵਾਪਰਿਆ ਸੀ। ਅੱਜ ਖੇਤ ਮਜ਼ਦੂਰਾਂ ਦਾ ਆਗੂ ਆ, ਇੱਕ ਸ਼ਹੀਦ ਦੀ ਧੀ ਹਰਿੰਦਰ ਬਿੰਦੂ ਆ। ਤੇ ਉਸ ਮੌਕੇ ਅਸੀਂ 3 ਟਰਾਲੀਆਂ ਭਰ ਕੇ ਫਿਰ ਫੱਟੜਾਂ ਦੀਆਂ ਲੈ ਕੇ ਆਏ ਜੈਤੋ ਦੇ ਸਿਵਲ ਹਸਪਤਾਲ ਦੇ ਵਿੱਚ। ਤੇ ਜਿਹੜੀ ਉੱਥੇ ਚਿੱਠੀ ਸਿੱਟੀ ਹੋਈ ਸੀ ਉਸ ਤੋਂ ਸਾਨੂੰ ਪਤਾ ਲੱਗਿਆ ਉਹ 'ਚ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਜ਼ਿੰਮੇਵਾਰੀ ਲਈ ਹੋਈ ਸੀ ਤੇ ਇਹ ਕਿਹਾ ਹੋਇਆ ਸੀ ਕਿ ਪੰਜਾਬ ਦੇ ਦਲਤਾਂ ਨੂੰ ਅਸੀਂ ਵਾਰਨਿੰਗ ਦਿੰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਨਾਟਕ ਕਰਦੇ ਕਰਾਉਂਦੇ ਆ, ਇਹਨਾਂ ਦੇ ਪਿੱਛੇ ਲੱਗਣਾ ਹਟ ਜਾਓ, ਹਾਲੇ ਟ੍ਰੇਲਰ ਹੈ, ਫਿਲਮ ਅਜੇ ਬਾਕੀ ਹੈ। ਤੇ ਥੋੜੇ ਦਿਨਾਂ ਤੋਂ ਬਾਅਦ ਇੱਕ ਅਮੋਲਕ ਸਿੰਘ ਨਾਂ ਦਾ CPI ਦਾ ਕਾਮਰੇਡ, ਬਹੁਤ ਸਿੰਸੀਅਰ ਸਾਥੀ ਸੀਗਾ, ਤੇ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਐਂਬੁਸ਼ ਲਗਾ ਕੇ, ਘਾਤ ਲਗਾ ਕੇ ਉਹਨੂੰ ਸ਼ਹੀਦ ਕਰ ਦਿੱਤਾ। ਨਾਲੇ ਉਹਦੇ ਹਥਿਆਰ ਖੋਹ ਕੇ ਲੈ ਗਏ ਤੇ ਜਾ ਕੇ ਖਬਰ ਦੇਤੀ ਕਿ ਸੇਵੇ ਵਾਲੇ ਅਮੋਲਕ ਪਛਾਣਿਆ ਨਹੀਂ ਸੀ ਗਿਆ, ਅੱਜ ਅਸੀਂ ਪਛਾਣ ਕੇ ਉਹਨੂੰ ਐਨੀਲੇਟ ਕਰ ਦਿੱਤਾ, ਮਾਰ ਦਿੱਤਾ ਹੈ, ਉਹ ਬਚ ਕੇ ਨਹੀਂ ਸੀ ਜਾ ਸਕਦਾ ਸਾਡੇ ਕੋਲ। ਉਹ ਅਮੋਲਕ ਸਿੰਘ CPI ਦਾ ਸੀ, ਉਹ ਵੀ ਫਿਰ ਮਾਰਿਆ ਗਿਆ। ਤੇ ਇਹ ਇਸ ਤੋਂ ਬਾਅਦ ਰੰਗਮੰਚ ਨੂੰ ਬਦਨਾਮ ਕਰਨ ਲਈ ਔਰ ਟੀਮ ਨੂੰ ਬਦਨਾਮ ਕਰਨ ਲਈ ਜਿਹੜਾ ਜੋ ਕੁਝ ਅੱਜ ਜਿਵੇਂ ਗੋਦੀ ਮੀਡੀਆ ਤੇ ਜੋ ਕੁਝ ਚੱਲਦਾ ਹੈ, ਸੇਵੇ ਵਾਲਾ ਕਾਂਡ ਤੋਂ ਬਾਅਦ ਰੰਗਮੰਚ ਦੇ ਖਿਲਾਫ ਧੂੰਆਂ-ਧਾਰ ਪ੍ਰਚਾਰ ਕੀਤਾ ਗਿਆ। ਔਰ ਬਹੁਤ ਜ਼ਿੰਮੇਵਾਰ ਕਈ ਅਖਬਾਰਾਂ ਨੇ ਵੀ, ਜਿਨ੍ਹਾਂ ਦਾ ਅੱਜ ਰੋਲ ਬਹੁਤ ਕਮਾਲ ਦਾ ਹੈ, ਮੁਕਾਬਲਤਨ ਬਹੁਤ ਕਮਾਲ ਦਾ ਰੋਲ ਆ, ਉਹੋ ਜਿਹੇ ਅਖਬਾਰਾਂ 'ਚ ਵੀ ਇਹੋ ਜਿਹੇ ਇਸ ਕਿਸਮ ਦੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਸਵੇਰ ਨੂੰ ਉਹ ਖਬਰਾਂ ਲਵਾਈਆਂ ਵੀ ਅਮੋਲਕ ਸਿੰਘ ਨੇ ਸਟੇਜ ਤੋਂ ਇਹ ਕਿਹਾ ਵੀ ਜੇ ਹਿੰਮਤ ਹੈ ਤਾਂ ਸਾਹਮਣੇ ਆਓ, ਲੁਕ ਕੇ ਕਿਉਂ ਬੈਠੇ ਆ। ਇਹ ਜਿਹਾ ਕੁਛ ਨਹੀਂ ਸੀ, ਉਹ ਸਾਰਾ ਕੁਝ ਹੀ ਕਲੀਅਰ ਕੱਟ ਆ ਵੀ ਹਾਲੇ ਤਾਂ ਮੈਂ ਬੋਲਣਾ ਹੀ ਸ਼ੁਰੂ ਕਰਿਆ ਸੀ, ਇੰਨੀ ਛੇਤੀ ਕਿੱਥੋਂ ਵਰਦੀਆਂ ਪਾ ਕੇ ਆ ਗਏ ਸਾਡੇ ਬੋਲਣ ਦੇ ਉੱਤੇ। ਸੋ ਔਰ ਕੁਛ ਨੇ ਇਹ ਵੀ ਕਹਿਣਾ ਸ਼ੁਰੂ ਕੀਤਾ ਵੀ ਔਲਖ ਸਾਹਿਬ ਤੁਹਾਡੇ ਨਾਟਕ ਨੂੰ ਨਾ ਉਹਨਾਂ ਨੇ ਵਿਗਾੜ ਕੇ ਪੇਸ਼ ਕੀਤਾ ਤਾਂ ਇਹ ਘਟਨਾ ਵਾਪਰ ਗਈ।
ਤੋ ਇਹ ਜਿਹਾ ਕੋਈ ਤਬਦੀਲੀ ਨਹੀਂ ਸੀ। ਉਸ ਤੋਂ ਬਾਅਦ ਵੀ ਬਹੁਤ ਥਾਵਾਂ ਤੇ ਕੀਤੇ ਗਏ ਨੇ, ਔਰ ਔਲਖ ਸਾਹਿਬ ਦੇ ਨਾਟਕ ਵੀ ਬਥੇਰੇ ਥਾਵਾਂ ਤੇ ਰੋਕੇ ਗਏ, ਤੁਸੀਂ ਵੀ ਜਾਂਦੇ ਰਹੇ ਹੋ। ਹਾਂਜੀ, ਬਹੁਤ ਗੁਰਸ਼ਨ ਜਗ੍ਹਾ ਭਾਜੀ ਨੂੰ ਵੀ ਬਥੇਰੇ ਥਾਵਾਂ ਤੇ ਰੋਕਿਆ ਗਿਆ, ਉਹਨਾਂ ਨੇ ਵੀ ਕਿਸ ਕਿਸਮ ਦੇ ਨਾਟਕ ਕੀਤੇ ਹਾਂ, ਨੇ। ਸੋ ਇਸ ਅਨੰਦਪੁਰ ਕਰਕੇ ਸਾਹਿਬ ਵੀ ਰੋਕਿਆ ਸੀ ਉਹਨਾਂ ਨੇ ਸਾਰਾ, ਹਾਂਜੀ ਹਾਂਜੀ ਉਹਨਾਂ ਨੇ ਬੜੀ ਹਾਂਜੀ ਲਾਠੀ ਭਰਾਈ ਸੀ ਉਦੋਂ ਸਾਡੇ ਤੇ ਸਾਰੀ, ਜੀ ਜਦੋਂ ਜੀ ਜੀ ਉੱਥੇ ਵੀ ਨਹੀਂ ਸੀ ਕਰਨ ਦਿੱਤਾ। ਬਿਲਕੁਲ। ਸੋ ਅਸੀਂ ਪਲਸ ਮੰਚ ਵਾਲੇ ਲੋਕ, ਸਾਹਿਤਕਾਰ, ਲੇਖਕ, ਕਵੀ, ਬੁੱਧੀਜੀਵੀ ਜਾਂ ਡੈਮੋਕ੍ਰੈਟਿਕ ਲੋਕ ਜਾਂ ਤਰਕਸ਼ੀਲ ਲੋਕ ਕਦੇ ਵੀ ਕਿਸੇ ਦੇ ਦੂਸਰੇ ਦੇ ਸਮਾਗਮ ਦੇ ਵਿੱਚ ਜਿਨ੍ਹਾਂ ਨਾਲ ਸਾਡੇ ਵਿਚਾਰਧਾਰਕ, ਰਾਜਨੀਤਿਕ ਜਾਂ ਉਹ ਕਿਸੇ ਤਰ੍ਹਾਂ ਦੇ ਵੀ ਤਿੱਖੇ ਮਤਭੇਦ, ਵਿਰੋਧੀਆਂ ਵਾਲੇ ਮਤਭੇਦ ਵੀ ਕਿਉਂ ਨਾ ਹੋਣ, ਅਸੀਂ ਕਦੇ ਉਹਨਾਂ ਦੇ ਕਿਸੇ ਸਮਾਗਮ ਵਿੱਚ ਜਾ ਕੇ ਖੜ ਨਹੀਂ ਪਾਇਆ। ਪਰ ਇਹ ਸਾਨੂੰ ਇਹ ਆਉਂਦਾ ਕਿ ਆਪਣੀ ਗੱਲ ਕਹੋ, ਤੁਸੀਂ ਵੀ ਕਹੋ, ਅਸੀਂ ਵੀ ਕਹਿੰਦੇ ਹਾਂ, ਲੋਕ ਜੀ ਦੀ ਸੁਣ ਗੱਲ ਠੀਕ ਲੱਗੇਗੀ, ਸੁਣ ਲੈਣਗੇ। ਅਮੋਲਕ ਭਾਜੀ, ਮੈਂ ਇੱਕ ਕਿਉਂਕਿ ਪਲਸ ਮੰਚ ਨੇ ਇੰਨਾ ਕੰਮ ਕੀਤਾ ਵੀ 1982 ਤੋਂ ਲੈ ਕੇ ਹੁਣ ਲਗਭਗ 37-38 ਸਾਲ ਹੋ ਗਏ ਹੈ ਨਾ ਕੰਮ ਕਰਦਿਆਂ ਹੋਇਆ, ਔਰ ਇਸ ਸਮੇਂ ਦੌਰਾਨ ਜਿਹੜੇ ਮੈਕਸਿਮਮ ਥੀਏਟਰ ਗਰੁੱਪ ਜਿਹੜੇ ਪੰਜਾਬ ਦੇ ਨੇ ਹੈ ਨਾ, ਉਹਨਾਂ ਨੇ ਪਲਸ ਮੰਚ ਦੀ ਸਟੇਜ ਦੇ ਉੱਤੇ ਆ ਕੇ ਕੰਮ ਕੀਤਾ। ਕਿਧਰੇ ਸਾਰਾ ਕੋਈ ਰਿਕਾਰਡ ਜਾਂ ਕੁਝ ਲਿਖਿਆ ਜਾਂ ਕੁਝ ਉਹ ਜਿਹੜੀਆਂ ਕੋਈ ਵੀਡੀਓਜ਼ ਕਿਧਰੇ ਕੁਝ ਸਾਂਭਿਆ ਵੀ ਗਿਆ? ਇਹ ਹਿਸਟਰੀ ਬੜੀ ਸਟਰੋਂਗ ਹੈ ਜੀ। ਵਾਕਈ ਬਹੁਤ ਤੁਸੀਂ ਮਹੱਤਵਪੂਰਨ ਸਵਾਲ ਕੀਤਾ। ਇਹ ਨਾ ਅੱਧ ਅਧੂਰਾ ਹੀ ਆਨਸਰ ਹੈ ਇਹਦਾ, ਕਿਉਂਕਿ ਇਸ ਪੱਖੋਂ ਲਗਭਗ ਨਲਾਇਕੀ ਹੈ ਸਾਡੀ, ਰੰਗਮੰਚ ਦੀ ਕਹਿ ਲਓ, ਸਾਡੀਆਂ ਜ਼ਿੰਮੇਵਾਰ ਆਰਗੇਨਾਈਜੇਸ਼ਨਾਂ ਦੀ ਕਹਿ ਲਓ, ਇਸ ਪੱਖੋਂ ਅਸੀਂ ਬਹੁਤ ਊਣੇ ਆ। ਮੈਂ ਆਪਦੀ ਗੱਲ ਨਹੀਂ ਕਰਦਾ, ਮੈਂ ਫਿਰ ਵੀ ਕਾਫੀ ਕੋਈ ਕੋਸ਼ਿਸ਼ ਕਰਦਾ, ਕਾਫੀ ਕੁਛ ਹੈਗਾ ਵੀ ਆ, ਪਰ ਇਹ ਨਾ ਇੱਕ ਟੀਮ ਵਰਕ ਦੇ ਤੌਰ ਦੇ ਤੇ ਇਸ ਪੱਖੋਂ ਬਹੁਤ ਕੰਮ ਖਰਾਬ ਹੈ। ਮਤਲਬ ਔਰ ਇਹ ਸਾਰਾ ਕੁਛ ਸਾਡੇ ਹੁੰਦੇ ਹੋਇਆ, ਸਭ ਕੁਛ ਸਾਂਭਣਾ ਕਿੰਨੀ ਗੱਲ ਆ, ਕਿਤੇ ਗੱਲ ਸੀਗੀ। ਅੱਛਾ, ਮੇਰੇ ਵਰਗੇ ਦਾ ਤਾਂ 2-3 ਵਾਰੀ ਤਾਂ ਵੈਸੇ ਹੀ ਜਿਨ੍ਹਾਂ ਘਰਾਂ 'ਚ ਰੱਖਿਆ ਗਿਆ, ਉਹਨਾਂ ਨੇ ਡਰਦਿਆਂ ਨੇ ਕਿਸੇ ਟੋਭੇ ਸਿੱਟ ਦਿੱਤਾ, ਕਿਸੇ ਨੇ ਫੂਕ ਹੀ ਦਿੱਤਾ, ਸਾੜ ਹੀ ਦਿੱਤਾ। 2-3 ਦੌਰ ਇਹੋ ਜਿਹੇ ਆਏ ਨੇ ਜਦੋਂ ਵਾਰੰਟਡ ਰਹੇ ਆ। 2-3 ਵਾਰੀ ਮਤਲਬ ਛਾਪੇ ਪਏ, ਮੇਰੇ ਘਰ ਦੇ ਵਿੱਚ ਵੀ ਛਾਪੇ ਪਏ। ਪਿੰਡ ਮੈਂ ਘਰੇ ਨਹੀਂ ਸੀ ਸੁੱਤਾ, ਹੋਰ ਜਗ੍ਹਾ ਤੇ ਸੀ, ਉੱਥੇ ਵੀ ਪੁਲਿਸ ਗਈ ਮੇਰੇ। ਮਤਲਬ ਉਸ ਤੋਂ ਬਾਅਦ ਜਿਹੜੇ ਪਰਿਵਾਰ 'ਚ ਕਾਫੀ ਕੁਝ ਮੇਰਾ ਰੱਖਿਆ ਹੋਇਆ ਸੀਗਾ, ਕਿੰਨੇ ਮਹੀਨੇ ਮੈਂ ਅੰਡਰਗਰਾਊਂਡ ਰਿਹਾ, ਉਸ ਦੌਰ ਦੇ ਵਿੱਚ ਉਹਨੂੰ ਮੁੜ ਕੇ ਮੇਰੇ ਹੱਥ ਕੁਛ ਵੀ ਨਹੀਂ ਲੱਗਿਆ, ਸਾੜ ਹੀ ਦਿੱਤਾ ਬਹੁਤ ਕੁਝ। ਮੈਨੂੰ ਲੱਗਦਾ ਇਹਨੂੰ ਕਿਸੇ ਵੇਲੇ ਕੋਈ ਪਲਸ ਮੰਚ ਵੱਲੋਂ ਕਿਸੇ ਦੀ ਡਿਊਟੀ ਲਾ ਕੇ ਉਹਨੂੰ ਪੂਰਾ ਅੰਗੇਜ ਕਰਕੇ ਉਸ ਕੰਮ ਲਈ ਇਹ ਸਾਂਭ ਲੈਣਾ ਚਾਹੀਦਾ ਹੈ। ਜਿੱਥੇ ਵੀ ਕੁਝ ਅਗਾਂਹ ਵਧੂ ਮੈਗਜ਼ੀਨ ਇਸ ਕਿਸਮ ਦੇ ਮੇਰੇ ਬਹੁਤ ਸੰਭਾਲੇ ਹੋਏ ਨੇ, ਇਸ ਕਿਸਮ ਦੇ ਸਰਦਲ ਦੀਆਂ ਫਾਈਲਾਂ ਵੀ ਸੰਭਾਲੀਆਂ ਹੋਈਆਂ ਨੇ, ਕਾਫੀ ਫੋਟੋਗ੍ਰਾਫਸ ਵੀ ਸੰਭਾਲੀਆਂ ਹੋਈਆਂ ਨੇ, ਜਿਨ੍ਹਾਂ ਤੇ ਮੈਂ ਲਗਭਗ ਸ਼ੁਰੂ ਕਰਿਆ ਹੈ ਕੰਮ ਕਰਨ ਦਾ, ਇਹਨੂੰ ਕੰਪਾਈਲ ਕਰ ਰਹੇ ਹਾਂ। ਔਰ ਮੈਂ ਸਭਨਾਂ ਤੁਹਾਡੇ ਵਰਗਿਆਂ ਨੂੰ, ਹੋਰਾਂ ਸਾਥੀਆਂ ਨੂੰ ਵੀ ਬੇਨਤੀ ਕਰਦਾ, ਅੱਜ ਵੀ ਇਸ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਕਿਸੇ ਕੋਲੇ ਕੁਝ ਵੀ ਯਾਦਗਾਰੀ ਚੀਜ਼ਾਂ ਨੇ, ਉਹ ਸਾਰੀਆਂ ਇਕੱਠੀਆਂ ਕਰਨ। ਉਹਨਾਂ ਸਭਨਾਂ ਦੀ ਕੰਟਰੀਬਿਊਸ਼ਨ ਹੋਊਗੀ, ਸਭਨਾਂ ਦੀ ਇੱਕ ਟੀਮ ਦੇ ਤੌਰ ਦੀ ਉਸ ਚੀਜ਼ ਨੂੰ ਆਪਾਂ ਕੰਪਾਈਲ ਕਰਾਂਗੇ, ਤੇ ਉਹ ਤਾਂ ਜੋ ਸੰਭਾਲ ਕੇ ਪਲਸ ਮੰਚ ਦੇ ਇਸ ਇਤਿਹਾਸ ਨੂੰ ਇੱਕ ਖੂਬਸੂਰਤ ਜਿਹੜਾ ਇੱਕ ਦਸਤਾਵੇਜ਼ ਦੇ ਤੌਰ ਤੇ ਸੰਭਾਲਿਆ ਜਾ ਸਕੇ। ਔਰ ਇਹਦੇ ਵਿੱਚ ਮੈਂ ਇੱਕ ਗੱਲ, ਇੱਕੋ ਹੀ ਸੈਕਿੰਡ ਗੱਲ ਕਰਨੀ ਚਾਹੀਦਾ ਸੀ। ਅੱਜ ਦੇ ਦੌਰ ਦੇ ਵਿੱਚ ਜਿੰਨਾ ਸਟੂਡੀਓ ਕਲਚਰ ਇੰਨਾ ਮਹਿੰਗਾ ਆ, ਜਿੰਨਾ ਅੱਜ ਦੇ ਜਿੰਦਿਆਂ ਦੀਆਂ ਪ੍ਰੋਬਲਮਾਂ ਨੇ, ਥੀਏਟਰ ਦੀਆਂ ਪ੍ਰੋਬਲਮਾਂ ਨੇ, ਔਰ ਸਟੂਡੀਓ ਦੀਆਂ ਪ੍ਰੋਬਲਮਾਂ ਨੇ। 1982 ਦੇ ਵਿੱਚ ਗੁਰਸ਼ਨ ਭਾਜੀ ਦੇ ਘਰੇ ਆਪਾਂ ਨੇ, ਉਹ ਇੱਕ ਇਤਿਹਾਸ ਹੈ। ਗੁਰਸ਼ਨ ਭਾਜੀ ਦਾ ਘਰ ਵਿਚਕਾਰਲਾ ਇੱਕ ਕਮਰਾ, ਉੱਥੇ ਇੱਕ ਐਂਪਲੀਫਾਇਰ ਚੁੱਕ ਲਿਆਂਦਾ, ਉੱਥੇ ਹੀ 2 ਸਜਿੰਦੇ ਆ ਗਏ, ਇੱਕ ਹਾਰਮੋਨੀਅਮ ਤੇ ਆ ਗਿਆ, ਤੇ ਉਹ ਅਸੀਂ ਉੱਥੇ ਪਹੁੰਚੇ। ਉੱਥੇ ਕਿਆ ਬਾਤ ਹੈ, ਅਸੀਂ ਉੱਠੇ ਉਦੋਂ ਜਦੋਂ ਇੱਕ ਕੈਸਟ ਤਿਆਰ ਕਰ ਲਈ। ਉੱਥੇ ਇੰਟਰਨੈਸ਼ਨਲ ਜਜੀਨ ਪੋਤੀ ਉਹਦਾ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ ਸੁਖਪਾਲ ਦਾ ਪੰਜਾਬੀ ਰੂਪਾਂਤਰਿਤ ਕੀਤਾ ਹੋਇਆ ਉਹ ਗੀਤ, ਦਿੱਲੀ ਦੀ ਹਕੂਮਤ ਤੇ, ਜਾਂ ਇਸੇ ਤਰ੍ਹਾਂ ਸੜਕ ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ, ਹਾਂ, ਇਹ ਤੇ ਪਾਸ਼ ਦੀਆਂ ਬੋਲੀਆਂ, ਇਹ ਸਾਰੀਆਂ ਚੀਜ਼ਾਂ ਮਤਲਬ ਉੱਥੇ ਇਕੱਠੀਆਂ ਹੋਈਆਂ। ਔਰ ਮੇਰੇ ਮੁਤਾਬਕ ਜੇ ਸਭ ਤੋਂ ਵੱਧ ਕੋਈ ਆਡੀਓ ਕੈਸਟ ਹੁਣ ਤੱਕ ਲੋਕਾਂ 'ਚ ਗਈ ਆ, ਉਹ ਕੈਸਟ ਆ। ਉਹ ਕਿਸੇ ਸਟੂਡੀਓ 'ਚ ਤਿਆਰ ਨਹੀਂ ਹੋਈ, ਕਿਤੇ ਕੋਈ HMV 'ਚ ਨਹੀਂ ਸੀ ਅਸੀਂ ਪਹੁੰਚੇ। ਇਸੇ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਮਤਲਬ ਪਲਸ ਮੰਚ ਦਾ 2-3 ਖੇਤਰਾਂ ਦੇ ਵਿੱਚ ਆਡੀਓ ਕੈਸਟਾਂ ਦੇ ਕਲਚਰ ਦੇ ਵਿੱਚ, ਚਾਹੇ ਉਹ ਲੋਕ ਪੱਖੀ ਗੀਤ ਹੈ, ਇਨਕਲਾਬੀ ਗੀਤ ਹੈ, ਔਰ ਸੰਗਰਾਮੀ ਗੀਤ ਹੈ, ਇਸੇ ਤਰ੍ਹਾਂ ਦੇ ਨਾਲ ਜਿਹੜੀ ਹੈ ਦੁੱਲਾ ਭੱਟੀ ਹੈ, ਸਾਡੀ ਲੋਕ ਸੰਗੀਤ ਮੰਡਲੀ ਭਦੌੜ ਦੇ ਵੱਲੋਂ, ਹਾਂਜੀ, ਤੇ ਦੁੱਲਾ ਭੱਟੀ ਤੁਹਾਡੀਆਂ ਵਿੱਚ ਆਵਾਜ਼ਾਂ ਅਸੀਂ ਉਹ ਦਿੱਲੀ ਰਿਕਾਰਡ ਕਰਵਾਈ ਸੀ, ਮੈਨੂੰ ਯਾਦ ਕਰਵਾਈ ਸੀ, ਔਰ ਉਹਦੇ ਵਿੱਚ ਨਰੂਲਾ ਦੀ ਬੇਟੀ ਜਸਪਿੰਦਰ ਨਰੂਲਾ ਨੇ ਸਾਡੇ ਨਾਲ ਉਦੋਂ ਗਾਇਆ ਸੀ। ਉਦੋਂ ਛੋਟੀ ਸੀ, ਯਾਨੀ ਅਸੀਂ ਵੀ ਛੋਟੇ ਹੀ ਸੀ। ਹਾਂ, ਤਾਜ ਦੀ ਲਾਂਟ, ਫਿਰ ਜੱਟ ਦੀ ਜੂਨ ਬੁਰੀ, ਮਤਲਬ ਇਸ ਤਰ੍ਹਾਂ ਦੀਆਂ, ਮਤਲਬ ਸਤਲੁਜ ਦਾ ਪੈਗਾਮ, ਕਿਰਨਾਂ ਦਾ ਕਾਫਲਾ, ਮਤਲਬ ਇੰਨੀਆਂ ਵੱਡੀ ਪੱਧਰ ਤੇ ਕੈਸਟਾਂ ਆਈਆਂ, ਔਰ ਇੰਨਾ ਲੋਕ ਸੁਣਦੇ ਸੀ ਟਰੈਕਟਰਾਂ ਤੇ, ਮੋਟਰਾਂ ਤੇ। ਉਦੋਂ ਉਹਦੇ ਟੇਪ ਰਿਕਾਰਡਾਂ ਆਈਆਂ, ਜੇ ਕਿਸੇ ਟੁੱਟੀ ਜਿਹੀ ਟੇਪ ਰਿਕਾਰਡ ਸੀ ਨਾ ਮਾਰ ਕੇ ਚੱਲਦੀ ਸੀ, ਉਹਨਾਂ ਦੇ ਘਰਾਂ 'ਚ ਵੀ। ਜਾਣੀ
ਇੱਕ ਦੁਖਾਂਤਕ ਪਹਿਲੂ ਆ। ਅੱਜ ਜਦੋਂ ਇਲੈਕਟ੍ਰੋਨਿਕ ਦਾ ਯੁੱਗ ਕਿਹਾ ਜਾਂਦਾ, ਡਿਜੀਟਲ ਦਾ ਯੁੱਗ ਕਿਹਾ ਜਾਂਦਾ, ਇਕੱਲੇ ਇਕੱਲੇ ਹੱਥ 'ਚ ਮੋਬਾਈਲ ਆ, ਹੁਣ ਪਿੰਡਾਂ ਦੇ ਵਿੱਚ ਉਸ ਦੌਰ ਦੀ ਤਰ੍ਹਾਂ ਪਿੰਡਾਂ 'ਚ ਲੰਘੇ ਜਦੋਂ ਤੁਹਾਨੂੰ ਗਲੀਆਂ ਦੇ ਵਿੱਚ ਆਪਣੇ ਗੀਤ ਕੰਨਾਂ 'ਚ ਨਹੀਂ ਪੈਂਦੇ, ਉਦੋਂ ਸਧਾਰਨ ਪਰਿਵਾਰਾਂ ਦੇ ਵਿੱਚ ਵੀ ਆਪਣੇ ਗੀਤ ਵੱਜਦੇ ਹੁੰਦੇ ਸੀ। ਉਦੋਂ ਅਮੋਲਕ ਜੀ ਮੈਂ ਇਹ ਤੁਹਾਡੀ ਗੱਲ ਵਿੱਚ ਵਾਧਾ ਕਰ ਰਿਹਾ ਕਿ ਅਸੀਂ ਕਿਉਂਕਿ ਬੱਸਾਂ 'ਚ ਜਾਂਦੇ ਸੀ ਭਾਜੀ ਦੇ ਨਾਲ, ਉਦੋਂ ਕਾਰਾਂ ਧੁੰਦੀਆਂ ਨਹੀਂ ਸੀ, ਤੇ ਬੱਸਾਂ ਦੇ ਵਿੱਚ ਜਿਹੜੇ ਗੀਤ ਚੱਲ ਰਹੇ ਹੁੰਦੇ ਸੀ ਕੋਈ, ਭਾਜੀ ਉਹ ਡਰਾਈਵਰ ਨੂੰ ਕਹਿੰਦਾ ਕੈਸਟ ਇੱਕ ਦੇ ਦਿੰਦੇ ਸੀ, ਕਹਿੰਦੇ ਸੀ ਤੂੰ ਆਹ ਕੈਸਟ ਲਾ ਵੀ ਜਿਹੜੇ ਹੈ ਦਿੱਲੀ ਦੀ ਹਕੂਮਤੇ ਵਾਲੇ ਗੀਤ, ਲੋਕ ਪੱਖੀ ਪੁਲਿਸ ਮੰਚ ਦੀਆਂ ਕੈਸਟਾਂ ਏਦਾਂ ਵੀ ਬੱਸਾਂ ਵਿੱਚ ਉਦੋਂ ਵੱਜਣ ਲੱਗ ਪਈਆਂ ਸੀ। ਬਿਲਕੁਲ ਬੱਸਾਂ ਦੇ ਵਿੱਚ ਉਹ ਕਲਚਰ ਚੇਂਜ ਹੋ ਗਿਆ ਸੀਗਾ। ਬਿਲਕੁਲ ਇਹ ਸਾਰਾ ਉਹ ਇੰਨਾ ਜ਼ਿਆਦਾ ਗੀਤਾਂ ਦਾ ਅਸਰ ਹੋਇਆ ਸੀਗਾ। ਐਜੂਕੇਸ਼ਨ ਫੋਰਮ ਵੀ ਦਿੱਤੀਆਂ ਸੀ, ਡੈਮੋਨਸਟ੍ਰੇਸ਼ਨ ਦੀਆਂ ਫੋਰਮ ਵੀ ਦਿੱਤੀਆਂ, ਦੂਰਦਰਸ਼ਨ ਦੇ ਅੱਗੇ ਵੀ ਵਿਖਾਵੇ ਕੀਤੇ, ਅਲੱਗ-ਅਲੱਗ ਥਾਵਾਂ ਤੇ ਵੀ ਕੀਤੇ, ਔਰ ਇਹ ਸੰਭਲ ਕੇ ਚੱਲੇ ਅਸੀਂ ਵੀ ਯਾਰ ਕੋਈ ਗਾਇਕਾਂ ਦੇ ਇਕੱਲੇ ਮਗਰ ਪੈਣ ਦਾ ਸਵਾਲ ਨਹੀਂ ਹੈ, ਗਾਇਕਾਂ ਦੇ ਇਕੱਲਾ ਬਾਈਕਾਟ ਦਾ ਸਵਾਲ ਨਹੀਂ ਹੈ, ਆਲਟਰਨੇਟਿਵ ਦਿਵੋ, ਲੋਕਾਂ ਨੂੰ ਵਿਜ਼ਨ ਦੇਵੋ। ਇੱਕ ਕਮਾਲ ਦੀ ਗੱਲ ਇਹ ਵੀ ਇੱਕ ਗੱਲ ਇਹ ਸੀਗੀ, ਹੌਲੀ ਹੌਲੀ ਸਾਨੂੰ ਸਮਝ ਆਈ, ਸਾਡੀ ਵੀ ਇੱਕ ਸੁਰ ਇਹੀ ਸੀ, ਨਹੀਂ ਜਿੱਦਾਂ ਕ੍ਰਾਂਤੀ ਦੇ ਹੀ ਗੀਤ, ਕ੍ਰਾਂਤੀ ਦੇ ਹੀ ਨਾਟਕ, ਆਲਟਰਨੇਟਿਵ ਦੇ ਹੀ ਨਾਟਕ, ਸਾਨੂੰ ਹੌਲੀ ਹੌਲੀ ਧੱਕੇ ਖਾ ਕੇ ਇਹਦੇ ਵਿੱਚ ਦੀ ਨਾ ਕੁੱਟਾਂ ਕਾਟਾਂ ਖਾ ਕੇ ਹਾਲਾਤ ਨੇ ਜੋ ਭੰਨਿਆ, ਸਾਨੂੰ ਹਿਸਾਬ ਆਉਣ ਲੱਗਿਆ ਕਿ ਜ਼ਿੰਦਗੀ ਇੱਕ ਜਿਹੜਾ ਸਾਹ ਦੱਬ ਕੇ ਹਾਰਮੋਨੀਅਮ ਦਾ, ਜ਼ਿੰਦਗੀ ਇਹਦਾ ਨਾਂ ਨਹੀਂ ਹੈ, ਨਾ ਹੀ ਰੰਗਮੰਚ ਇਹਦਾ ਨਾਂ, ਇਹ ਸਰਗਮ ਹੈ ਜ਼ਿੰਦਗੀ ਦੀ। ਇਹਦੇ 'ਚ ਮੁਹੱਬਤ ਵੀ ਆ, ਇਹ 'ਚ ਪਿਆਰ ਵੀ ਆ, ਇਹ 'ਚ ਪਿਆਰ ਦੇ ਗੀਤ ਵੀ ਨੇ, ਜਨਮ ਦਿਨ ਦੇ ਗੀਤ ਵੀ ਨੇ, 'ਚ ਵਿਆਹ ਦੇ ਵੀ ਗੀਤ ਨੇ, ਬਹੁਤ ਸਾਰੀਆਂ ਉਹ ਜਿਹਾ ਉਹ ਥੀਏਟਰ ਵੀ ਆ ਲੋਕਾਂ ਦਾ। ਜੇ ਉਹ ਅਲਟਰਨੇਟਿਵ ਤੁਹਾਡੇ ਕੋਲੇ ਨਹੀਂ ਹੈ ਤੇ ਉਹ ਤੋਂ ਬਿਨਾਂ ਜੇ ਤੁਹਾਡੇ ਸਿਰਫ ਇਸ ਕਿਸਮ ਦੇ ਗੀਤ ਆਉਣਗੇ ਤਾਂ ਉਹਨਾਂ ਦੇ ਨਾਲ ਤੁਸੀਂ ਅੱਗੇ ਨਹੀਂ ਕਰ ਸਕੋਗੇ। ਨਾਲੇ ਕਮਾਲ ਦੀ ਗੱਲ ਹੈ ਵੀ ਪੜ੍ਹਿਆ ਹਰੇਕ ਨੇ ਹੋਇਆ ਸੀ ਕਿ ਕ੍ਰਾਂਤੀ ਦੀ ਕਵਿਤਾ ਪਿਆਰ ਦੀ ਕਵਿਤਾ ਦੇ ਰਾਹ ਦੇ ਵਿੱਚ ਹੀ ਹੋ ਕੇ ਜਾਂਦੀ ਹੈ, ਪਰ ਜੇ ਕੋਈ ਉਹਦੀ ਗੱਲ ਕਰੇ ਤਾਂ ਇਹ ਲੱਗਦਾ ਸੀ ਕਿ ਇਹਨੂੰ ਕੁਛ ਹੋ ਗਿਆ, ਇਹ ਤਾਂ ਹੁਣ ਇਨਕਲਾਬੀ ਕਵਿਤਾ ਵੀ ਨਹੀਂ ਰਿਹਾ। ਮਤਲਬ ਜਿਹੜਾ ਨਾ ਅਸਲੀਲਤਾ ਤੇ ਪਿਆਰ ਤੇ ਮੁਹੱਬਤ ਇਹਨਾਂ ਗਤਾਵਾ ਕਰ ਦਿੱਤਾ ਗਿਆ ਇਹਦਾ, ਮਤਲਬ ਇਹਨੂੰ ਅਲੱਗ-ਅਲੱਗ ਸਮਝਣ ਦਾ ਯਤਨ ਮਤਲਬ ਨਹੀਂ ਕੀਤਾ ਗਿਆ। ਦੂਸਰੀ ਗੱਲ ਹੈ ਵੀ ਇੱਕ ਕਲਾ ਦਾ, ਸਾਹਿਤ ਦਾ, ਕਲਮ ਦਾ, ਰੰਗਮੰਚ ਦਾ ਆਪਣਾ ਇੱਕ ਸਿੰਬਲ ਹੈ, ਆਪਣਾ ਇੱਕ ਇਹਦਾ ਸਤੰਭ ਹੈ, ਇਹਨੂੰ ਇੰਡੀਪੈਂਡੈਂਟਲੀ, ਇਹਨੂੰ ਖੁਦ ਮੁਖਤਾਰ ਅਦਾਰੇ, ਖੁਦ ਮੁਖਤਾਰ ਫੀਲਡ ਦੇ ਤੌਰ ਤੇ ਇਹਦਾ ਸਨਮਾਨ ਕਰਨਾ, ਜਿਹੜਾ ਕਿ ਤੁਸੀਂ ਫਿਲਰ ਰੱਖਿਆ ਇਹਨੂੰ। ਕੋਈ ਪੋਲੀਟੀਕਲ ਪਾਰਟੀਆਂ ਨੇ, ਕੋਈ ਸਿਆਸੀ ਜਥੇਬੰਦੀਆਂ ਨੇ ਜਾਂ ਜਨਤਕ ਜਥੇਬੰਦੀਆਂ ਨੇ, ਉਹਨਾਂ ਨੇ ਕੋਈ ਆਪਣਾ ਕੰਮ ਕਰਨਾ, ਮੈਂ ਨਾਟਕ ਟੀਮ ਤੇ ਇਸ ਕਰਕੇ ਬੁਲਾਈ ਆ ਵੀ 4 ਬੰਦੇ ਇਕੱਠੇ ਹੋ ਜਾਣਗੇ, ਨਾਲੇ ਇਕੱਠ ਕਰ ਲਵਾਂਗੇ। ਇਹ ਗੱਲਾਂ ਹੀ ਸਾਡੀਆਂ ਜੜ੍ਹਾਂ 'ਚ ਬੈਠਦੀਆਂ ਨੇ। ਬਿਲਕੁਲ ਸਭ ਤੋਂ ਵੱਧ ਇੰਪੋਰਟੈਂਸ ਇਸ ਗੱਲ ਦੀ ਹੈ ਕਿ ਸੈਲਫ ਇਹ ਜਨਰੇਟ ਕਰਦਾ, ਇਹ ਊਰਜਾ ਜਨਰੇਟ ਕਰਦਾ, ਪੀਪਲ ਨੂੰ ਜਨਰੇਟ ਕਰਦਾ, ਪੀਪਲ ਤੁਹਾਨੂੰ ਕੱਚਾ ਮਾਲ ਦਿੰਦਾ, ਤੁਸੀਂ ਉਹਦੇ ਤੋਂ ਆਪਣੀਆਂ ਆਰਗੇਨਾਈਜੇਸ਼ਨਾਂ ਖੜੀਆਂ ਕਰੋ। ਬਿਲਕੁਲ। ਔਰ ਅਮੋਲਕ ਭਾਜੀ ਪਹਿਲਾਂ ਕਿਉਂਕਿ ਗੁਰਸ਼ਰਨ ਭਾਜੀ ਸ਼ੁਰੂ ਤੋਂ ਪ੍ਰੈਜ਼ੀਡੈਂਟ ਰਹੇ ਪਲਸ ਮੰਚ ਦੇ, ਔਰ ਉਹਨਾਂ ਨੇ ਇੱਕ ਵੱਡੀ ਭੂਮਿਕਾ ਨਿਭਾਈ, ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਤੁਹਾਡੇ ਤੇ ਆਈ, ਵਿੱਚੋਂ ਫਿਰ ਕੋਈ ਦੇਰ ਲਈ ਅਤਰਜੀਤ ਹੋਰਾਂ ਕੋਲ ਜ਼ਿੰਮੇਵਾਰੀ ਆਈ, ਪਰ ਫਿਰ ਤੁਹਾਡੇ ਕੋਲ ਆਫਟਰ ਆਲ ਸਾਰੀ ਜਿਹੜੀ, ਔਰ ਤੁਸੀਂ ਵੀ ਬੜੀ ਜ਼ਿੰਮੇਵਾਰੀ ਨਾਲ ਵੱਡੀ ਭੂਮਿਕਾ ਨਿਭਾਈ ਸਾਰੇ, ਖਾਸ ਤੌਰ ਤੇ ਲੁਧਿਆਣਾ ਵਾਲਾ ਪ੍ਰੋਗਰਾਮ ਜਿਹੜਾ ਨਿਭਾਉਣ ਦੀ, ਫਿਰ ਗੁਰਸ਼ਰਨ ਭਾਜੀ ਦਾ 27 ਸਤੰਬਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਜ਼ਿੰਮੇਵਾਰੀ ਜਿਹੜੀ ਬੜੇ ਵੱਡੇ ਪੱਧਰ ਤੇ ਉਸ ਤਰ੍ਹਾਂ ਨਿਭਾਉਣ ਦੀ। ਮੈਂ ਇਹ ਸੀ ਕਿ ਜਦੋਂ ਗੁਰਸ਼ਰਨ ਭਾਜੀ ਜਦੋਂ ਕੰਮ ਕਰ ਰਹੇ ਸੀ ਤੇ ਜਦੋਂ ਹੁਣ ਤੁਸੀਂ ਕੰਮ ਕਰ ਰਹੇ ਹੋ ਬਤੌਰ ਪ੍ਰਧਾਨ, ਉਹ ਇਹਨਾਂ ਦੋਨਾਂ ਸਮਿਆਂ ਦੇ ਵਿੱਚ ਕਿੱਦਾਂ ਦੀਆਂ ਤਬਦੀਲੀਆਂ ਨੇ, ਜਾਂ ਤੁਹਾਡੀਆਂ ਜ਼ਿੰਮੇਵਾਰੀਆਂ ਕਿੱਦਾਂ ਵਧੀਆਂ ਨੇ, ਜਾਂ ਕਿੱਦਾਂ ਦਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿੱਦਾਂ ਦੀਆਂ ਹੋਰ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ? ਬਿਲਕੁਲ ਬਿਲਕੁਲ, ਬਹੁਤ ਨੋਟ ਕਰਨ ਵਾਲੀਆਂ ਗੱਲਾਂ ਨੇ, ਕੁਝ ਬੜੀਆਂ ਸਿਫਤੀ ਕਿਸਮ ਦੀਆਂ। ਮੈਂ ਹਿੰਟ ਮਾਤਰ ਹੀ ਦੱਸੂਗਾ ਜੀ। ਜਿਸ ਦੌਰ 'ਚ ਪਹਿਲੇ ਗੁਰਸ਼ਰਨ ਭਾਜੀ ਕੰਮ ਕਰਦੇ ਸੀ, ਜਾਂ ਪਹਿਲੇ ਦੌਰ 'ਚ ਅਸੀਂ ਕੰਮ ਕਰਦੇ ਸੀ, 70ਵੇਂ ਤੋਂ ਲੈ ਕੇ ਈਵਨ 90 ਤੱਕ, 20 ਸਾਲ ਦਾ ਅਰਸਾ ਕੋਈ ਥੋੜਾ ਨਹੀਂ ਹੁੰਦਾ। 90 ਤੱਕ ਇਹੋ ਜਿਹੇ ਅਰਸੇ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ੋਰਦਾਰ ਕਿਸਾਨ ਜਥੇਬੰਦੀਆਂ ਨਹੀਂ ਸੀ, ਮਜ਼ਦੂਰ ਜਥੇਬੰਦੀਆਂ ਨਹੀਂ ਸੀਗੀਆਂ, ਐਡੀ ਜ਼ੋਰਦਾਰ ਮਤਲਬ ਪੇਂਡੂ ਖੇਤਰ ਹੰਗਾਰੇ ਵਾਲੀਆਂ ਹਾਲਤਾਂ ਉਸ ਮੌਕੇ ਨਹੀਂ ਸੀਗੀਆਂ। ਅੱਜ ਸਾਡੇ ਵਾਸਤੇ ਪੋਜ਼ਿਟਿਵ ਔਰ ਹਾਂ ਪੱਖੀ ਰੰਗਮੰਚ ਲਈ ਇਹ ਕਮਾਲ ਦੀ ਗੱਲ ਇਹ ਹੈ ਕਿ ਉਹ ਕੀਤੀ ਹੋਈ ਕਮਾਈ, ਉਹ ਸੁੱਟੇ ਹੋਏ ਬੀਜ ਕਿਤੇ ਅਜਾਈ ਨਹੀਂ ਗਏ, ਲਹਿਰਾਉਂਦੀ ਇੱਕ ਫਸਲ ਹੋਈ। ਉਹਨਾਂ ਆਰਗੇਨਾਈਜੇਸ਼ਨਾਂ ਦਾ ਆਪਣਾ ਰੋਲ ਤਾਂ ਬਹੁਤ ਕਮਾਲ ਦਾ ਹੈ ਹੀ, ਉਹਦੇ ਵਿੱਚ ਮਾੜਾ ਮੋਟਾ ਕਿਣਕਾ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸੰਗੀਤ ਦਾ, ਰੰਗਮੰਚ ਦਾ ਵੀ ਉਹਦੇ ਵਿੱਚ ਇੱਕ ਯੋਗਦਾਨ, ਮਾਣਮੱਤਾ ਯੋਗਦਾਨ ਆ। ਉਹਨੂੰ ਵਾਲੀਅਮ ਜਾਂ ਉਹਦੇ ਆਕਾਰ ਦੇ ਤੌਰ ਤੇ ਨਾ ਦੇਖੀਏ ਕਿ ਇਹਦਾ ਕਿੰਨੇ % ਹੈ। ਮੇਨਲੀ ਅਸੀਂ ਸਲਾਮ ਕਰਦੇ ਹਾਂ ਉਹਨਾਂ ਜਥੇਬੰਦੀਆਂ ਦਾ, ਜਿਹੜੀਆਂ ਜਥੇਬੰਦੀਆਂ ਲਹਿਰਾਂ ਲੜ ਰਹੀਆਂ, ਕੁੱਟਮਾਰ ਖਾ ਰਹੀਆਂ ਨੇ, ਰੋਜ਼ ਸਟਰਗਲਾਂ ਕਰ ਰਹੇ ਨੇ, ਪਰ
ਇਹ ਮੈਂ ਹੀ ਨਹੀਂ ਕਹਿ ਰਿਹਾ, ਇਹ ਉਹ ਵੀ ਕਹਿੰਦੀਆਂ ਨੇ ਕਿ ਉਸ ਵੇਲੇ ਦੀ ਵਾਹੀ ਹੋਈ ਜ਼ਮੀਨ, ਉਸ ਵੇਲੇ ਦੇ ਮਾਰੇ ਹੋਏ ਸੁਹਾਗੇ, ਉਸ ਮੌਕੇ ਦਾ ਦਿੱਤਾ ਹੋਇਆ ਲਹੂ ਨਾਲ ਪਾਣੀ, ਉਹਦੇ ਨਾਲ ਇਹ ਜਿਹੜੀ ਅੱਜ ਫਸਲ ਹੋਈ ਹੈ। ਅੱਜ ਸੈਂਕੜੇ ਪਿੰਡਾਂ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਰੋਜ਼ ਘੋਲ ਚੱਲਦੇ ਨੇ। ਸੋ ਉਦੋਂ ਤਾਂ ਸਾਨੂੰ ਇਹ ਫਿਕਰ ਹੀ ਹੁੰਦਾ ਸੀ ਕਿਹੜੇ ਪਿੰਡ ਜਾਈਏ, ਉੱਥੇ ਸਾਡੀ ਬਾਂਹ ਕੌਣ ਫੜੂ, ਤੇ ਨਾਟਕ ਕਰਨ ਤੋਂ ਬਾਅਦ ਜਾਣਾ ਕਿੱਥੇ ਹੈ। ਇਹ ਬਹੁਤ ਵੱਡਾ ਅੰਤਰ ਹੈ। ਔਰ ਉਸ ਮੌਕੇ ਨਾਟਕਾਂ ਵਾਲਿਆਂ ਨੂੰ ਰਾਸ ਵਾਲੇ ਜਿਹੜੇ ਹੁੰਦੇ ਸੀ, ਜਿਹੜੇ ਫਿਰ ਗਲਤੀਆਂ ਕਰਦੇ ਸੀ ਜਾਂ ਫੰਡ ਖਾ ਜਾਂਦੇ ਸੀ ਜਾਂ ਭੱਜ ਜਾਂਦੇ ਸੀ ਜਾਂ ਕੋਈ ਸ਼ਰਾਰਤਾਂ ਕਰ ਜਾਂਦੇ ਸੀ, ਇਸ ਕਿਸਮ ਦੀਆਂ ਗੈਰ ਸਮਾਜੀ ਕੋਈ ਘਟਨਾ ਵਾਪਰ ਜਾਂਦੀ ਸੀ, ਸਾਨੂੰ ਵੀ ਕਈ ਉਹਨਾਂ ਇਨਕਾ ਜੀ ਦੇਖਦੇ ਸੀ ਵੀ ਇਹਨਾਂ ਤੋਂ ਪਰੇ ਰਹੋ। ਜਦੋਂ ਉਹ ਉਸ ਦੌਰ 'ਚ ਕੰਮ ਕਰਿਆ, ਸਾਨੂੰ ਤਾਂ ਸੱਚੀ ਮੁੱਚੀ ਫਿਕਰ ਹੁੰਦਾ ਸੀ ਜਾ ਕੇ ਸੌਣਾ ਪੈਣਾ ਕਿੱਥੇ ਆ, ਰੋਟੀ ਪਾਣੀ ਕਿੱਥੇ ਖਾਣਾ, ਬਿਲਕੁਲ ਨਹੀਂ ਸੀ ਇਹ ਥਾਂ। ਉਹਦੇ ਨਾਲ ਸਿਫਤੀ ਤਬਦੀਲੀ ਇਹ ਹੈ ਕਿ ਉਸ ਮੌਕੇ ਰੰਗਮੰਚ, ਪਰ ਇਹ ਨਾਲ ਹੀ ਇਹਦੇ ਇਹ ਸਿੱਖਣ ਵਾਲੀ ਗੱਲ ਆ ਵੀ ਰੰਗਮੰਚ ਐਡੀ ਜ਼ੋਰ ਨਾਲ ਲੋਕਾਂ 'ਚ ਜਾ ਰਿਹਾ ਸੀ, ਜਦੋਂ ਉਹਦੇ ਵਾਸਤੇ ਹਾਲੇ ਉਹਨੂੰ ਸੱਪ ਵਿਛਾਉਣ ਵਾਲੀ ਧਰਾਤਲ ਉਨੀ ਜ਼ੋਰਦਾਰ ਤਿਆਰ ਨਹੀਂ ਸੀ। ਅੱਜ ਜਦੋਂ ਧਰਾਤਲ ਬਹੁਤ ਜ਼ੋਰਦਾਰ ਤਿਆਰ ਹੈ, ਜੇ ਕਿਤੇ ਰੰਗਮੰਚ ਦੀ ਮਹੱਤਤਾ ਨੂੰ ਉਹ ਸਾਰੀ ਲਹਿਰ ਵੀ ਮਨ ਮਸਤਕ 'ਚ ਰਜਿਸਟਰ ਕਰ ਲਵੇ ਤੇ ਉਹਨੂੰ ਅਡਾਪਟ ਕਰ ਲਵੇ, ਇਹ ਰੰਗਮੰਚ ਦਾ ਵਾਲਿਆਂ ਦਾ ਤੇ ਪਲਸ ਮੰਚ ਵਾਲਿਆਂ ਦਾ, ਜਾਂ ਪਲਸ ਮੰਚ ਤੋਂ ਬਿਨਾਂ ਵੀ ਜਿਹੜੀਆਂ ਟੀਮਾਂ ਕੰਮ ਕਰਦੀਆਂ ਨੇ, ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ। ਜ਼ਰੂਰੀ ਨਹੀਂ ਕਿ ਸਿਰਫ ਪਲਸ ਮੰਚ ਇੱਕ ਸੰਸਥਾ ਇਹੋ ਜਿਹੀ ਹੈ ਜਿਹੜੀ ਇਹੀ ਬਸ ਲੋਕ ਪੱਖੀ ਤੇ ਅਗਾਂਹ ਵਧੂ ਕੰਮ ਕਰਦੀ ਹੈ, ਇਹ ਤੋਂ ਬਿਨਾਂ ਵੀ ਕੰਮ ਕਰ ਰਹੇ ਨੇ ਸਾਥੀ। ਉਹਨਾਂ ਸਭਨਾਂ ਦੇ ਕੰਮ ਨੂੰ ਸਲਾਮ ਕਰਦੇ ਹਾਂ ਅਸੀਂ। ਇਹ ਸਭਨਾਂ ਦੇ ਕੰਮ ਨੂੰ ਅੱਜ ਜਿਹੜੀ ਬੁੱਕਲ ਐਡੀ ਤਕੜੀ ਤੇ ਮੋਕਲੀ ਤੇ ਵੱਡੀ ਤੇ ਮਜ਼ਬੂਤ ਹੈ ਲੋਕਾਂ ਦੇ ਜੰਗਲ ਦੀ, ਜੇ ਉਹ ਜੰਗਲ ਵੀ ਇਹ ਆਵਾਜ਼ ਦੇ ਕੇ ਪਹਿਲਾਂ ਆਪਣਾ ਪਾਰਟ ਬਣਾ ਲਵੇ, ਯਾਰ ਇਹਦਾ ਵੀ ਹਿੱਸਾ ਰੱਖੋ ਵਿੱਚ, ਇਹਨੂੰ ਬੁਲਾਓ। ਇਹ ਏਦਾਂ ਨਹੀਂ ਵੀ ਕਦੇ ਕਦਾਈ ਭਗਤ ਸਿੰਘ ਦਾ ਦਿਨ ਮਨਾ ਲਿਆ ਤੇ ਉਦੋਂ ਕਿਤੇ ਸੱਦ ਲਿਆ, ਇਹ ਇੰਨਾ ਕੰਮ ਨਹੀਂ ਹੈ। ਮਤਲਬ ਟੀਮਾਂ ਉਹਦਾ ਇੰਟੈਗਰਲ ਪਾਰਟ ਵਾਂਗੂ ਵਿੱਚ ਵੱਜਣ ਦਿਨ ਰਾਤ, ਔਰ ਬਹੁਤ ਵੱਡੀ ਤਬਦੀਲੀ ਇਹਦੇ ਨਾਲ ਸਾਹਮਣੇ ਮਤਲਬ ਆਵੇਗੀ। ਇਹ ਦਵੱਲਾ ਹੀ ਕੰਮ ਕਰਨ ਵਾਲਾ ਸਾਡਾ ਵੀ ਫਰਜ਼ ਹੈ। ਇਹਦੇ ਨਾਲ ਇੱਕ ਚੀਜ਼ ਹੋਰ ਥੋੜੀ ਜਿਹੀ ਇਹਦੇ ਵਿੱਚ ਜੋੜ ਦਿਓ, ਕਿਉਂਕਿ ਬੜਾ ਵਧੀਆ ਕਲਚਰ ਸੀ ਇੱਕ ਪਲਸ ਮੰਚ ਦਾ, ਹੁਣ ਵੀ ਉਹਦਾ ਵੀ ਹੈਗਾ ਵਾ, ਪਰ ਉਦੋਂ ਬੜਾ ਸਟਰੋਂਗਲੀ ਸੀ ਕਿ ਜਿਹੜਾ ਖਰਚਾ ਹੁੰਦਾ ਸੀ ਪਲਸ ਮੰਚ ਦਾ, ਜਿਹੜਾ ਪ੍ਰੋਗਰਾਮ ਹੁੰਦਾ ਸੀ, ਉਸੇ ਵੇਲੇ ਲੋਕਾਂ ਕੋਲੋਂ ਇਕੱਠਾ ਕੀਤਾ ਜਾਂਦਾ ਸੀ। ਝੋਲੀ ਅੱਡ ਕੇ ਗੁਰਸ਼ਰਨ ਭਾਜੀ ਅੱਗੇ ਤੁਰਦੇ ਸੀ, ਬਿਲਕੁਲ ਲਿਟਰਲੀ ਆਪਣਾ ਕੁੜਤਾ ਏਦਾਂ ਚੁੱਕ ਕੇ ਅੱਗੇ ਲੋਕਾਂ 'ਚ ਜਾਂਦੇ ਸੀ, ਤੇ ਅਸੀਂ ਵੀ ਚਾਦਰਾਂ ਫੜ ਕੇ, ਤੁਸੀਂ ਵੀ ਸਾਰੇ, ਵੀ ਲੋਕਾਂ ਕੋਲੋਂ 1 ਰੁਪਇਆ 2 ਰੁਪਇਆ 10 ਰੁਪਏ, ਔਰ ਸਾਰਾ ਖਰਚਾ ਹੀ ਨਿਕਲੋ। ਉਹਦੇ ਬਾਰੇ ਜ਼ਰਾ ਥੋੜੀ ਗੱਲ ਕਰੋ। ਹਾਂਜੀ, ਉਹਦੇ ਬਾਰੇ ਪੰਜਾਬੀ ਇਨਕਲਾਬੀ ਰੰਗਮੰਚ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। 2 ਘਟਨਾਵਾਂ ਮੈਂ ਦੱਸੂਗਾ। ਜਦੋਂ 27 ਸਤੰਬਰ ਦਾ ਸਮਾਗਮ ਕਰਦੇ ਹਾਂ ਤਾਂ ਉਸ ਮੌਕੇ ਇਸ ਤਰ੍ਹਾਂ ਦੀਆਂ ਵੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ, ਜਿਹੜੀਆਂ ਲਗਭਗ ਹਰੇਕ ਸਾਲ 35-40 ਹਜ਼ਾਰ ਰੁਪਈਆ 27 ਸਤੰਬਰ ਦੀ ਰਾਤ ਮਨਾਉਣ ਵਾਸਤੇ ਸਾਨੂੰ ਹਰੇਕ ਸਾਲ ਉੱਥੇ ਸਹਾਇਤਾ ਦਿੰਦੀਆਂ ਨੇ, ਜਿਹੜੀਆਂ ਸਟੇਜ ਤੋਂ ਬੋਲੀ ਜਾਂਦੀ ਆ, ਤੇ ਉਹ 10-10 20-20 ਰੁਪਈਏ ਪਿੰਡਾਂ ਚੋਂ ਇਕੱਠੇ ਕਰਕੇ ਲੈ ਕੇ ਆਉਂਦੇ। ਨਾਲੇ ਤਾਂ ਬੱਸਾਂ ਭਰ ਕੇ, ਟਰਾਲੀਆਂ ਭਰ ਕੇ ਪੰਡਾਲ ਚ ਆਉਂਦੇ ਆ, ਨਾਲੇ 35-40 ਹਜ਼ਾਰ ਰੁਪਈਆ ਇੱਕ ਕਿਸਾਨ ਜਥੇਬੰਦੀ, ਕੋਈ 40 ਹਜ਼ਾਰ, ਕੋਈ 10 ਹਜ਼ਾਰ, ਕੋਈ 15 ਹਜ਼ਾਰ, ਕਈ ਤਰਕਸ਼ੀਲ ਸੋਸਾਇਟੀ, ਜਮਹੂਰੀ ਅਧਿਕਾਰ ਸਭਾ, ਨੌਜਵਾਨ ਸਭਾਵਾਂ, ਵਿਦਿਆਰਥੀ ਜਥੇਬੰਦੀਆਂ ਕੋਈ 1000 2000 ਇਸ ਤਰ੍ਹਾਂ ਦੇਣ ਲੱਗੀਆਂ ਨੇ। ਇਹ ਇੱਕ ਸਿਫਤੀ ਤਬਦੀਲੀ ਹੈ ਕਿ ਪੰਜਾਬੀ ਇਨਕਲਾਬੀ ਰੰਗਮੰਚ ਨੂੰ ਨਾ ਜਥੇਬੰਦੀ ਨੇ ਇਸ ਤਰ੍ਹਾਂ ਅਡਾਪਟ ਕਰ ਲਿਆ ਕਿ ਸਾਡਾ ਆਪਣਾ ਰੰਗਮੰਚ ਹੈ, ਸਾਡੇ ਲਈ ਹੀ ਹੋ ਰਿਹਾ ਹੈ। ਔਰ ਇਹਦੇ 'ਚ ਤਬਦੀਲੀ ਉਸ ਮੌਕੇ ਆਈ ਆ, ਖਾਸ ਕਰਕੇ ਜਿਸ ਮੌਕੇ ਆਪਾਂ ਕੁੱਸੇ ਪਿੰਡ ਦੇ ਵਿੱਚ ਗੁਰਸ਼ਰਨ ਭਾਜੀ ਦਾ ਇੱਕ ਇਨਕਲਾਬੀ ਜਨਤਕ ਸਨਮਾਨ ਕੀਤਾ। ਗੁਰਸ਼ਰਨ ਭਾਜੀ ਦਾ ਕੁੱਸੇ ਪਿੰਡ ਦੇ ਵਿੱਚ ਜਦੋਂ ਗੁਰਸ਼ਰਨ ਭਾਜੀ ਦਾ ਸਨਮਾਨ ਕੀਤਾ, ਸਨਮਾਨ ਤਾਂ ਦੇਸ਼ ਵਿਦੇਸ਼ ਦੇ ਵਿੱਚ ਕਲਾਕਾਰਾਂ ਦੇ, ਰੰਗਕਰਮੀਆਂ ਦੇ ਰੋਜ਼ ਹੀ ਹੁੰਦੇ ਨੇ, ਪਰ ਉਹ ਸਨਮਾਨ ਸਿਫਤੀ ਤੌਰ ਤੇ ਇਸ ਕਰਕੇ ਫਰਕ ਵਾਲਾ ਸੀ ਵੀ ਉਹ ਸਨਮਾਨ ਕਰਨ ਵਾਲੇ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਔਰਤਾਂ, ਉਹ ਲੋਕ ਸੀ ਜਿਹੜਾ ਮਤਲਬ ਤੁਸੀਂ ਦੇਖਿਆ ਹੀ ਆ ਕਿ ਕਿੱਡਾ ਵੱਡਾ ਹੜ, ਮਤਲਬ ਬਿਲਕੁਲ ਉਹ ਇੱਕ ਇਹੋ ਜਿਹਾ, ਵੇਖੋ ਮੈਂ ਬੜੀ ਜਗ੍ਹਾ ਉਹਦੀ ਐਗਜ਼ਾਮਪਲ ਦੇਣਾ ਕਿ ਉਹ ਪ੍ਰੋਗਰਾਮ ਸਿਰਫ ਸਨਮਾਨ ਲਈ ਸੀ, ਕੋਈ ਨਾਟਕ ਨਹੀਂ, ਕੋਈ ਹੋਰ ਪ੍ਰੋਗਰਾਮ ਨਹੀਂ ਸੀ, ਸਿਰਫ ਸਨਮਾਨ ਸੀ, ਜਿਹਨੂੰ ਵੇਖਣ ਲਈ, ਸਨਮਾਨ ਦੇਣ ਲਈ 50,000 ਤੋਂ ਵੱਧ ਲੋਕ ਉੱਥੇ ਇਕੱਠੇ ਹੋਏ ਸੀ। ਤੁਹਾਡਾ ਵਾਹ ਮੁਲਕ ਦੀਆਂ ਵੱਖ-ਵੱਖ ਸੂਬਿਆਂ ਨਾਲ ਵੀ ਪੈਂਦਾ, ਜਿਹੜੇ ਵੀਰ ਹੋਰ ਸੁਣ ਰਹੇ ਨੇ ਉਹਨਾਂ ਦਾ ਵੀ ਪੈਂਦਾ। ਮੇਰਾ ਖਿਆਲ ਅਸੀਂ ਇਹ ਕਹਿ ਸਕਦੇ ਹਾਂ ਕਿ ਮੁਲਕ ਦੇ ਵਿੱਚ ਇਸ ਕਿਸਮ ਦੇ ਜਨਤਕ ਸਨਮਾਨ ਦੀ ਮੇਰਾ ਖਿਆਲ ਵਿਲੱਖਣ ਐਗਜ਼ਾਮਪਲ, ਵਿਲੱਖਣ ਉਦਾਹਰਨ ਹੈ ਆਪਣੇ ਆਪ। ਫਿਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਜੀ ਹੋਰਾਂ ਦਾ ਆਪਾਂ ਏਦਾਂ ਕਰਿਆ ਹਨਾ, ਜਦੋਂ ਉਹਨਾਂ ਦੇ ਵਿਛੋੜੇ ਹੁੰਦੇ ਨੇ ਤਾਂ ਚੰਡੀਗੜ੍ਹ ਤੁਹਾਨੂੰ ਪਤਾ ਨਾ ਵੀ 20-22 ਹਜ਼ਾਰ ਬੰਦਾ ਗੁਰਸ਼ਰਨ ਭਾਜੀ ਦੇ ਵਿਛੋੜੇ ਤੋਂ ਬਾਅਦ ਚੰਡੀਗੜ੍ਹ ਜਾਂਦਾ ਤੇ 2 ਟਰੱਕ ਭਰ ਕੇ ਬਰਨਾਲੇ 'ਚ ਪਕਾ ਕੇ ਜਲੇਬੀਆਂ ਦੇ ਲੈ ਕੇ ਜਾਂਦਾ। ਤੇ ਰੰਗਮੰਚ ਵਾਲਿਆਂ ਦਾ ਜੇ ਦੇਵਤਾ ਇਹ ਪਬਲਿਕ, ਆਵਾਮ ਇਹ ਖੁਸ਼ ਹੋ ਜਾਵੇ ਨਾ, ਇਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ।
ਤੇ ਉਹ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਕਿੱਡਾ ਵੱਡਾ ਹੋਇਆ। ਔਰ ਜਦੋਂ ਔਲਖ ਭਾਜੀ ਦਾ ਸਨਮਾਨ ਹੋ ਰਿਹਾ ਸੀ, ਤੁਸੀਂ ਦੇਖਿਆ ਨਾ ਵੀ 131 ਪਿੰਡ ਲੰਗਰ ਲੈ ਕੇ ਆਏ ਸੀ ਆਏ ਸੀ, ਬਿਲਕੁਲ ਬਿਲकुल। ਗੱਡੀਆਂ ਦੇ ਵਿੱਚ। ਮੈਂ ਇਹੀ ਹੈਲੋ ਗੱਲ ਜੋੜਨੀ ਚਾਹੁੰਦਾ ਜੀ, ਇਹਦੇ ਵਿੱਚ 131 ਤਾਂ ਕਿ ਪਿੰਡ ਲੰਗਰ ਜੀ ਮਾਨਸਾ, ਹਾਂਜੀ ਹਾਂ, ਹਾਂ, ਮਾਨਸਾ ਇਹਦੇ ਦੀ ਵਿੱਚ ਮੈਂ ਧਰਤੀ ਇਹ ਦੇ ਗੱਲ ਉੱਤੇ। ਜੋੜਨੀ ਸੋ ਚਾਹ ਰਿਹਾ ਮੇਰਾ ਸੀਗਾ ਖਿਆਲ ਹੈ ਕਿ ਕਿ ਮੈਂ ਜਦੋਂ ਜੀ ਲੋਕਾਂ ਲਈ ਰੰਗਮੰਚ ਕਰੀਦਾ ਹੈ, ਲੋਕਾਂ ਦਾ ਰੰਗਮੰਚ ਹੁੰਦਾ ਹੈ, ਤੇ ਲੋਕ ਵੀ ਤੁਹਾਨੂੰ ਸਨਮਾਨ ਦੇਣ ਲਈ ਪਿੱਛੇ ਨਹੀਂ ਰਹਿੰਦੇ, ਉਹ ਵੀ ਆਉਂਦੇ ਆ ਫਿਰ। ਬਿਲकुल बिल्कुल ਬਿਲकुल। ਔਰ ਇਹ बिल्कुल हाँ ਸਾਬਤ जी। ਹੋਇਆ ਕੁੱਸੇ ਵਾਲੇ ਪ੍ਰੋਗਰਾਮ 'ਚ, ਚੰਡੀਗੜ੍ਹ ਵਾਲੇ ਪ੍ਰੋਗਰਾਮ 'ਚ, ਮਾਨਸੇ ਦੇ ਵਿੱਚ। ਔਲਖ ਸਾਹਿਬ ਦੇ ਸਨਮਾਨ 'ਚ ਹਾਂ ਜੀ ਜੀ ਬਿਲकुल ਬਿਲकुल। ਔਰ ਇੱਕ ਦੋ ਵੱਟਾਂ ਬੰਨੇ ਅਸੀਂ ਹੋਰ ਭੰਨੇ ਆ। ਉਹ ਵੱਟਾਂ ਬੰਨੇ ਇਹ ਭੰਨੇ ਕਿ ਇਨਕਲਾਬੀ, ਆਪਾਂ ਜਾਰੀ ਰੱਖ ਸਕਦੇ ਹਾਂ ਨਾ ਗੱਲ? ਹਾਂ 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 ਅੱਛਾ, ਬਿਲकुल। ਆਪਾਂ ਇੱਕ ਦੋ ਵੱਟਾਂ ਬੰਨੇ ਅਸੀਂ ਹੋਰ ਭੰਨੇ ਕਿ ਮਤਲਬ ਕਿਸੇ ਕਵੀ ਨੂੰ, ਕਿਸੇ ਲੇਖਕ ਨੂੰ, ਕਿਸੇ ਰੰਗਕਰਮੀ ਨੂੰ, ਕਿਸੇ ਸਾਹਿਤਕਾਰ ਤੇ ਬੁੱਧੀਜੀਵੀ ਨੂੰ ਕਿਸੇ ਵੀ ਹੋਰ ਨੰਬਰ ਦੇ ਸ਼ੀਸ਼ੇ ਦੀ ਐਨਕ ਨਾਲ ਨਹੀਂ ਵੇਖਣਾ ਚਾਹੀਦਾ ਕਿ ਉਹਦੀ ਪੋਲੀਟੀਕਲ ਪਾਰਟੀ ਕਿਹੜੀ ਆ, ਉਹਦਾ ਗਰੁੱਪ ਕਿਹੜਾ। ਹਾਂ ਅਸੀਂ ਉਹਦੀ ਕਿਰਤ ਨੂੰ ਸਲਾਮ ਕੀਤਾ। ਅਸੀਂ ਸੰਤੋਖ ਸਿੰਘ ਧੀਰ ਦੇ ਸਮਾਗਮ ਤੇ ਵੀ ਇਸੇ ਤਰ੍ਹਾਂ ਗਏ। ਪ੍ਰੋਫੈਸਰ ਗੁਰਦਿਆਲ ਸਿੰਘ ਹੋਰੀ ਤੇ ਗੁਰਸ਼ਰਨ ਭਾਜੀ ਹੋਰੀ, ਅਸੀਂ ਉਹ 'ਚ ਫਰਕ ਨਹੀਂ ਕੀਤਾ। ਬਿਲकुल। ਗੁਰਦਿਆਲ ਸਿੰਘ ਜੀ ਦਾ ਵੀ ਉਸੇ ਤਰ੍ਹਾਂ ਦੇ ਨਾਲ ਹੀ ਸਮਾਗਮ ਕੀਤਾ। ਅਸੀਂ ਉਦਾਸੀ ਦਾ ਵੀ ਕਰਦੇ ਹਾਂ, ਲਾਲ ਸਿੰਘ ਦਿਲ ਦਾ ਵੀ ਕਰਦੇ ਹਾਂ, ਤੇ ਪਾਸ਼ ਦਾ ਵੀ ਕਰਦੇ ਹਾਂ, ਸੁਰਿੰਦਰ ਹੇਮ ਜੋਤੀ ਦਾ ਵੀ ਸਮਾਗਮ ਕਰਦੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਸੀ ਨਾ ਕਿ ਆਪਣੇ ਆਪਣੇ ਸ਼ਹੀਦ, ਆਪਣੇ ਆਪਣੇ ਲੇਖਕ, ਆਪਣੇ ਆਪਣੇ ਕਵੀ, ਉਹਨਾਂ ਦੇ ਸਮਾਗਮ। ਅਸੀਂ ਯਾਰ ਕਹਿੰਦੇ ਇਹ ਆ ਵੀ ਲਾਲ ਸਿੰਘ ਦਿਲ ਨੇ ਇਹ ਕਿਹਾ ਸੀ ਕਿ ਪਰਜਾਤ ਦੀ ਇਹ ਕੁੜੀਏ, ਤੇਰੇ ਸਕੇ ਤਾਂ ਸਾਡੇ ਪਰਿਵਾਰਾਂ ਦੇ ਜਾਇਆਂ ਨੂੰ ਤੇ ਇੱਕ ਸੁਨਸਾਨ ਘਾਟ ਦੇ ਵਿੱਚ ਫੂਕਦੇ ਵੀ ਸਾਂਝੀ ਥਾਂ ਤੇ ਨਹੀਂ। ਤੇ ਜਿਨ੍ਹਾਂ ਨੇ ਯੁੱਗ ਬਦਲਣੇ ਨੇ ਨਾ, ਉਹਨਾਂ ਦੇ ਵਿੱਚ ਵੀ ਇਹ ਬਿਮਾਰੀ ਤੁਰੀ ਫਿਰਦੀ ਆ ਵੀ ਆਪਣੇ ਆਪਣੇ ਸ਼ਹੀਦ, ਆਪਣੇ ਆਪਣੇ ਲੇਖਕ, ਆਪਣੇ ਆਪਣੇ ਰੰਗਕਰਮੀ, ਦੂਜੇ ਦੂਜਿਆਂ ਦੇ, ਸਾਡੇ ਵਾਲੇ ਸਾਡੇ। ਬਿਲਕੁਲ। ਅੱਛਾ ਭਾਈ, ਮੈਂ ਨਾ ਹੁਣ ਮੁਲਕ ਜੀ, ਇਸ ਤੋਂ ਅਗਲਾ ਤੁਹਾਡਾ ਇੱਕ ਹੋਰ ਪੜਾਅ ਆ। ਤੁਸੀਂ ਥੱਕ ਤੇ ਨਹੀਂ ਗਏ? ਤੁਸੀਂ ਬਹੁਤ ਗੱਲਾਂ ਜੀ ਤੁਹਾਡੇ ਨਾਲ ਗੱਲਾਂ ਕਰਦੇ ਤੇ ਰੰਗਮੰਚ ਦੀਆਂ ਗੱਲਾਂ ਕਰਦੇ ਥੱਕਣਾ ਕਾਹਦੇ ਲਈ। ਜੀ ਜੀ। ਤੇ ਇਹ ਹੁਣ ਮੈਂ ਗਦਰੀ ਬਾਬਿਆਂ ਦੇ ਮੇਲੇ ਵੱਲ ਆਉਣਾ ਚਾਹਾਂਗਾ ਕਿ ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ, ਕਿਉਂਕਿ ਰੰਗਮੰਚ ਦੀ ਰਾਤ ਜਿਹੜੀ ਹੁੰਦੀ ਹੈ, ਬੜੀ ਭਰਵੀਂ ਰਾਤ, ਵਿਲੱਖਣ ਕਿਸਮ ਦਾ, ਇਹ ਵੀ ਦੁਨੀਆ ਵਿੱਚ ਆਪਣੇ ਆਪ 'ਚ ਹੀ ਹੈ ਕਿ ਸਾਰੀ ਰਾਤ ਨਾਟਕਾਂ ਦਾ ਮੇਲਾ ਹੋਣਾ। ਹੋਰ ਕਿੱਥੇ ਹੁੰਦੇ ਨੇ ਇਹੋ ਜਿਹੇ ਮੇਲੇ, ਹੈਨਾ? ਮੈਂ ਚਾਹਾਂਗਾ ਉਹ ਮੇਲੇ ਦੇ ਕਨਸੈਪਟ ਨੂੰ ਵੀ ਤੇ ਉਹਦੇ ਬਾਰੇ ਵੀ ਕੁਝ, ਰੰਗਮੰਚ ਦੀ ਉਹਦੇ ਵਿੱਚ ਕੀ ਭੂਮਿਕਾ ਹੈ ਨਾ, ਤੇ ਉਹ ਵੀ ਜ਼ਰਾ ਥੋੜੀ ਸਾਡੇ ਨਾਲ ਸਾਂਝੀ ਕਰੋ। ਜੀ ਜੀ ਹਾਂ, ਗਦਰੀ ਬਾਬਿਆਂ ਦਾ ਮੇਲਾ 1992 ਤੋਂ ਸ਼ੁਰੂ ਹੋਇਆ ਹੈ, ਪਰ 1992 ਤੋਂ ਲੈ ਕੇ ਅੱਜ ਤੱਕ ਨਿਰੰਤਰ ਜਾਰੀ ਹੈ। 21 ਦੇ ਸਾਲ 'ਚ ਵੇਖਦੇ ਹਾਂ, ਅਗਲੇ ਦਿਨਾਂ 'ਚ ਮੀਟਿੰਗ ਕਰ ਰਹੇ ਹਾਂ, ਕਿਸ ਕਿਸਮ ਦਾ ਕਰਦੇ ਹਾਂ, ਕਿਹੋ ਜਿਹੀ ਸ਼ਕਲ ਲੈਂਦਾ ਹੈ, ਜੋ ਹਾਲਾਤ ਬਣੇ ਹੋਏ ਨੇ। ਨਿਰੰਤਰ ਚੱਲਿਆ। ਉਹਨਾਂ ਨੇ ਗਦਰੀ ਬਾਬੇ ਦੇ ਮੇਲੇ ਨੇ 1992, 93, 94 ਦੇ ਵਿੱਚ ਵੀ ਇੱਕ ਆਪਣੀ ਧਾਂਕ ਜਮਾ ਲਈ ਸੀ। ਪਰ ਜਦੋਂ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ 95 ਆਇਆ, 95 ਸਾਈਮਲਟੇਨੀਅਸਲੀ ਦੋ ਗੱਲਾਂ ਲੈ ਕੇ ਆਇਆ, ਜਿਹਨੇ ਇੱਕ ਬਹੁਤ ਵੱਡੀ ਲੀਪ, ਵੱਡੀ ਪਲਾਂਘ ਮਾਰੀ। ਔਰ ਦੇਸ਼ ਭਗਤ ਹਾਲ ਦੇ ਵਿੱਚ ਔਰ ਮਤਲਬ ਪਹਿਲੀ ਵਾਰੀ ਇੱਕ ਨਾਟਕ ਵਰਕਸ਼ਾਪ ਉਹ ਮਤਲਬ ਤੁਹਾਡੇ ਵੱਲੋਂ, ਕੇਵਲ ਧਾਲੀਵਾਲ ਜੀ, ਤੁਹਾਡੇ ਵੱਲੋਂ ਆਰਗੇਨਾਈਜ਼ ਕੀਤੀ ਗਈ ਮੁੱਖ ਤੌਰ ਦੇ ਉੱਤੇ। ਦੇਸ਼ ਭਗਤ ਯਾਦ ਕਮੇਟੀ ਨੇ ਆਪਣਾ ਪ੍ਰਬੰਧ ਕੀਤਾ, ਰੋਟੀ ਪਾਣੀ ਦਾ, ਕਮਰਿਆਂ ਦਾ, ਸਿਸਟਮ ਦਾ, ਇਨਫਰਾਸਟ੍ਰਕਚਰ ਦਿੱਤਾ, ਬਾਕੀ ਸਾਰਾ ਕੰਮ ਤੁਹਾਡਾ ਸੀ। ਉਹਦੇ ਵਿੱਚ ਬਹੁਤ ਸਾਰੇ ਕਲਾਕਾਰ ਆਏ, ਉੱਥੇ ਕੰਮ ਹੋਇਆ। ਔਰ ਉਹਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਕ੍ਰਿਪਟ ਲਿਖਣੀ, ਔਰ ਉਹਨਾਂ ਦੇ ਵਿੱਚ ਡਾਇਰੈਕਸ਼ਨ ਹੋਣੀ, ਉਹਨਾਂ ਦੇ ਵਿੱਚ ਸਾਰੇ ਪ੍ਰਾਪਰਟੀ ਦੇ, ਉਹਦੇ ਵਿੱਚ ਮਿਊਜ਼ਿਕ ਦਾ ਕੰਮ ਹੋਣਾ। ਰਵੀ ਨੰਦਨ ਸੀ ਉਹਨਾਂ ਦਿਨਾਂ 'ਚ ਨਾਲ ਤੁਹਾਡੇ, ਰਵੀ ਨੰਦਨ ਹੀ ਸੀ ਨਾ? ਰਵੀ ਨੰਦਨ ਸੀ। ਹਾਂ, ਰਵੀ ਡਾਕਟਰ ਨੰਦਨ ਸ਼ਹਿਰਯਾਰ ਨੇ ਗੀਤ ਲਿਖੇ ਸੀ। ਹਾਂ, ਔਰ ਸਾਰੇ ਪੰਜਾਬ ਦੀਆਂ ਟੀਮਾਂ 'ਚੋਂ ਸਾਹਿਬ ਸਿੰਘ ਵੀ ਸਾਨੂੰ ਸੁਣਦਾ ਪਿਆ, ਵੀ ਉੱਥੇ ਸੀ, ਜਗਦੀਸ਼ ਵੀ, ਅਨੀਤਾ, ਸਭ। ਹਾਂ, ਗੁਲਾਬ ਕੌਰ ਦਾ ਅਨੀਤਾ ਬੇਟੀ ਨੇ ਰੋਲ ਕੀਤਾ ਸੀ। ਸੋ ਇਤਿਹਾਸ ਦੇ ਸਫ਼ੇ ਤੇ ਪਲੇ ਕਾਹਦਾ ਹੋਇਆ, ਉਹਨੇ ਗਦਰੀ ਬਾਬਿਆਂ ਦੇ ਮੇਲੇ ਦੀ ਵੀ ਛਲਾਂਗ ਮਰਵਾਈ। ਰੰਗਮੰਚ ਨੂੰ ਵੀ ਇੱਕ ਦੱਸਿਆ ਕਿ ਰੰਗਮੰਚ ਇਤਿਹਾਸ ਨਾਲ ਜੁੜ ਕੇ, ਰੰਗਮੰਚ ਦੀ ਊਰਜਾ, ਉਹਦੀ ਤਾਕਤ ਤੇ ਉਹਦਾ ਕੱਦ ਕਿੰਨਾ ਉੱਚਾ ਬਣ ਜਾਂਦਾ। ਔਰ ਕਮਾਲ ਦੀ ਗੱਲ ਹੈ ਵੀ ਉਹਦੇ ਵਿੱਚ ਕੋਈ ਸਟੇਟਮੈਂਟਾਂ ਨਹੀਂ ਸੀ ਇਤਿਹਾਸ ਦੇ ਸਫ਼ੇ 'ਚ, ਵੀ ਇਤਿਹਾਸ ਕਿ ਗਦਰ ਪਾਰਟੀ ਦੇ ਇਤਿਹਾਸ ਦੀਆਂ ਸਟੇਟਮੈਂਟਾਂ ਲੈ ਲਈਆਂ। ਕਿਆ ਕਮਾਲ ਦੀ ਗੱਲ, ਕਰੈਕਟਰ ਬਿਲਡਿੰਗ ਕਰਕੇ ਉਹਦੇ ਵਿੱਚ ਦੀ ਹਿਸਟਰੀ ਖੁਦ ਸੈਲਫ ਸਪੀਕਿੰਗ ਸੀ, ਆਪਣੇ ਆਪ ਹੀ ਬੋਲ ਰਹੀ ਸੀ। ਜਿਹੜੀ ਉਹ ਪਤਾ ਹੀ ਲੱਗਿਆ ਵੀ ਇਤਿਹਾਸ, ਸਾਹਿਤ, ਸੰਗੀਤ, ਰੰਗਮੰਚ, ਇਹ ਸਾਰੀਆਂ ਵਿਧਾਵਾਂ ਇੰਨੀਆਂ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਮਿਲੀਆਂ, ਤੇ ਮਤਲਬ ਅੱਜ ਤੱਕ ਵੀ ਉਹ ਜਿਹੜੇ ਸੁੱਤੇ ਪਾਣੀਆਂ 'ਚ ਆ ਗਿਆ ਭੁਚਾਲ, ਉਹ ਜਾਨੀ ਅੱਜ ਤੱਕ ਵੀ ਲੋਕਾਂ ਦੀਆਂ ਯਾਦ ਹੈ। ਔਰ ਉਹਦੀ ਵਜ੍ਹਾ ਵੀ ਸਾਡੇ ਦੇਸ਼ ਭਗਤ ਹਾਲ ਦੇ, ਜਿੱਥੇ ਹੁਣ ਆਪਾਂ ਨਾਟਕ ਕਰਦੇ ਹਾਂ, ਇੱਥੇ ਤਾਂ ਜੰਗਲ ਸੀ, ਇੱਥੇ ਦਰਖਤ ਸੀਗੇ ਬਹੁਤ ਜ਼ਿਆਦਾ। ਔਰ ਇੱਥੇ ਇੱਕ ਟੁੱਟੀ ਜਿਹੀ ਜਿਹੜੀ ਪਹਿਲੀ ਪੁਰਾਣੀ ਹਵੇਲੀ ਹੁੰਦੀ ਸੀ, ਇਹਦੇ ਵਿੱਚ
ਜਿਹੜੀ ਬਦਰੀਨਾਥ ਨਾਂ ਦੇ ਬੰਦੇ ਦੀ, ਜਿਹਦੀ ਇਹ ਸਾਰੀ ਕਲੋਨੀ ਹੈ। ਇਹ ਬਦਰੀਨਾਥ ਬਹੁਤ ਵੱਡਾ ਇੱਥੋਂ ਦਾ ਪੂੰਜੀਪਤੀ ਹੋਇਆ, ਉਹਦਾ ਬਦਰੀਨਾਥ ਕਲੋਨੀ ਆ ਦੇਸ਼ ਭਗਤ ਹਾਲ ਦੀ ਬੈਕ ਸਾਈਡ ਤੇ ਸਾਰੀ। ਇਹ ਸਾਰੀ ਜ਼ਮੀਨ ਵੀ ਉਹਦੀ ਹੈ, ਜਿਹੜੀ ਗਦਰੀ ਬਾਬਿਆਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਪੈਸਾ ਆਪਦਾ ਲਾ ਕੇ ਪੈਸਾ ਇਕੱਠਾ ਕਰਕੇ 5.25 ਏਕੜ ਦੇ ਕਰੀਬ ਥਾਂ ਜਿਹੜੀ ਲਈ। ਤੇ ਇਹ ਸਾਰਾ ਜੰਗਲ ਸੀ ਇਸ ਜਗ੍ਹਾ ਦੇ ਉੱਤੇ। ਤੇ ਇਤਿਹਾਸ ਦੇ ਸਫ਼ੇ ਤੇ ਪਲੇ ਹੋਣ ਨੇ ਇਸ ਗੱਲ ਨੂੰ ਸਾਹਮਣੇ ਲਿਆਂਦਾ ਕਿ ਹੁਣ ਗਦਰੀ ਬਾਬਿਆਂ ਦੇ ਮੇਲੇ ਦੀ ਨਾਟਕਾਂ ਵਾਲੀ ਰਾਤ ਗਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਨਹੀਂ ਹੋ ਸਕਦੀ। ਪਹਿਲੀ ਵਾਰੀ ਫਿਰ ਜੰਗਲ ਅਸੀਂ ਵੱਢਿਆ ਤੇ ਉਹ ਹਵੇਲੀ ਢਾਈ ਗਈ ਤੇ ਵੱਡੀ ਸਟੇਜ ਜਿਹੜੀ ਆ ਉਹ ਬਣਾਈ ਗਈ 95 ਦੇ। ਇਹ ਤਾਕਤ ਹੈ ਰੰਗਮੰਚ ਦੀ। ਔਰ ਜੇ ਕੋਈ ਕਹੇ ਕਿ ਪੰਜਾਬੀਆਂ ਨੂੰ ਰੰਗਮੰਚ ਨਹੀਂ ਵੇਖਣਾ ਆਉਂਦਾ, ਉਹਦੀ ਨਿਰਖ ਪਰਖ ਨਹੀਂ ਕਰਨੀ ਆਉਂਦੀ, ਤਾਂ ਇਹ ਆਪਣੇ ਆਪ ਦੇ ਵਿੱਚ ਪ੍ਰਮਾਣ ਆ ਕਿ ਇਤਿਹਾਸ ਦੇ ਸਫ਼ੇ ਨੇ ਰਚਿਆ ਇੱਕ ਨਵਾਂ ਇਤਿਹਾਸ। ਤੇ ਉਸ ਤੋਂ ਬਾਅਦ ਤਾਂ ਫਿਰ ਕਿਆ ਕਮਾਲ ਹੈ ਕਿ ਜਦੋਂ ਮੇਦਨੀ ਨਾਟਕ ਆਉਂਦਾ ਤੇ ਇੰਡੀਅਨ ਐਕਸਪ੍ਰੈਸ ਵੱਡੀ ਸਟੋਰੀ ਦੀ ਲੀਡ ਲੈਂਦਾ ਫਰੰਟ ਲਾਈਨ ਦੇ ਫਰੰਟ ਪੇਜ ਦੇ ਉੱਤੇ, ਔਰ ਸਾਰੀ ਰਾਤ ਪੱਤਰਕਾਰ ਬੈਠਦੇ ਆ, ਸਾਰੀ ਰਾਤ ਪੱਤਰਕਾਰ ਸਮੀਖਿਆਕਾਰ ਬੈਠੇ ਆ। ਤੇ ਜਦੋਂ ਧਰਮਗੁਰੂ ਆਉਂਦਾ, ਜਦੋਂ ਮੇਦਨੀ ਆਉਂਦਾ, ਧਰਮਗੁਰੂ ਆਉਂਦਾ, ਇਸ ਤਰ੍ਹਾਂ ਲਾਲ ਬੱਤੀ ਵਰਗੇ ਪਲੇ ਆਉਂਦੇ ਨੇ, ਉਹਨਾਂ ਪਲੇਆਂ ਨੇ। ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਭਗਤ ਸਿੰਘ ਪਾਲੀ ਭੁਪਿੰਦਰ ਜੀ ਉਹਨਾਂ ਦਾ ਆਇਆ 2-2:30 ਵਜੇ ਰਾਤ ਨੂੰ, ਪੂਰਾ ਪੰਡਾਲ ਉੱਠਿਆ। ਸੋ ਮੇਰਾ ਖਿਆਲ ਇੱਕ ਵੀ ਦੌਰ ਨਹੀਂ ਹੈ ਜਿਹਦੇ ਵਿੱਚ ਮਤਲਬ ਤੁਹਾਡੇ ਵਾਲੇ ਪਲੇ ਨੇ, ਅਨੀਤਾ ਸਵਦੀਸ਼ ਉਹਨਾਂ ਦੇ ਨੇ, ਡਾਕਟਰ ਸਾਹਿਬ ਸਿੰਘ ਦੇ ਨੇ, ਕੀਰਤੀ ਕਿਰਪਾਲ ਹੋਰਾਂ ਦੇ ਪਲੇ ਨੇ, ਪ੍ਰੋਫੈਸਰ ਔਲਖ ਦੇ ਨੇ, ਗੁਰਸ਼ਰਨ ਭਾਜੀ ਹੋਰਾਂ ਦੇ ਨੇ। ਮਤਲਬ ਇੱਕ ਇਤਿਹਾਸ ਹੈ ਇੰਨਾ ਲੰਮਾ ਸਮਾਂ 27-28 ਸਾਲ ਦਾ। ਉਹਨੇ ਲੋਕਾਂ ਦੇ ਮਨ ਮਸਤਕ ਦੀ ਡਾਇਰੀਆਂ ਦੇ ਉੱਤੇ ਲਿਖਿਆ ਹੋਇਆ। 31 ਤਰੀਕ ਦੀ ਪੂਰੀ ਰਾਤ, ਸਾਰੀ ਰਾਤ ਕਾਫਲਿਆਂ ਦੇ ਕਾਫਲੇ ਆਉਂਦੇ ਨੇ ਔਰ ਵੱਡੀ ਗਿਣਤੀ 'ਚ ਮਾਲਵਾ ਆ ਕੇ ਵੱਡੀ ਗਿਣਤੀ 'ਚ ਆ ਕੇ ਡਿੱਗਦਾ, ਰਾਤ ਨੂੰ ਪਹੁੰਚਦੇ ਆ। ਸੋ ਇਸ ਦਿਨ ਯਾਦ ਆ ਕਿ ਤੁਸੀਂ ਮੈਨੂੰ ਇਹ ਕਿਹਾ ਕਿ ਅਮੋਲਕ ਮੈਂ ਕੋਈ ਹੋਰ ਗੱਲ ਨਹੀਂ ਸੁਣਨੀ, ਆ ਪ੍ਰਬੰਧ ਤੂੰ ਬਥੇਰੇ ਕਰ ਲੈ, ਇਕੱਲੇ ਪ੍ਰਬੰਧ ਨਾ ਕਰਿਆ ਕਰ ਤੇ ਕਾਗਜ਼ ਪੈਨ ਚੱਕ ਲੈ ਮੇਰਾ ਵੀਰ, ਕੋਈ ਖਲ ਖੁੰਝਾ ਲੈ ਲਾ, ਉਦੋਂ ਉੱਠੀ ਜਦੋਂ ਗੀਤ ਲਿਖੇਗਾ। ਆਪਾਂ ਕੁਝ ਇੱਕ ਨਵਾਂ, ਤੁਸੀਂ ਜੇ ਤੁਹਾਡੀ ਭਾਸ਼ਾ 'ਚ ਕਹਾਂ ਆਪਾਂ ਫਿਰ ਸੱਪ ਕੱਢਣਾ ਕੋਈ ਨਵਾਂ ਤੇ ਵੀ ਮਤਲਬ ਉਹ ਸੱਪ ਕੱਢਣਾ ਕੋਈ, ਤੇ ਤੂੰ ਬੈਠ ਕੇ ਖੁੰਝੇ ਚਲੇ ਜਾ। ਮੈਨੂੰ ਯਾਦ ਆ ਸਾਡੇ ਇੱਥੇ ਮਿਊਜ਼ੀਅਮ ਆ ਜਿਹੜਾ, ਉਹਦੇ ਉੱਪਰ ਮੈਂ ਚਲਿਆ ਗਿਆ ਤੇ ਕਾਰਨਰ ਤੇ ਬੈਠਾ ਮੈਂ ਲਿਖ ਕੇ ਲੈ ਕੇ ਆਇਆ ਸੀ ਗੀਤ, ਜਿਹੜਾ ਜਾਗੋ ਜਾਗੋ ਗੂੜੀ ਨੀਂਦੇ ਸੌਣ ਵਾਲਿਓ। ਹਾਂਜੀ ਬਿਲਕੁਲ, ਮਸ਼ੱਕਤਾਂ ਕਮਾਉਣ ਵਾਲਿਓ। ਬਿਲਕੁਲ ਉਦੋਂ ਹੀ ਫਿਰ ਅਸੀਂ ਜਿਹੜਾ ਕਿ ਉਸ ਗੀਤ ਨੂੰ ਝੰਡੇ ਦਾ ਗੀਤ ਬਣਾ ਕੇ ਪਹਿਲੀ ਵਾਰੀ ਐਕਸ਼ਨ ਦੇ ਨਾਲ ਬਾਹਰ ਗਾਇਆ ਸੀ ਤੇ ਉਹ ਮਾਰਚਿੰਗ ਪੂਰਾ ਇੱਕ ਸੌਂਗ ਬਣ ਗਿਆ ਸੀ। ਹਾਂਜੀ ਉਹ ਹੈਗਾ ਜੀ, ਉਹਦੀ ਰਿਕਾਰਡਿੰਗ ਹੈਗੀ ਹੈ ਜੀ। ਉਹਦੀ ਰਿਕਾਰਡਿੰਗ ਹੈ। ਵਾਹ। ਤੇ ਅਮੋਲਕ ਭਾਜੀ ਇਸ ਤੋਂ ਬਾਅਦ ਇਹਦੇ ਨਾਲ ਹੀ ਜਿਹੜਾ ਸੀ ਕਿ ਗਦਰੀ ਬਾਬਿਆਂ ਦੇ ਮੇਲੇ ਨੇ ਇੱਕ ਹੋਰ ਕਲਚਰ ਵੱਡਾ ਕ੍ਰੀਏਟ ਕੀਤਾ, ਜਿਹੜਾ ਕਿਤਾਬਾਂ ਦਾ ਉੱਥੇ ਸੀ ਹੈਨਾ, ਉਹਦੀ ਪ੍ਰਦਰਸ਼ਨੀ ਤੇ ਲੱਖਾਂ ਰੁਪਈਆਂ ਦੀਆਂ ਕਿਤਾਬਾਂ 3-4 ਦਿਨ 'ਚ ਵਿਕਦੀਆਂ। 12, 14, 15 ਲੱਖ ਤੱਕ ਵੀ ਗਈਆਂ ਨੇ ਕਿਤਾਬਾਂ, ਜਿਹੜੀਆਂ ਇੱਥੇ ਕਿਤਾਬਾਂ ਵਿਕਦੀਆਂ ਨੇ। ਤੇ ਪੁਸਤਕ ਜਾਨੀ ਮੇਲੇ 'ਚ ਇੱਕ ਨਵਾਂ ਮੇਲਾ ਲੱਗਣ ਲੱਗਿਆ। ਬਿਲਕੁਲ ਕਮਾਲ ਦਾ। ਦੂਜੀ ਗੱਲ ਇਹ ਆ ਵੀ ਅੱਜ ਤੱਕ 28 ਮੇਲਿਆਂ ਦੇ ਵਿੱਚ ਨਾ ਕੋਈ ਕਿਸੇ ਦਾ, ਜੇ ਬਟੂਆ ਗੁਆਚਿਆ ਬਾਅਦ 'ਚ ਪਹਿਲਾਂ ਸਟੇਜ ਤੇ ਆ ਜਾਂਦਾ, ਜੇ ਮੁੰਦਰੀ ਕਿਸੇ ਦੀ ਡਿੱਗੀ ਹੋਊਗੀ ਉਹ ਡਿੱਗਦੀ ਦਾ ਉਹਨੂੰ ਪਤਾ ਨਹੀਂ ਲੱਗਿਆ, ਡਿੱਗਣ ਵਾਲੇ ਨੂੰ ਪਤਾ ਨਹੀਂ, ਸਟੇਜ ਤੋਂ ਅਨਾਉਂਸਮੈਂਟ ਪਹਿਲਾਂ ਹੋ ਜਾਂਦੀ ਸੀ ਕਿਆ ਲੈ ਕੇ ਜਾਓ। ਨਾ ਕਿਸੇ ਦਾ ਕੋਈ ਬੱਚਾ ਗੁਆਚੇ, ਨਾ ਕੋਈ ਲੜਾਈ ਝਗੜਾ, ਨਾ ਕੋਈ ਸ਼ਰਾਰਤ ਕਿਸੇ ਕਿਸਮ ਦੀ, ਔਰ ਵੈਲ ਡਿਸਿਪਲਿਨਡ, ਔਰ ਜਿਹਦੇ ਵਿੱਚ ਮੁੱਖ ਮਹਿਮਾਨ ਲੋਕ ਹੀ ਹੁੰਦੇ ਨੇ, ਨਾ ਸਰਕਾਰ, ਨਾ ਕੋਈ ਸਿਆਸੀ ਪਾਰਟੀ, ਨਾ ਕੋਈ ਪ੍ਰਸ਼ਾਸਨ, ਆਪ ਹੀ ਵਲੰਟੀਅਰ, ਆਪ ਹੀ ਪ੍ਰਬੰਧ, ਲੰਗਰ ਦਾ ਪ੍ਰਬੰਧ ਵੀ ਲੋਕਾਂ ਦੇ ਵੱਲੋਂ ਆਉਂਦਾ ਸਾਰਾ। ਔਰ ਗਦਰੀ ਬਾਬਿਆਂ ਦਾ ਮੇਲੇ ਨੇ ਇੱਕ ਤਰ੍ਹਾਂ ਦੇ ਨਾਲ ਔਰ ਦੇਸ਼ ਵਿਦੇਸ਼ ਤੱਕ ਇੱਕ ਗੱਲ ਪਹੁੰਚਾਈ। ਬਾਹਰਲੇ ਮੁਲਕਾਂ ਤੋਂ ਸਾਡੇ ਬਹੁਤ ਸਾਰੇ ਸਾਥੀ ਇਹ ਕਹਿਣ ਲੱਗੇ ਪਹਿਲਾਂ ਕਾਹਦੇ ਲਈ ਜਾਣਾ, ਉਦੋਂ ਹੀ ਜਾਵਾਂਗੇ ਜਦੋਂ ਜਿਹਨਾਂ ਦਿਨਾਂ 'ਚ ਗਦਰੀ ਬਾਬਿਆਂ ਦਾ ਮੇਲਾ ਹੁੰਦਾ, ਅਮਰੀਕਾ ਕੈਨੇਡਾ ਤੋਂ ਲੈ ਕੇ। ਔਰ ਜਿਸ ਮੌਕੇ ਤੇ ਤੁਸੀਂ ਜ਼ਿਕਰ ਕੀਤਾ, ਜਦੋਂ ਵੀ ਮੈਂ ਬਾਹਰ ਵੀ ਗਿਆ, ਕੈਨੇਡਾ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ, ਉਹਨਾਂ ਥਾਵਾਂ ਦੇ ਉੱਤੇ ਵੀ ਪਲਸ ਮੰਚ ਦੀ ਜਾਂ ਗਦਰੀ ਬਾਬਿਆਂ ਦੇ ਮੇਲੇ ਦੀ, ਦੇਸ਼ ਭਗਤ ਜਾਗਰ ਕਮੇਟੀ ਦੀ ਜਦੋਂ ਸੁਨੇਹਾ ਤੇ ਮੈਸੇਜ ਲੈ ਕੇ ਗਏ ਆ, ਉਹਨਾਂ ਵਾਸਤੇ ਇੱਕ ਮਾਣਮੱਤੀਆਂ ਇਹ ਇਤਿਹਾਸ ਦੀਆਂ ਜਿਹੜੀਆਂ ਨੇ ਇੱਕ ਜਗਦੀਆਂ ਮੋਮਬੱਤੀਆਂ। ਅਮੋਲਕ ਭਾਜੀ ਆਪਾਂ ਹੁਣ ਕਿਉਂਕਿ ਸਿਰਫ 5-7 ਮਿੰਟ ਹੋਰ ਗੱਲ ਕਰਨੀ, ਕਿਉਂਕਿ ਸਾਡੇ ਨਾਲ ਫਿਰ ਇੱਥੇ ਸ਼ਹਿਰ 'ਚ ਕਰਫਿਊ ਲੱਗ ਜਾਂਦਾ ਤੇ ਬੰਦ ਕਰਨਾ ਪੈਂਦਾ ਮੈਨੂੰ। ਕਰਫਿਊ ਨਾਟਕ ਵੀ ਹੈ ਜੀ, ਇਹੀ ਹੈ ਬਿਲਕੁਲ। ਇੱਕ ਮੈਂ ਅਮੋਲਕ ਭਾਜੀ ਤੁਸੀਂ ਸਾਰਾ ਆਪਣਾ ਇਤਿਹਾਸ ਵੀ ਜਿਹੜਾ ਗੀਤਾਂ ਦੇ, ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਕਵਿਤਾਵਾਂ ਦੀਆਂ, ਤੁਸੀਂ ਹੁਣੇ ਜਿਹੜੀ ਕਰੋਨਾ ਪੀਰੀਅਡ ਦੀ ਕਵਿਤਾ ਹੈ ਉਹਨੂੰ ਵੀ ਤੁਸੀਂ ਕਿਤਾਬ ਦੇ ਵਿੱਚ, ਹਾਂਜੀ ਇਹ ਕਿੱਥੇ ਹੈ ਰਾਤ ਦਾ ਚੰਨ, ਕਿੱਥੇ ਹੈ ਰਾਤ ਦਾ ਚੰਨ, ਬੜੀ ਖੂਬਸੂਰਤ ਕਿਤਾਬ ਹੈ, ਇਹ ਵੀ ਤੁਸੀਂ ਨਾਲ ਦੀ ਨਾਲ ਸਾਂਭ ਲਿਆ। ਇਹ ਸਾਰਾ ਕੁਝ ਬਹੁਤ ਵਧੀਆ। ਇੱਕ ਮੇਰੇ ਸਵਾਲ ਜਿਹੜਾ ਨਾ, ਮੈਂ ਪਹਿਲਾਂ ਹੰਸਾ ਸਿੰਘ ਤਰਲੋਚਨ ਹੋਰਾਂ ਨੂੰ ਵੀ ਕਰਦਾ ਰਿਹਾ, ਇਹਦੇ ਵਿੱਚ ਉਹਨਾਂ ਨੇ ਵੀ ਗੱਲਬਾਤ ਕੀਤੀ। ਉਹ ਸਵਾਲ ਮੇਰੇ ਮਨ ਦਾ ਇਹ ਹੈ ਕਿ
ਜਿਹੜਾ ਮੈਂ ਵਾਪਸ ਪਲਸ ਮੰਚ ਤੇ ਸਿਰਫ ਛੋਟਾ ਜਿਹਾ ਸਵਾਲ ਹੈ, ਛੋਟਾ ਜਿਹਾ ਤੁਸੀਂ ਜਵਾਬ ਦਿਓ ਕਿ ਪਲਸ ਮੰਚ ਦਾ ਮੈਨੂੰ ਲੱਗਦਾ ਹੈ ਕਿ ਕਿਸੇ ਵੇਲੇ ਜਿਹੜੀ ਤੁਸੀਂ ਸ਼ੁਰੂ ਚ ਆਪ ਹੀ ਗੱਲ ਕੀਤੀ ਕਿ ਬੜਾ ਵੱਡਾ ਵਿਸ਼ਾਲ ਕੈਨਵਸ ਸੀ ਪਲਸ ਮੰਚ ਦਾ, ਕਿ ਬਹੁਤ ਵੱਡੇ ਰਾਈਟਰ, ਵੱਡੇ ਆਰਟਿਸਟ ਪਲਸ ਮੰਚ ਨਾਲ ਜੁੜੇ ਸੀ। ਪਰ ਹੁਣ ਮੈਂ ਜਿਹੜਾ ਕਿ ਮੈਨੂੰ ਵੀ ਨਜ਼ਰ ਆਉਂਦਾ ਹੈ ਕਿ ਬੜੀ ਛੋਟੀ ਟੀਮ ਹੈ, ਜਾਣ ਵਾਲੇ 3-4 ਨਾਮ ਹੁੰਦੇ ਆ, ਅਮੋਲਕ ਸਿੰਘ ਖੰਨਾ ਤੇ ਕਸਤੂਰੀ ਲਾਲ, ਹੰਸਾ ਸਿੰਘ, ਭੈਣ ਸੁਮਨ ਤੇ ਇੱਕ ਅੱਧਾ ਕੋਈ ਹੋਰ ਆ ਜਾਂਦਾ ਹੈ ਨਾ। ਮੈਨੂੰ ਲੱਗਦਾ ਕਿ ਤੁਸੀਂ ਕਦੀ ਇਹ ਮਹਿਸੂਸ ਨਹੀਂ ਕਰਦੇ ਕਿ ਪਲਸ ਮੰਚ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਣਾ ਚਾਹੀਦਾ? ਬਿਲਕੁਲ, ਬਹੁਤ ਬਹੁਤ ਹੀ ਸਾਰਥਕ ਸਵਾਲ ਹੈ ਔਰ ਸਮੇਂ ਦਾ ਸਵਾਲ ਹੈ। 2 ਦਿਨ ਪਹਿਲੇ ਪਲਸ ਮੰਚ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਏਜੰਡਾ ਹੀ ਵਿਚਾਰਿਆ ਗਿਆ ਇਹ ਜੀ ਕਿ ਮਤਲਬ ਇਸ ਮੌਕੇ ਪ੍ਰਾਇਮਰੀ ਟਾਸਕ, ਇੰਪੋਰਟੈਂਟ ਟਾਸਕ ਇਹ ਹੈ ਕਿ ਇਹਦੀਆਂ ਯੂਨਿਟ ਖੜੇ ਕੀਤੇ ਜਾਣ, ਇਕਾਈਆਂ ਖੜੀਆਂ ਕੀਤੀਆਂ ਜਾਣ ਔਰ ਇਹਦੇ ਦਰਵਾਜ਼ੇ ਬਹੁਤ ਜ਼ੋਰ ਨਾਲ ਖੋਲੇ ਜਾਣ, ਵੱਧ ਤੋਂ ਵੱਧ ਲੋਕਾਂ ਨੂੰ ਮਤਲਬ ਕਿ ਲਿਆਂਦਾ ਜਾਵੇ ਤੇ ਉਹਨਾਂ ਨੂੰ ਮਿਲ ਕੇ ਗੱਲ ਕੀਤੀ ਜਾਵੇ ਕਿ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਨੇ, ਉਹਨਾਂ ਦੇ ਤੇ ਕਿਸ ਕਿਸਮ ਦੇ ਕੰਮ ਨੇ, ਜਾਂ ਉਹਨਾਂ ਦੇ ਕੋਈ ਸਵਾਲ ਨੇ, ਕੋਈ ਸਾਡੇ ਫਰਕ ਨੇ। ਇਹਨੂੰ ਅਸੀਂ ਅਗਲੇ ਦਿਨਾਂ ਦੇ ਵਿੱਚ ਇੱਕ ਪੂਰਾ ਟਿਪ ਦੇ ਉੱਤੇ ਲੈ ਕੇ ਕਰ ਰਹੇ ਹਾਂ ਔਰ ਬਹੁਤ ਇੰਪੋਰਟੈਂਟ ਸਵਾਲ ਆ ਇਹ। ਇਸ ਕਰਕੇ ਵੀ ਹੁਣ ਜ਼ਿਆਦਾ ਜ਼ਰੂਰੀ ਆ ਕਿ ਉਦੋਂ ਆਪਣੇ ਆਪ 'ਚ ਕੰਪਲੀਟ ਸੰਸਥਾ ਗੁਰਸ਼ਰਨ ਭਾਜੀ ਸੀ। ਬਿਲਕੁਲ ਬਿਲਕੁਲ, ਉਹਨਾਂ ਦੇ ਹੁੰਦਿਆਂ ਦੇ ਉੱਤੇ ਜੇ ਇਹ ਪਹਿਲੂ, ਜੇ ਇਹ ਐਸਪੈਕਟ ਸਾਡਾ ਵੀਕ ਵੀ ਸੀ, ਉਹ ਇੰਨਾ ਰੜਕਦਾ ਨਹੀਂ ਸੀ, ਕੰਮ ਚੱਲ ਜਾਂਦਾ ਸੀ। ਇੱਕ ਤਰ੍ਹਾਂ ਦੀ ਲਾਣੇਦਾਰ ਘਰ ਦਾ ਮੁਖੀਆ ਵੱਡਾ ਤਕੜਾ ਹੋਵੇ ਨਾ, ਜੇ ਪਰਿਵਾਰ ਫਿਰ ਚੱਲ ਜਾਂਦਾ, ਕਿਵੇਂ ਨਾ ਕਿਵੇਂ ਕੰਮ ਹੋ ਜਾਂਦਾ ਹੈ ਨਾ। ਤੋ ਇਸ ਕਰਕੇ ਇਹ ਵੀ ਗੱਲ ਹੈ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਗੁਰਸ਼ਰਨ ਭਾਜੀ ਕਿਤੇ ਨਹੀਂ ਗਏ, ਗੁਰਸ਼ਰਨ ਭਾਜੀ ਸਾਡੇ ਦਿਲਾਂ 'ਚ ਨੇ। ਇਹ ਵੀ ਸੱਚ ਹੈ, ਪਰ ਇਹ ਅੱਧਾ ਸੱਚ ਹੈ। ਪੂਰਾ ਸੱਚ ਇਹ ਵੀ ਹੈ ਕਿ ਗੁਰਸ਼ਰਨ ਭਾਜੀ ਬਣਨਾ ਵੀ ਕੋਈ ਐਡਾ ਸੌਖਾ ਕੰਮ ਨਹੀਂ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਗੈਪ ਨੂੰ ਪੂਰਨਾ ਵੀ, ਜੇ ਅਸੀਂ ਸੈਂਕੜੇ ਵੀ ਰਲ ਜੀਏ ਤਾਂ ਵੀ ਸ਼ਾਇਦ ਪੂਰ ਨਾ ਸਕੀਏ, ਪਰ ਸੈਂਕੜੇ ਰਲੀਏ, ਇੱਕ ਤਾਂ ਇਹ ਮਹੱਤਵਪੂਰਨ ਗੱਲ ਹੈ। ਜੇ ਟਾਈਮ ਹੋ ਰਿਹਾ, ਮੈਂ ਇੱਕ ਇਹ 2 ਮਿੰਟ 'ਚ ਹੀ ਭਾਵੇਂ ਗੱਲ ਕਰ ਦੂੰ, ਪਰ ਉਹ ਮੈਨੂੰ ਲੱਗਦਾ ਮੇਰੀ ਗੱਲਬਾਤ 'ਚ ਆਉਣੀ ਚਾਹੀਦੀ ਹੈ। ਇੱਕ ਤਾਂ ਇੰਪੋਰਟੈਂਟ ਗੱਲ ਹੈ ਕਿ ਇਹੋ ਜਿਹੇ ਦੌਰ ਦੇ ਵਿੱਚ ਰੰਗ ਕਰਮੀਆਂ ਨੂੰ, ਜੇ ਅਸੀਂ ਪੰਜਾਬ ਜਿਉਂਦਾ ਜਾਗਦਾ, ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਜਿਉਂਦੀ ਜਾਗਦੀ ਹੈ, ਪਲਸ ਮੰਚ ਜਿਉਂਦਾ ਜਾਗਦਾ, ਕਦੀ ਵੀ ਕੋਈ ਬਾਂਹ ਕੱਢ ਕੇ ਕਹੇ ਕਿਸੇ ਨੂੰ ਕੋਈ ਲੋੜ ਹੈ। ਕਰੋਨਾ ਦੇ ਦੌਰ 'ਚ ਵੀ ਅਸੀਂ ਡਟ ਕੇ ਖੜੇ ਹਾਂ, ਇਕੱਲੇ ਨੂੰ ਅਸੀਂ ਪੁੱਛਦੇ ਰਹੇ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ। ਜਦੋਂ ਕਈ ਵਾਰੀ ਇਸ ਕਿਸਮ ਦਾ ਐਸਪੈਕਟ ਆਉਂਦਾ ਵੀ ਸਾਡੀ ਕੋਈ ਬਾਂਹ ਨਹੀਂ ਫੜ ਰਿਹਾ, ਸਰਕਾਰ ਮਦਦ ਕਰੇ, ਡੈਮੋਕ੍ਰੈਟਿਕਲੀ ਕਿਸੇ ਨੇ ਵੀ ਕੋਈ ਫੰਡਿੰਗ ਲੈਣੀ ਆ, ਕੋਈ ਉਹਨਾਂ ਦਾ ਹੱਕ ਹੈ। ਜਿਵੇਂ ਹੋਰ ਇਕਾਈਆਂ ਨਰਮੇ ਦਾ ਮੁਆਵਜ਼ਾ ਮੰਗਦੀਆਂ ਨੇ, ਹੋਰ ਮੰਗਦੀਆਂ ਨੇ, ਅਸੀਂ ਉਹਨੂੰ ਰੱਦ ਨਹੀਂ ਕਰਦੇ। ਕਲਾਕਾਰ ਮੰਗਣ, ਆਪਣਾ ਕਲਾਕਾਰਾਂ ਦਾ ਫੰਡ ਹੈ, ਉਹ ਕਲਾਕਾਰਾਂ ਦੀ ਕਮਾਈ ਆ, ਕੋਈ ਕਿਸੇ ਹਕੂਮਤਾਂ ਨੇ ਆਪਣੇ ਪਿਓ ਦਾਦੇ ਦੀ ਨਹੀਂ ਲਿਆ ਕੇ ਰੱਖੀ ਵੀ, ਮੰਗ ਸਕਦੇ ਆ। ਪਰ ਇਸ ਕਿਸਮ ਦਾ ਜ਼ੋਰ ਦੇਣਾ ਜਾਂ ਇਸ ਕਿਸਮ ਦੀ ਗੱਲ ਹੋ ਜਾਣੀ ਕਿ ਮਤਲਬ ਕੋਈ ਵੀ ਕਿਸੇ ਨੇ ਕੋਈ ਬਾਂਹ ਨਹੀਂ ਫੜੀ, ਹੁਣ ਸਿਰਫ ਜਿਵੇਂ ਦਰਬਾਰ ਹੀ ਬਾਂਹ ਫੜੂਗਾ, ਕਿਉਂਕਿ ਆਪਣਾ ਦਰਬਾਰੀ ਰੰਗਮੰਚ ਨਹੀਂ ਹੈ। ਬਿਲਕੁਲ, ਰੰਗਮੰਚ ਦਰਬਾਰ ਦੇ ਨਾਲ ਭਿੜਦਾ ਰੰਗਮੰਚ ਹੈ। ਲੋਕਾਂ ਦੇ ਘਰਾਂ ਸਭ ਕੁਝ ਹੈ, ਦੱਸੋ ਕੀ ਚਾਹੀਦਾ, ਆਓ ਜਨਤਾ ਦੇ ਕੋਲ ਨੂੰ। ਰੰਗ ਕਰਮੀਆਂ ਨਾਲ ਇੱਕ ਤਾਂ ਮੇਰੀ ਇਹ ਗੱਲ ਸੀ। ਦੂਜੀ ਗੱਲ, ਜਿਸ ਤਰ੍ਹਾਂ ਦਾ ਕਰੋਨਾ ਦੇ ਓਲੇ ਕਰੋਨਾ ਦੀ ਆੜ ਦੇ ਵਿੱਚ ਸਾਰੇ ਡੈਮੋਕ੍ਰੈਟਿਕ ਰਾਈਟ ਤੇ ਰੰਗਮੰਚ ਨੂੰ ਇੱਕ ਕ੍ਰਾਈਸਿਸ ਬਣਾ ਦਿੱਤਾ ਗਿਆ, ਹਾਲਾਤ ਸਾਨੂੰ ਧੱਕੀ ਤੁਰੇ ਆਉਂਦੇ ਤੇ ਸਾਨੂੰ ਮੋੜ ਕੇ ਕੰਧ ਨਾਲ ਲਾ ਦਿੱਤਾ ਗਿਆ। ਜਿਸ ਕਿਸਮ ਦੀ ਆਪਣੀ ਗੱਲਬਾਤ ਚੱਲ ਰਹੀ ਹੈ, ਇਹ ਵੀ ਠੀਕ ਹੈ, ਗੱਲਾਂ ਬਾਤਾਂ ਵੀ ਚੱਲਣੇ, ਹਰ ਦੌਰ 'ਚ ਚੱਲਣ ਬਿਨਾਂ ਸ਼ੱਕ, ਪਰ ਰੰਗਮੰਚ ਦਾ ਬਹੁਤ ਹੀ ਸਤਿਕਾਰਤ ਵੀਰੇ, ਰੰਗਮੰਚ ਦਾ ਬਦਲ ਛੋਟੀਆਂ ਫਿਲਮਾਂ ਬਣਾ ਕੇ, ਛੋਟਾ ਕੰਮ ਕਰਕੇ ਰੰਗਮੰਚ ਦਾ ਬਦਲ ਨਹੀਂ ਹੈ। ਨਹੀਂ, ਰੰਗਮੰਚ ਲਈ ਬਾਹਰ ਆਈਏ, ਰੰਗਮੰਚ ਲਈ ਘਰਾਂ ਤੋਂ ਬਾਹਰ ਆਉਣ ਦੀ ਲੋੜ ਹੈ। ਰੰਗਮੰਚ, ਹਾਂਜੀ ਬਿਲਕੁਲ, ਹਾਂ ਰੰਗਮੰਚ ਹੁੰਦਾ ਹੋਰ ਕਿਤੇ ਹੀ ਨਹੀਂ ਕੋਈ, ਰੰਗਮੰਚ ਦਾ ਤਾਂ ਪਾਰਟ ਨੇ ਲੋਕ। ਉਸ ਦਿਸ਼ਾ ਵੱਲ ਨੂੰ ਆਈਏ ਤੇ ਆਉਣ ਵਾਲੀਆਂ ਹਾਲਾਤਾਂ ਦੇ ਵਿੱਚ ਦੁਨੀਆ ਦੇ ਅੰਦਰ ਵੀ ਰੰਗਮੰਚ ਨੇ, ਥੀਏਟਰ ਨੇ ਫਾਸਿਜ਼ਮ ਦੇ ਦੌਰਾਂ ਦੇ ਵਿੱਚ ਇੱਕ ਨਵੇਂ ਇਤਿਹਾਸ ਸਿਰਜੇ ਨੇ। ਸੋ ਇਸ ਦੌਰ ਦੇ ਅੰਦਰ ਜਿੱਥੇ ਡੈਮੋਕ੍ਰੈਟਿਕ ਲੋਕ, ਬੁੱਧੀਜੀਵੀ ਲੋਕ, ਕਵੀ, ਰੰਗਕਰਮੀ, ਵਿਦਵਾਨ ਲੋਕ ਫੜ ਕੇ ਜੇਲ੍ਹਾਂ ਤੱਕ ਸਿੱਟੇ ਹੋਏ ਨੇ, ਇਹ ਦੌਰ ਸਦਾ ਨਹੀਂ ਰਹਿੰਦੇ ਹੁੰਦੇ। ਤੇ ਅਸੀਂ ਉਸ ਚਿੜੀ ਦੇ ਇਤਿਹਾਸ ਨੂੰ ਯਾਦ ਰੱਖੀਏ, ਜਿਹੜੀ ਸੁਰਜੀਤ ਪਾਤਰ ਦੀ ਕਵਿਤਾ ਕਿੱਥੇ ਹੈ ਰਾਤ ਦਾ ਚੰਨ ਵਿੱਚ ਵੀ ਮੈਂ ਸ਼ਾਮਲ ਕੀਤੀ ਹੈ, ਕਿ ਜਦੋਂ ਸਾਰੇ ਸ਼ਹਿਰ ਨੂੰ ਅੱਗ ਲੱਗੀ ਸੀ ਤਾਂ ਚਿੜੀ ਆਪਣੀ ਚੁੰਝ ਦੇ ਵਿੱਚ ਪਾਣੀ ਪਾ ਕੇ ਉਹਨਾਂ 'ਚ ਸ਼ਾਮਲ ਸੀ, ਅੱਗ ਬੁਝਾਉਣ ਵਾਲਿਆਂ ਦੇ ਵਿੱਚ। ਸੋ ਸਾਡੀ ਜ਼ੋਰਦਾਰ ਬੇਨਤੀ ਆ, ਔਰ ਮੈਂ ਮਾਣ ਨਾਲ ਕਹਿ ਸਕਦਾ, ਪੰਜਾਬ ਦੀ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਸਭਨੇ ਰੰਗਕਰਮੀਆਂ ਨੂੰ ਬੁੱਕਲ 'ਚ ਲਊਗੀ। ਆਓ ਬਾਹਰ ਨਿਕਲੀਏ, ਉਹੀ ਅਸਲ 'ਚ ਰਣ ਭੂਮੀ ਆ ਆਪਣੀ, ਉਹੀ ਕਰਮ ਭੂਮੀ ਆ, ਉੱਥੋਂ ਹੀ ਸਾਰੇ ਕੰਮ ਆਪਣੇ ਪੂਰੇ ਹੋਣੇ ਨੇ, ਉੱਥੋਂ ਹੀ ਆਪਣੀ ਸਾਰੀ ਗੱਲਬਾਤ ਪੂਰੀ ਹੋਣੀ ਆ। ਇਸ ਦੌਰ 'ਚ ਵੀ ਅਸੀਂ ਕੀਤੀ ਆ, ਗਾਂਹ ਵੀ ਕਰਾਂਗੇ ਡਟ ਕੇ ਨਾਲ। ਬਿਲਕੁਲ ਬਿਲਕੁਲ, ਬਹੁਤ ਇਹ ਤੁਸੀਂ ਲਾਸਟ ਵਿੱਚ ਜਿਹੜਾ ਸੁਨੇਹਾ ਦਿੱਤਾ ਬਹੁਤ ਵੱਡਾ ਸੁਨੇਹਾ ਹੈ, ਔਰ ਇਸ ਸੁਨੇਹੇ ਦੀ ਮੈਨੂੰ ਲੱਗਦਾ ਹੈ ਕਿ ਅੱਜ ਦੇ ਰੰਗਮੰਚ ਨੂੰ ਬਹੁਤ ਜ਼ਿਆਦਾ ਲੋੜ ਹੈ, ਸਾਨੂੰ ਬਹੁਤ ਲੋੜ ਹੈ। ਔਰ ਤੁਸੀਂ ਬਹੁਤ ਹੌਸਲਾ ਦਿੱਤਾ ਹੈ ਰੰਗਕਰਮੀਆਂ ਨੂੰ, ਔਰ ਬੜੀਆਂ ਖੂਬਸੂਰਤ ਗੱਲਾਂ ਹੋਈਆਂ ਮੁਲਕ ਭਾਜੀ।
ਤੇ ਸਾਰੇ ਸੰਘਰਸ਼ ਦੇ ਪੀਰੀਅਡ ਦੀਆਂ, ਤੁਹਾਡੇ ਜੀ। ਤਜਰਬਿਆਂ ਦੀਆਂ, ਤੁਹਾਡੇ ਜੀ। ਸੁਪਨਿਆਂ ਦੀਆਂ ਜਿਹੜੀ ਜਗਿਆਸਾ ਹੈ ਨਾ, ਉਹਦੇ ਬਾਰੇ ਜਿਹੜੇ ਸੰਗੀਤ ਔਰ ਰੰਗਮੰਚ ਨੇ ਕਿਵੇਂ ਜਿਹੜੀਆਂ ਲੋਕਾਂ ਦੀਆਂ ਧਿਰਾਂ ਨੇ ਉਹਨਾਂ ਦੇ ਨਾਲ ਜੁੜ ਕੇ ਕਿੱਦਾਂ ਤੁਰਨਾ ਹੈ ਨਾ, ਫਿਰ ਲੋਕਾਂ ਦੀਆਂ ਧਿਰਾਂ ਵੀ ਕਿੱਦਾਂ ਨਾਲ ਜੁੜਦੀਆਂ। ਸੋ ਬਹੁਤ ਸ਼ੁਕਰੀਆ ਮੁਲਕ ਭਾਜੀ, ਔਰ ਇਹ ਸਾਡੀ ਗੱਲਬਾਤ ਜਿਹੜੀ ਹੈ ਇਹ ਹੁਣ ਸਾਰੀ ਫੇਸਬੁੱਕ ਤੇ YouTube ਤੇ ਵੀ ਬਹੁਤ ਸਾਰੀ ਦੁਨੀਆ ਇਹਨੂੰ ਸੁਣੇਗੀ। ਤੁਹਾਡੀ ਹੁਣ ਵੀ ਲਾਸਟ ਵਿੱਚ ਇੰਨਾ ਹੀ ਕਹਿਣਾ ਚਾਹਾਂਗਾ ਕਿ ਰੀਅਲੀ ਪੀਪਲ ਥੀਏਟਰ, ਬਿਲਕੁਲ ਹਕੀਕੀ ਤੌਰ ਦੇ ਉੱਤੇ ਲੋਕ ਰੰਗਮੰਚ ਦਾ ਮਤਲਬ ਹੀ ਆ ਕਿ ਆਓ ਲੋਕਾਂ ਦੇ ਨਾਲ ਇੱਕ ਮੁੱਠ ਹੋਈਏ, ਗਲਵੱਕੜੀ ਪਾਈਏ। ਉੱਥੋਂ ਅਸੀਂ ਲੋਕ ਰੰਗਮੰਚ ਦਾ ਇੱਕ ਨਵਾਂ ਗੁਲਸ਼ਨ, ਲੋਕ ਰੰਗਮੰਚ ਦਾ ਇੱਕ ਨਵਾਂ ਬਾਗ, ਉਹਦੀ ਨਵੀਂ ਮਹਿਕ, ਨਵਾਂ ਖੇੜਾ ਲੈ ਕੇ ਆਵਾਂਗੇ ਜ਼ਿੰਦਗੀ 'ਚ। ਬਹੁਤ ਸ਼ੁਕਰੀਆ ਭਾਈ, ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ। ਥੈਂਕ ਯੂ। ਥੈਂਕ ਯੂ, ਥੈਂਕ ਯੂ ਜੀ।